ਹੈਲੋ ਫਰੈਂਡਸ, ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 8th ਕਲਾਸ ਦਾ ਜਿਹੜਾ ਟੌਪਿਕ ਆ ਹਿਸਟਰੀ ਦਾ ਸੈਕਿੰਡ ਟੌਪਿਕ ਆ ਦਾ ਇਸਟੇਬਲਿਸ਼ਮੈਂਟ ਆਫ ਈਸਟ ਇੰਡੀਆ ਕੰਪਨੀ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਇਹਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੈ ਨਾ ਕਿ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਸੀਗੀਆਂ ਇਹਨਾਂ ਦੀ ਸਥਾਪਨਾ ਹੋਈ ਸੀਗੀ। ਅਲੱਗ-ਅਲੱਗ ਜਿਹੜੇ ਸੀਗੇ ਆਪਾਂ ਕਹਿ ਦਈਏ ਅੰਗਰੇਜ਼ ਆਏ ਸੀਗੇ, ਯੂਰਪੀਅਨ ਆਏ ਸੀ, ਫਰਾਂਸੀਸੀ ਆਏ ਸੀ, ਸਾਰੇ ਭਾਰਤ ਵਿੱਚ ਆਏ ਸੀ ਅਤੇ ਸਾਰਿਆਂ ਨੇ ਕਿੱਦਾਂ ਆਪਣੀ ਸੈਟਲਮੈਂਟ ਕੀਤੀ, ਕਿੱਦਾਂ ਵਪਾਰ ਸ਼ੁਰੂ ਕੀਤਾ। ਇਸ ਲੈਸਨ ਵਿੱਚ ਆਪਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਬਾਰੇ ਪੜ੍ਹਨਾ ਹੈ। ਹਾਂਜੀ, ਸ਼ੁਰੂ ਕਰਦੇ ਹਾਂ। ਮਰਕੈਂਟਿਲਿਜ਼ਮ ਐਂਡ ਟ੍ਰੇਡ ਵਾਜ਼ ਕਿ ਵਪਾਰਵਾਦ ਅਤੇ ਜਿਹੜਾ ਵਪਾਰਕ ਯੁੱਧ ਜਿਹੜੇ ਹੋਏ ਆ। ਫਰੋਮ ਐਂਸੀਐਂਟ ਟਾਈਮਸ ਇੰਡੀਆ ਹੈਡ ਟ੍ਰੇਡ ਰਿਲੇਸ਼ਨਸ ਵਿਦ ਯੂਰਪੀਅਨ ਕੰਟਰੀਜ਼। ਕਹਿੰਦੇ ਪੁਰਾਣੇ ਸਮੇਂ ਤੋਂ ਹੀ ਜਿਹੜਾ ਭਾਰਤ ਸੀਗਾ ਉਹਦੇ ਯੂਰਪੀਅਨ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਜਿਹੜੇ ਸੀਗੇ ਰਹੇ ਸੀਗੇ। ਦੇਰ ਵਾਰ 3 ਮੇਜਰ ਟ੍ਰੇਡ ਰੂਟਸ ਬਿਟਵੀਨ ਇੰਡੀਆ ਐਂਡ ਯੂਰਪ। ਇੰਡੀਆ ਅਤੇ ਯੂਰਪ ਨੂੰ ਮਿਲਾਉਣ ਵਾਲੇ ਵਪਾਰ ਦੇ 3 ਰਸਤੇ ਸੀਗੇ। ਵਿਚ ਇਨ ਦਾ 15th ਸੈਂਚੁਰੀ ਤੁਰਕ ਇਸਟੇਬਲਿਸ਼ਡ ਦੇਅਰ ਕੰਟਰੋਲ ਓਵਰ ਵੈਸਟਰਨ ਏਸ਼ੀਅਨ ਐਂਡ ਸਾਊਥਰਨ ਈਸਟਰਨ ਯੂਰਪੀਅਨ ਕੰਟਰੀਜ਼। ਪਰ ਕਹਿੰਦੇ ਕੀ ਹੋਇਆ ਕਿ 15ਵੀਂ ਸਦੀ ਦੇ ਕਰੀਬ ਜਿਹੜੇ ਸੀਗੇ ਤੁਰਕ ਸੀਗੇ ਉਹਨਾਂ ਨੇ ਜਿਹੜਾ ਸੀਗਾ ਇਹਨਾਂ ਪੱਛਮੀ ਜਿਹੜੇ ਰਸਤੇ ਸੀਗੇ ਯੂਰਪ ਅਤੇ ਇੰਡੀਆ ਦੇ ਵਪਾਰ ਕਰਨ ਵਾਲੇ ਦੱਖਣ ਪੂਰਬੀ ਹੋ ਗਏ, ਠੀਕ ਆ, ਜਾਂ ਪੱਛਮੀ ਏਸ਼ੀਆ ਦੇ ਜਿਹੜੇ ਵੀ ਰਸਤੇ ਸੀ ਉਹਨਾਂ 'ਤੇ ਤੁਰਕਾਂ ਨੇ ਆਪਣਾ ਜਿਹੜਾ ਸੀ ਸਾਮਰਾਜ ਸਥਾਪਿਤ ਕਰ ਲਿਆ ਸੀ। ਉਹਦੇ ਕਰਕੇ ਰਸਤੇ ਜਿਹੜੇ ਸੀਗੇ ਬੰਦ ਹੋ ਗਏ ਸੀਗੇ। The European countries started searching for the new sea route to India for trading with after the closing down of the ancient routes। ਜਿਹੜੇ ਹੁਣ ਯੂਰਪੀਅਨ ਕੰਟਰੀਜ਼ ਦੇ ਸੀਗੇ ਵਪਾਰੀ ਸੀਗੇ ਉਹ ਉਹਨਾਂ ਨੇ ਕੀ ਕੀਤਾ ਕਿ ਉਹ ਇੰਡੀਆ ਨਾਲ ਵਪਾਰ ਕਰਨ ਲਈ ਕੋਈ ਨਾ ਕੋਈ ਨਵਾਂ ਜਿਹੜਾ ਰਸਤਾ ਸੀ ਉਹ ਲੱਭਣ ਲੱਗ ਪਏ, ਠੀਕ ਆ, ਉਹ ਵੀ ਸਮੁੰਦਰੀ ਰਸਤੇ ਕਿ ਸਮੁੰਦਰ ਦੇ ਰਾਹੀਂ ਕੋਈ ਨਾ ਕੋਈ ਰਸਤਾ ਤਾਂ ਇੰਡੀਆ ਨਾਲ ਜੁੜਨ ਵਾਲਾ ਹੋਏਗਾ ਹੀ ਜਿਹਦੇ ਨਾਲ ਉਹਦਾ ਵਪਾਰ ਆ ਜਿਹੜਾ ਫਿਰ ਤੋਂ ਸ਼ੁਰੂ ਕਰ ਸਕਣ। ਨੈਕਸਟ ਦੇਖਦੇ ਹਾਂ। ਫਸਟ ਆਫ ਆਲ ਵਾਸਕੋ ਡੀ ਗਾਮਾ ਆ ਪੋਰਟਗੀਜ਼ ਕੈਪਟਨ ਰੀਚਡ ਕਾਲੀਕਟ ਇਨ ਇੰਡੀਆ ਔਨ 27 ਮਈ। ਕਿ ਸਭ ਤੋਂ ਪਹਿਲਾਂ ਜਿਹੜਾ ਪੁਰਤਗਾਲੀ ਸੀਗਾ ਵਾਸਕੋ ਡੀ ਗਾਮਾ ਉਹ ਇੰਡੀਆ ਪਹੁੰਚਿਆ ਸੀਗਾ। ਕਿੱਥੇ? ਕਾਲੀਕਟ ਨਾਂ ਦਾ ਜਿਹੜਾ ਸਮੁੰਦਰੀ ਤੱਟ ਸੀਗਾ ਉੱਥੇ ਪਹੁੰਚਿਆ ਸੀ ਉਸ ਜਗ੍ਹਾ 'ਤੇ ਔਨ 27 ਮਈ 1498 ਏਡੀ। ਅਤੇ ਕਦੋਂ? 27 ਮਈ 1498 ਈਸਵੀ ਨੂੰ। ਇੰਸਪਾਇਰਡ ਬਾਏ ਦਿਸ ਦਾ ਪੋਰਟਗੀਜ਼ ਸਟਾਰਟਡ ਟ੍ਰੇਡਿੰਗ ਵਿਦ ਇੰਡੀਆ। ਇਹ ਤੋਂ ਜਿਹੜਾ ਸੀਗਾ ਉਤਸ਼ਾਹਿਤ ਹੋ ਕੇ ਜਿਹੜੇ ਪੁਰਤਗਾਲੀ ਸੀ ਉਹਨੇ ਇੰਡੀਆ ਨਾਲ ਵਪਾਰ ਕਰਨਾ ਉਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਸੀ। ਹਾਂਜੀ, ਇਹਦੇ ਵਿੱਚ ਇੰਪੋਰਟੈਂਟ ਚੀਜ਼ ਇਹ ਆ ਕਿ ਭਾਰਤ ਵਿੱਚ ਆਉਣ ਵਾਲਾ ਫਸਟ ਜਿਹੜਾ ਸੀਗਾ ਪੁਰਤਗਾਲੀ ਕੌਣ ਸੀ? ਉਹ ਸੀਗਾ ਵਾਸਕੋ ਡੀ ਗਾਮਾ। ਉਹ ਭਾਰਤ ਵਿੱਚ ਕਿੱਥੇ ਆਇਆ? ਦੈਨ ਸੀਗਾ ਕਾਲੀਕਟ ਆਇਆ। ਐਂਡ ਉਹ ਕਦੋਂ ਆਇਆ? ਉਹ ਸੀਗਾ 27 ਮਈ 1498 ਈਸਵੀ ਨੂੰ ਭਾਰਤ ਵਿੱਚ ਆਇਆ ਸੀਗਾ। ਨੈਕਸਟ ਕੰਟੀਨਿਊ ਕਰਦੇ ਹਾਂ। ਟ੍ਰੇਡ ਵਾਰਸ ਮਤਲਬ ਵਪਾਰ ਜਿਹੜੇ ਸੀਗੇ ਵਪਾਰ ਨੂੰ ਲੈ ਕੇ ਹੁਣ ਜਿਹੜੀਆਂ ਯੂਰਪੀਅਨ ਸ਼ਕਤੀਆਂ ਸੀ ਉਹਨਾਂ ਵਿੱਚ ਹੌਲੀ ਹੌਲੀ ਯੁੱਧ ਹੋਣ ਲੱਗ ਗਏ ਸੀਗੇ ਕਿਉਂਕਿ ਸਾਰੀਆਂ ਇੱਕ ਤੋਂ ਇੱਕ ਵੱਧ ਕੇ ਜਿਹੜੀਆਂ ਸੀਗੀਆਂ ਆਪਣਾ ਵਪਾਰ ਇੰਡੀਆ ਨਾਲ ਕਰਨਾ ਚਾਹੁੰਦੀਆਂ ਸੀ। ਆਓ ਇਹਨਾਂ ਨੂੰ ਕੰਟੀਨਿਊ ਪੜ੍ਹਦੇ ਹਾਂ। ਆਫਟਰ ਪੋਰਟਗੀਜ਼ ਡੱਚ British and French also established their trade relations and gradually they established their settlements in India। ਹੁਣ ਜਿਹੜੇ ਸੀਗੇ ਪੁਰਤਗਾਲੀ ਉਹਨਾਂ ਤੋਂ ਬਾਅਦ ਜਿਹੜੇ ਡੱਚ ਸੀਗੇ, ਬ੍ਰਿਟਿਸ਼ ਸੀਗੇ ਜਾਂ ਫਰੈਂਚ ਸੀਗੇ ਉਹਨਾਂ ਨੇ ਵੀ ਕੀ ਆ ਕਿ ਇੰਡੀਆ ਨਾਲ ਆਪਣੇ ਵਪਾਰਕ ਸੰਬੰਧ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ। ਐਂਡ ਦੇਅਰ ਸੈਟਲਮੈਂਟਸ ਇਨ ਇੰਡੀਆ ਮਤਲਬ ਕਿ ਆਪਣੀਆਂ ਬਸਤੀਆਂ ਜਿਹੜੀਆਂ ਸੀਗੀਆਂ ਉਹੀ ਭਾਰਤ ਵਿੱਚ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ। The race for trade with Indian among them led of the wars। ਇੰਡੀਆ ਨਾਲ ਵਪਾਰ ਕਰਨ ਦਾ ਜਿਹੜਾ ਉਹਨਾਂ ਸਾਰਿਆਂ 'ਤੇ ਇਹ ਜਨੂੰਨ ਸੀ ਉਹਦੇ ਨਾਲ ਕੀ ਸੀਗਾ ਕਿ ਉਹਨਾਂ ਵਿੱਚ ਯੁੱਧ ਹੋਣ ਲੱਗ ਗਏ ਸੀਗੇ। ਦਾ ਪੋਰਟਗੀਜ਼ ਸੈਟਲਮੈਂਟਸ ਇਨ ਇੰਡੀਆ ਵਾਰ ਇਨ ਜਿਹੜੇ ਹੁਣ ਪੁਰਤਗਾਲੀ ਸੀ ਇੰਡੀਆ ਵਿੱਚ ਉਹਨਾਂ ਦੀਆਂ ਸੈਟਲਮੈਂਟਸ ਕਿੱਥੇ ਕਿੱਥੇ ਸੀਗੀਆਂ ਦੇਖਦੇ ਹਾਂ। ਅੱਗੇ ਤਾਂ ਗੋਆ, ਦਮਨ, ਸਾਲਸੈਟ, ਬਾਸੀਨ, ਮੁੰਬਈ, ਸੈਂਟ ਟੋਮ ਅਤੇ ਹੁਗਲੀ। ਇਹ ਸੀਗੀਆਂ ਅੰਗਰੇਜ਼ਾਂ ਦੀਆਂ ਬਸਤੀਆਂ। ਦੇਖੋ ਕਿਹੜੀਆਂ ਕਿਹੜੀਆਂ? ਗੋਆ, ਦਮਨ, ਹੈ ਨਾ, ਸਾਲਸੈਟ, ਬਸੀਨ, ਮੁੰਬਈ, ਸੈਂਟ ਟੋਮ ਐਂਡ ਹੁਗਲੀ। ਇਹ ਸਾਰੇ ਸੀਗੇ ਜਿਹੜੇ ਡੱਚਾਂ ਦੀਆਂ ਬਸਤੀਆਂ ਸੀਗੀਆਂ ਪੁਰਤਗਾਲੀਆਂ ਦੀਆਂ ਬਸਤੀਆਂ ਸੀਗੀਆਂ। ਨੈਕਸਟ ਹੈਗਾ ਡੱਚ ਹੈਡ ਦੇਅਰ ਸੈਟਲਮੈਂਟ ਇਨ। ਹੁਣ ਜਿਹੜੇ ਡੱਚ ਸੀ ਉਹਨਾਂ ਨੇ ਆਪਣੀਆਂ ਸੈਟਲਮੈਂਟਸ ਕਿੱਥੇ ਬਣਾਈਆਂ ਸੀਗੀਆਂ? ਕੋਚੀਨ, ਸੂਰਤ, ਨਾਗਪਟਮ, ਪੁਲੀਕਟ, ਠੀਕ ਹੈ, ਚਿੰਸੂਰਾ। ਫਿਰ ਅੱਗੇ ਇਹਨਾਂ ਨੂੰ ਅੰਡਰਲਾਈਨ ਕਰਦੀ ਹਾਂ ਮੈਂ ਡੱਚਾਂ ਦੀਆਂ ਜਿਹੜੀਆਂ ਸੀਗੀਆਂ ਕੋਚੀਨ, ਸੂਰਤ, ਨਾਗਪਟਮ, ਪੁਲੀਕਟ, ਚਿੰਸੂਰਾ।
ਠੀਕ ਹੈ। ਇਹ ਤੋਂ ਬਾਅਦ ਆ ਗਿਆ ਬ੍ਰਿਟਿਸ਼ਰਸ ਜਿਹੜੇ ਸੀਗੇ। ਹੁਣ ਜਿਹੜੇ ਅੰਗਰੇਜ਼ ਆ ਗਏ ਉਹਨਾਂ ਨੇ ਆਪਣੀਆਂ ਬਸਤੀਆਂ ਕਿੱਥੇ ਬਣਾਈਆਂ ਸੀਗੀਆਂ, ਲਾਈਕ ਸੂਰਤ, ਅਹਿਮਦਾਬਾਦ, ਬਰੋਚ, ਆਗਰਾ, ਮੁੰਬਈ ਅਤੇ ਕੋਲਕਾਤਾ। ਇਹ ਅੰਗਰੇਜ਼ਾਂ ਦੀਆਂ ਬਸਤੀਆਂ ਸੀ। ਨੈਕਸਟ ਜਿਹੜੀ ਚੌਥੀ ਯੂਰਪੀਅਨ ਸ਼ਕਤੀ ਸੀ ਉਹ ਸੀਗੀ ਜਿਹੜੇ ਫਰੈਂਚ, ਜਿਹੜੇ ਫਰਾਂਸੀਸੀ ਸੀਗੇ। ਉਹਨਾਂ ਦੀਆਂ ਸੈਟਲਮੈਂਟਸ ਕਿੱਥੇ ਰਹੀਆਂ ਸੀ? ਸੈਟਲਮੈਂਟਸ ਵਰ ਇਨ ਪਾਂਡੀਚੇਰੀ, ਚੰਦਰ ਨਗਰ ਐਂਡ ਕਾਰੀਕਲ। ਇਹ ਜਿਹੜੀਆਂ ਸੀਗੀਆਂ ਫਰਾਂਸੀਸੀ ਜਿਹੜੇ ਸੀ ਉਹਨਾਂ ਦੀਆਂ ਬਸਤੀਆਂ ਸੀ। ਵਿਦ ਦਾ ਪਾਸਿਸ ਆਫ ਟਾਈਮ to establish their hold on the settlements, there start an internal struggle among these for European powers। ਹੁਣ ਇਹਨਾਂ ਬਸਤੀਆਂ ਨੂੰ ਲੈ ਕੇ ਜਿਹੜੇ ਸੀਗੇ ਚਾਰੇ ਜਿਹੜੀਆਂ ਇਹ ਯੂਰਪੀਅਨ ਸ਼ਕਤੀਆਂ ਸੀਗੀਆਂ ਇਹਨਾਂ ਵਿੱਚ ਆਪਸੀ ਜਿਹੜਾ ਸੀਗਾ ਸੰਘਰਸ਼ ਹੋ ਗਿਆ ਸੀਗਾ। ਇਹ ਸੰਘਰਸ਼ ਉਹਨਾਂ ਦਾ ਫਿਰ ਕਿੱਦਾਂ ਰਿਹਾ? ਬਾਏ ਦਾ 17th century ਦਾ ਇਨਫਲੂਐਂਸ ਆਫ ਪੋਰਟੁਗੀਜ਼ ਐਂਡ ਡੱਚ ਡਿਕਲਾਈਨਡ। ਇਹ ਜਿਹੜਾ ਸੰਘਰਸ਼ ਸੀਗਾ ਇਹਦੇ ਵਿੱਚ ਕੀ ਹੋਇਆ ਕਿ ਜਿਹੜੇ ਪੁਰਤਗਾਲੀ ਸੀ ਅਤੇ ਜਿਹੜੇ ਡੱਚ ਸੀ ਉਹ ਡਿਕਲਾਈਨ ਹੋ ਗਏ। ਉਹਨਾਂ ਦਾ ਪ੍ਰਭਾਵ ਜਿਹੜਾ ਸੀਗਾ ਬਹੁਤ ਜ਼ਿਆਦਾ ਘੱਟ ਗਿਆ ਸੀ। ਦੇਅਰ ਫॉर ਬ੍ਰਿਟਿਸ਼ ਐਂਡ ਫਰੈਂਚ ਪਾਵਰਸ ਸਟਾਰਟਡ ਆ ਸਟਰਗਲ ਟੂ ਕੰਟਰੋਲ ਦਾ ਯੂਰਪੀਅਨ ਟ੍ਰੇਡ ਬਿਟਵੀਨ ਦੀਜ਼ ਟੂ ਪਾਵਰਸ। ਹੁਣ ਜਿਹੜਾ ਸੰਘਰਸ਼ ਸੀਗਾ, ਜਿਹੜੀਆਂ ਦੋ ਮੇਨ ਸ਼ਕਤੀਸ਼ਾਲੀ ਜਿਹੜੀਆਂ ਰਹਿ ਗਈਆਂ ਸੀਗੀਆਂ ਕੰਪਨੀਆਂ, ਕਿਹੜੀਆਂ ਰਹਿ ਗਈਆਂ ਸੀਗੀਆਂ? ਅੰਗਰੇਜ਼ ਅਤੇ ਫਰਾਂਸੀਸੀ। ਉਹੀ ਦੋਨੇ ਜਿਹੜੇ ਸੀਗੇ ਸ਼ਕਤੀਆਂ ਰਹਿ ਗਈਆਂ ਸੀਗੀਆਂ ਜਿਨ੍ਹਾਂ ਵਿੱਚ ਹੁਣ ਵਪਾਰ ਨੂੰ ਲੈ ਕੇ ਅੱਗੇ ਯੁੱਧ ਹੋਣੇ ਸੀਗੇ। ਇਨ ਦਾ ਐਂਡ ਦਾ ਬ੍ਰਿਟਿਸ਼ਰਸ ਗੌਟ ਵਿਕਟੋਰੀਅਨਸ। ਹੁਣ ਕਹਿੰਦੇ ਐਂਡ ਵਿੱਚ ਆ ਕੇ ਕੀ ਹੋਇਆ ਕਿ ਜਿਹੜੇ ਫਰਾਂਸੀਸੀ ਸੀਗੇ ਉਹਨਾਂ ਨੂੰ ਵੀ ਅੰਗਰੇਜ਼ਾਂ ਨੇ ਹਰਾ ਦਿੱਤਾ ਅਤੇ ਅੰਗਰੇਜ਼ ਜਿਹੜੇ ਸੀਗੇ ਚਾਰੇ ਪਾਸੇ ਉਹਨਾਂ ਦੀ ਜਿੱਤ ਹੋਈ ਅਤੇ ਉਹਨਾਂ ਦਾ ਹੀ ਬੋਲਬਾਲਾ ਜਿਹੜਾ ਸੀਗਾ ਹੋ ਗਿਆ ਸੀ। ਅੱਗੇ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਕਿ ਜਿਹੜੀ ਹੈਗੀ ਆ ਅੰਗਰੇਜ਼ੀ ਈਸਟ ਇੰਡੀਆ ਕੰਪਨੀ। ਹੁਣ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ, ਜਿਹੜਾ ਆਪਣੇ ਲੈਸਨ ਦਾ ਟਾਈਟਲ ਆ The British Merchants Group named Merchant Adventures founded the East India Company to trade with India on 31st December 1600 AD। ਦੇਖੋ ਹੁਣ ਕਹਿੰਦੇ ਇੰਗਲੈਂਡ ਦੇ ਵਪਾਰੀਆਂ ਦੇ ਨਾ ਮਰਚੈਂਟ ਐਡਵੈਂਚਰ ਨਾਮੀ ਇੱਕ ਗਰੁੱਪ ਨੇ ਜਿਹੜਾ ਸੀਗਾ ਭਾਰਤ ਨਾਲ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। ਕਿਹੜੀ ਕੰਪਨੀ ਦੀ? ਈਸਟ ਇੰਡੀਆ ਕੰਪਨੀ। ਅਤੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਕਦੋਂ ਸੀਗੀ? 31 ਦਸੰਬਰ 1600 ਈਸਵੀ ਦੇ ਵਿੱਚ ਹੋਈ ਸੀ। ਇਹ ਇੰਪੋਰਟੈਂਟ ਚੀਜ਼ ਆ ਯਾਦ ਰੱਖਣ ਵਾਲੀ, ਜ਼ਿਆਦਾਤਰ ਕੁਐਸਚਨ ਇਹਨਾਂ 'ਚ ਪੁੱਛੇ ਜਾਂਦੇ ਆ। ਦਾ ਬ੍ਰਿਟਿਸ਼ ਕੁਈਨ ਐਲਿਜ਼ਾਬੇਥ ਫਸਟ ਗ੍ਰਾਂਟਡ ਦਾ ਟ੍ਰੇਡ ਪ੍ਰੀਵੇਲੈਂਸ ਆਫ 15 ਈਅਰ ਟੂ ਟ੍ਰੇਡ ਵਿਦ ਇੰਡੀਆ। ਉਸ ਸਮੇਂ ਜਿਹੜੀ ਸੀਗੀ ਆਪਾਂ ਕਹਿ ਦਈਏ ਕਿ ਬ੍ਰਿਟਿਸ਼ ਦੀ ਜਿਹੜੀ ਮਹਾਰਾਣੀ ਸੀਗੀ, ਕੌਣ ਸੀਗੀ? ਐਲਿਜ਼ਾਬੇਥ ਫਸਟ ਸੀਗੀ। ਅਤੇ ਉਹਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਲਈ ਕਿੰਨੇ ਸਾਲਾਂ ਦਾ ਜਿਹੜਾ ਸੀਗਾ, ਕਿੰਨੇ ਸਾਲਾਂ ਦੀ ਮਤਲਬ ਉਹਨੇ ਪਰਮਿਸ਼ਨ ਦਿੱਤੀ ਸੀਗੀ? 15 ਸਾਲਾਂ ਦਾ ਜਿਹੜਾ ਸੀ ਉਹਨੇ ਏਕਾਧਿਕਾਰ ਜਿਹੜੀ ਸੀ ਪਰਮਿਸ਼ਨ ਜਿਹੜੀ ਸੀ ਦੇਤੀ ਸੀਗੀ। ਨੈਕਸਟ ਹੈ ਇਨ 1615 AD the representative of the company, Sir Thomas Rao, became successful in securing trade prevalence from Jahangir। ਫਿਰ ਕਹਿੰਦੇ ਕੀ ਹੋਇਆ ਕਿ ਜਿਹੜਾ 1615 ਦੇ ਵਿੱਚ ਆ ਜਿਹੜਾ, ਠੀਕ ਹੈ, ਉੱਧਰ ਚਲਿਆ ਗਿਆ ਉਹ 1615 ਦੇ ਵਿੱਚ। ਕਿਹੜਾ ਅੰਗਰੇਜ਼ ਸੀਗਾ? ਸਰ ਥੋਮਸ ਰਾਓ। ਉਹ ਜਿਹੜਾ ਸੀਗਾ ਜਹਾਂਗੀਰ ਦੇ ਦਰਬਾਰ ਵਿੱਚ ਆਇਆ ਸੀਗਾ ਵਪਾਰ ਦੀ ਪਰਮਿਸ਼ਨ ਲੈਣ ਦੇ ਲਈ, ਬਟ ਉਹਦੇ ਵਿੱਚ ਕੀ ਸੀਗਾ ਕਿ ਉਹਨੂੰ ਥੋੜ੍ਹੀ ਬਹੁਤੀ ਉਹ ਰੋਇਲ ਜਿਹੜੀਆਂ ਸੀ ਰਾਇਤਾਂ ਲੈਣ ਵਿੱਚ ਸਫਲ ਹੋ ਗਿਆ ਸੀਗਾ। ਉਹ ਤੋਂ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਇਹਨਾਂ ਦਾ ਜਿਹੜਾ ਮੈਪ ਦੇਖਦੇ ਹਾਂ। ਇਹ ਇਹਨਾਂ ਸਾਰਿਆਂ ਦੀਆਂ ਬਸਤੀਆਂ ਸੀ। ਦੇਖੋ ਜ਼ਿਆਦਾਤਰ ਜਿਹੜੇ ਇਹ ਐਂਟਰ ਹੋਏ ਆ ਸਾਊਥ ਏਰੀਆ ਦੇ ਵਿੱਚ ਹੀ ਆ ਇਹਨਾਂ ਦੀਆਂ ਜਿਹੜੀਆਂ ਹੈਗੀਆਂ। ਦੇਖੋ ਪਾਂਡੂਚੇਰੀ, ਪਾਂਡੇਚੇਰੀ ਹੋ ਗਿਆ, ਮਦਰਾਸ ਚੇਨਈ ਹੋ ਗਿਆ, ਠੀਕ ਹੈ। ਜਿਹੜੇ ਤਾਂ ਹੈਗੇ ਆ ਟਰਾਈਐਂਗਲ ਦਿੱਤੇ ਹੋਏ ਉਹ ਤਾਂ ਸਾਰੀਆਂ ਹੈਗੀਆਂ ਨੇ ਪੋਰਟੁਗੀਜ਼, ਜਿਹੜੇ ਪੁਰਤਗਾਲੀ ਨੇ ਉਹਨਾਂ ਦੀਆਂ ਬਸਤੀਆਂ। ਦੇਖੋ ਕਾਲੀਕਟ, ਗੋਆ। ਨੈਕਸਟ ਦੇਖਦੇ ਹਾਂ। ਹਾਂਜੀ ਇੱਥੇ ਦੋ ਹੀ ਸ਼ੋ ਹੋ ਰਹੀਆਂ ਨੇ ਇਹਨਾਂ ਦੀਆਂ, ਕਾਲੀਕਟ ਐਂਡ ਗੋਆ। ਨੈਕਸਟ ਹੈ ਜਿਹੜੇ ਡੱਚ ਨੇ ਉਹਨਾਂ ਦੀਆਂ ਬਸਤੀਆਂ ਜਿਹੜੀਆਂ ਸੀ ਰਾਊਂਡ ਕਰੀਆਂ ਹੋਈਆਂ ਨੇ। ਇੱਕ ਤਾਂ ਸ਼੍ਰੀਲੰਕਾ ਵਾਲੀ ਸਾਈਡ ਆ ਸ਼ਾਇਦ ਕਰਿਆ ਹੋਇਆ। ਨੈਕਸਟ ਪੁਲੀਕਟ, ਐਂਡ ਜਿਹੜੀਆਂ ਦੂਜੀਆਂ ਨੇ ਸਭ ਤੋਂ ਵੱਧ ਸ਼ੋ ਹੋ ਰਹੀਆਂ ਨੇ ਉਹ ਹੈਗੀਆਂ ਨੇ ਫਰੈਂਚ ਐਂਡ ਜਿਹੜੇ ਨੇ
ਇੰਗਲਿਸ਼ ਜਿਹੜੇ ਸੀਗੇ ਬ੍ਰਿਟਿਸ਼ ਜਿਹੜੇ ਸੀਗੇ ਉਹਨਾਂ ਦੀਆਂ। ਦੇਖੋ ਆਹ ਸ਼ੋ ਹੋ ਰਹੀਆਂ ਨੇ ਇੱਥੇ ਆਪਾਂ ਨੂੰ, ਪਾਂਡੀਚੇਰੀ, ਮਦਰਾਸ, ਮਛਲੀਪਟਨਮ, ਠੀਕ ਹੈ, ਕੋਲਕਾਤਾ, ਸੂਰਤ, ਬੰਬੇ, ਮੁੰਬਈ, ਇਹ ਤੋਂ ਬਿਨਾਂ ਪਰ ਦੇਖਦੇ ਹਾਂ ਚੰਦਰ ਨਗਰ, ਇਹ ਸਾਰੀਆਂ ਜਿਹੜੀਆਂ ਸੀਗੀਆਂ ਬਸਤੀਆਂ ਸੀਗੀਆਂ ਇਹਨਾਂ ਚਾਰੋਂ ਸ਼ਕਤੀਆਂ ਦੀਆਂ। ਅੱਗੇ ਕੰਟੀਨਿਊ ਕਰਦੇ ਹਾਂ। ਇਹ ਤੋਂ ਮਤਲਬ ਸਾਨੂੰ ਨਾ ਮੇਨ ਚੀਜ਼ ਇਹਦੇ ਵਿੱਚ ਯਾਦ ਰੱਖਣ ਵਾਲੀ ਇਹ ਹੈ ਕਿ ਇਹ ਸਾਰੇ ਜਿਹੜੇ ਸੀਗੇ ਸਾਊਥ ਈਸਟ ਵਾਲੀ ਸਾਈਡ ਤੋਂ ਐਂਟਰ ਹੋਏ ਆ, ਨੌਰਥ ਇੰਡੀਆ ਵਿੱਚ ਇਹ ਲਾਸਟ 'ਤੇ ਆਏ ਆ। ਹਾਂਜੀ, ਜਹਾਂਗੀਰ ਤੋਂ ਜਿਹੜਾ ਸੀਗਾ ਸਰ ਥੋਮਸ ਰਾਓ ਜਿਹੜਾ ਸੀਗਾ ਪਰਮਿਸ਼ਨ ਲੈਣ ਵਿੱਚ ਸਫਲ ਹੋ ਗਿਆ ਸੀ। ਨੈਕਸਟ ਹੈ ਬ੍ਰਿਟਿਸ਼ਰਸ ਇਸਟੇਬਲਿਸ਼ਡ ਦੇਅਰ ਟ੍ਰੇਡ ਸੈਟਲਮੈਂਟਸ ਇਨ ਸੂਰਤ, ਅਹਿਮਦਾਬਾਦ, ਬਲੋਚ ਐਂਡ ਆਗਰਾ। ਹੁਣ ਜਿਹੜੇ ਬ੍ਰਿਟਿਸ਼ ਸੀ, ਜਿਹੜੇ ਅੰਗਰੇਜ਼ ਸੀ, ਉਹਨਾਂ ਨੇ ਆਪਣੀਆਂ ਬਸਤੀਆਂ ਕਿੱਥੇ ਬਣਾ ਲਈਆਂ ਸੀ? ਸੂਰਤ, ਅਹਿਮਦਾਬਾਦ, ਬਲੋਚ ਅਤੇ ਆਗਰਾ ਦੇ ਵਿੱਚ। ਇਨ 1640 AD ਬ੍ਰਿਟਿਸ਼ਰਸ ਇਸਟੇਬਲਿਸ਼ਡ ਇਟਸ ਸੈਟਲਮੈਂਟਸ ਇਨ। ਹੁਣ ਉਹਨਾਂ ਨੇ ਕੀ ਕੀਤਾ ਕਿ 1640 ਈਸਵੀ ਦੇ ਵਿੱਚ ਆਪਣੀਆਂ ਜਿਹੜੀਆਂ ਸੀ ਬਸਤੀਆਂ ਕਿੱਥੇ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ? ਮਦਰਾਸ, ਚੇਨਈ ਦੇ ਵਿੱਚ। ਇਨ 1690 AD ਦੇ ਵਿੱਚ ਜਿਹੜੇ ਬ੍ਰਿਟਿਸ਼ ਸੀਗੇ ਸਟੇਬਲਿਸ਼ਮੈਂਟ ਸੈਟਲਮੈਂਟ ਇਨ। ਫਿਰ 1690 ਦੇ ਵਿੱਚ ਉਹਨਾਂ ਨੇ ਕੋਲਕਾਤਾ ਦੇ ਵਿੱਚ ਐਂਡ ਕੰਸਟਰਕਟਡ ਦਾ ਫਸਟ ਫੋਰਟ ਨੇਮਡ ਫੋਰਟ ਵਿਲੀਅਮ। ਅਤੇ ਫਿਰ ਇੱਥੇ ਹੀ ਉਹਨਾਂ ਨੇ ਆਪਣਾ ਜਿਹੜਾ ਸੀਗਾ ਸਭ ਤੋਂ ਪਹਿਲਾਂ ਫੋਰਟ ਵਿਲੀਅਮ ਨਾਂ ਦਾ ਕਿਲ੍ਹਾ ਸਥਾਪਿਤ ਕੀਤਾ ਸੀਗਾ ਅੰਗਰੇਜ਼ਾਂ ਨੇ। ਨੈਕਸਟ ਹੈ ਇਹ ਇੰਪੋਰਟੈਂਟ ਫੈਕਟ ਆ ਯਾਦ ਰੱਖਣ ਵਾਲਾ, ਫੋਰਟ ਵਿਲੀਅਮ ਵਾਲਾ। ਕੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਹੜਾ ਫੋਰਟ ਜਿਹੜਾ ਸੀ ਸਥਾਪਿਤ ਕੀਤਾ ਸੀ ਫੋਰਟ ਵਿਲੀਅਮ, ਅਤੇ ਕਿੱਥੇ ਕੀਤਾ ਸੀ? ਕੋਲਕਾਤਾ ਦੇ ਵਿੱਚ। ਨੈਕਸਟ ਦੇਖਦੇ ਹਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਗੋਟ ਦਾ ਫ੍ਰੀ ਟ੍ਰੇਡ ਪ੍ਰਿਵਿਲੇਜ ਫॉर 300 ਰੁਪੀਜ਼ ਐਨੂਅਲ ਫਰੋਮ ਦਾ ਮੁਗਲ ਇੰਪਰਰ ਫਰੋਕਸੀਅਰ ਇਨ ਬੰਗਾਲ, ਬਿਹਾਰ ਐਂਡ ਉੜੀਸਾ। ਹੁਣ ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਕੀ ਕੀਤਾ ਕਿ 1717 ਈਸਵੀ ਦੇ ਵਿੱਚ ਜਿਹੜਾ ਸੀਗਾ ਨੀਅਰ ਅਬਾਊਟ ਫਰੋਕਸੀਅਰ ਸੀਗਾ, ਅਤੇ ਈਸਟ ਇੰਡੀਆ ਕੰਪਨੀ ਨੂੰ ਨਾ ਉਹਨੇ ਮੁਗਲ ਸਮਰਾਟ ਫਰੋਕਸੀਅਰ ਤੋਂ ਉਹਨਾਂ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦਾ ਜਿਹੜਾ ਸੀਗਾ ਅਧਿਕਾਰ ਕਰ ਲਿਆ ਸੀ ਉਹਦੇ ਵਪਾਰ 'ਤੇ ਸੀ, ਠੀਕ ਆ। ਅਤੇ ਇਹਦੇ ਬਦਲੇ ਵਿੱਚ ਉਹਨਾਂ ਨੇ ਸਿਰਫ 3000 ਰੁਪਏ ਜਿਹੜਾ ਸੀਗਾ ਸਾਲਾਨਾ ਚੁੰਗੀ ਕਰ ਦੇਣ ਦਾ ਜਿਹੜਾ ਸੀਗਾ ਫਰੋਕਸੀਅਰ ਬਾਦਸ਼ਾਹ ਸੀਗਾ ਉਹਦੇ ਨਾਲ ਇਹ ਪਰਮਿਸ਼ਨ ਲੈ ਲਈ ਸੀ ਕਿ ਅਸੀਂ ਸਿਰਫ 3000 ਦੇਵਾਂਗੇ ਸਾਲ ਦਾ ਜਿਹੜਾ ਹੈਗਾ ਵਾ ਟੈਕਸ ਸਾਡਾ, ਅਤੇ ਅਸੀਂ ਇਹਨਾਂ ਤਿੰਨਾਂ ਜਿਹੜੇ ਏਰੀਏ ਆ ਇਹਨਾਂ ਵਿੱਚ ਆਪਣਾ ਵਪਾਰ ਕਰਾਂਗੇ। ਅੱਗੇ ਹੈ ਬ੍ਰਿਟਿਸ਼ ਇੰਪੋਰਟਡ ਇਨ ਇੰਡੀਆ ਲੈਡ, mercury and cloth and exported from India cotton cloth and silk cloth, ਸ਼ਿੰਗਾਰ, spices, indigo and ਅਫੀਮ। ਜਿਹੜੇ ਹੁਣ ਅੰਗਰੇਜ਼ ਸੀ ਉਹਨਾਂ ਦਾ ਵਪਾਰ ਜਿਹੜਾ ਸੀ ਕਿੰਨਾਂ ਚੀਜ਼ਾਂ ਦਾ ਸੀ ਕਿ ਅੰਗਰੇਜ਼ ਭਾਰਤ ਵਿੱਚ ਕਲਈ, ਪਾਰਾ, ਸਿੱਕਾ ਅਤੇ ਜਿਹੜਾ ਸੀਗਾ ਕੱਪੜੇ ਭੇਜਦੇ ਸੀ, ਅਤੇ ਇਹ ਤੋਂ ਬਿਨਾਂ ਭਾਰਤ ਵਿੱਚੋਂ ਕੀ ਲੈ ਕੇ ਜਾਂਦੇ ਸੀਗੇ ਹੈ ਨਾ? ਕੋਟਨ ਕਲੋਥ ਮਤਲਬ ਸੂਤੀ ਅਤੇ ਰੇਸ਼ਮੀ ਕੱਪੜੇ ਹੋ ਗਏ, ਗਰਮ ਮਸਾਲੇ ਹੋ ਗਏ, ਨੀਲ ਹੋ ਗਿਆ, ਅਫੀਮ ਹੋ ਗਿਆ, ਇਹ ਚੀਜ਼ਾਂ ਦਾ ਜਿਹੜਾ ਵਪਾਰ ਕੀਤਾ ਜਾਂਦਾ ਸੀਗਾ। ਦੇਖੋ ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਲੈ ਕੇ ਆਉਂਦੇ ਸੀ, ਲੈਡ, ਮਰਕਰੀ, ਕਲੋਥ, ਠੀਕ ਹੈ। ਅਤੇ ਜਿਹੜੀਆਂ ਇੱਥੋਂ ਲੈ ਕੇ ਜਾਂਦੇ ਸੀ ਕੋਟਨ ਕਲੋਥ ਹੋ ਗਿਆ, ਸਿਲਕ ਕਲੋਥ ਹੋ ਗਏ, ਸ਼ਿੰਗਾਰ ਹੋ ਗਏ, ਸਪਾਈਸਸ ਹੋ ਗਏ, ਇੰਡੀਗੋ ਹੋ ਗਿਆ ਅਤੇ ਅਫੀਮ ਹੋ ਗਈ। ਗ੍ਰੈਜੂਅਲੀ ਦਾ ਬ੍ਰਿਟਿਸ਼ਰਸ ਸਟਾਰਟਡ ਇੰਟਰਫੇਅਰਿੰਗ ਇਨ ਦਾ ਇੰਡੀਅਨ ਅਫੇਅਰਸ ਐਂਡ ਬਿਕੇਮ ਦਾ ਪੈਰਾਮਾਊਂਟ ਪਾਵਰ ਇਨ ਇੰਡੀਆ। ਹੁਣ ਜਿਹੜੇ ਅੰਗਰੇਜ਼ ਸੀ ਜਦੋਂ ਜਿਵੇਂ ਉਹਨਾਂ ਨੇ ਵਪਾਰ ਕਰਨ ਦੇ ਨਾਲ ਨਾ ਹੌਲੀ ਹੌਲੀ ਜਿਹੜੇ ਇੰਡੀਆ ਦੇ ਕਰੰਟ ਅਫੇਅਰ ਸੀਗੇ ਮਤਲਬ ਕਿ ਪੋਲੀਟੀਕਲ ਕਰੰਟ ਜਿਹੜੇ ਸੀਗੇ ਅਫੇਅਰਸ ਸੀਗੇ ਚੱਲ ਰਹੇ ਹੁੰਦੇ ਉਹਦੇ ਵਿੱਚ ਵੀ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਇੱਕ ਕੀ ਆ ਕਿ ਪੈਰਾਮਾਊਂਟ ਮਤਲਬ ਕਿ ਇੱਕ ਸਰਵਉੱਚ ਸ਼ਕਤੀ ਬਣ ਗਏ ਇੰਡੀਆ ਦੇ ਵਿੱਚ। ਅੱਗੇ ਕੰਟੀਨਿਊ ਕਰਦੇ ਹਾਂ। ਫਰੈਂਚ ਈਸਟ ਇੰਡੀਆ ਕੰਪਨੀ, ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹ ਸਿਰਫ ਅੰਗਰੇਜ਼ਾਂ ਦੀ ਨਹੀਂ ਸੀਗੀ, ਜਿਹੜੇ ਫਰਾਂਸੀਸੀ ਸੀ ਉਹਨਾਂ ਨੇ ਵੀ ਆਪਣੀ ਕੰਪਨੀ ਬਣਾਈ ਸੀ। ਆਫਟਰ ਦਾ ਇਸਟੇਬਲਿਸ਼ਮੈਂਟ ਆਫ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇਨ 1664 AD ਫਰੈਂਚ ਇਸਟੇਬਲਿਸ਼ਡ ਆ ਟ੍ਰੇਡਿੰਗ ਕੰਪਨੀ। ਫਿਰ ਕੀ ਕੀਤਾ ਕਿ ਜਦੋਂ ਅੰਗਰੇਜ਼ਾਂ ਨੇ ਆਪਣੀ ਜਿਹੜੀ ਸੀ ਹੈ ਨਾ ਆਪਾਂ ਕਦੋਂ ਪੜ੍ਹਿਆ ਸੀ ਕਿ ਕਿੰਨੀ ਈਸਵੀ ਵਿੱਚ ਬਣਾਈ? 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਬਣਾ ਲਈ ਸੀ। ਉਹ ਤੋਂ ਬਾਅਦ 64 ਸਾਲਾਂ ਦੇ ਬਾਅਦ ਜਿਹੜੀ 1664 ਈਸਵੀ ਵਿੱਚ ਜਿਹੜੇ ਫਰਾਂਸੀਸੀ ਸੀ ਉਹਨਾਂ ਨੇ ਵੀ ਆਪਣੀ ਇੱਕ ਈਸਟ ਇੰਡੀਆ ਕੰਪਨੀ ਬਣਾ ਲਈ ਸੀਗੀ। ਕੰਪਨੀ ਇਸਟੇਬਲਿਸ਼ਡ ਇਟਸ ਸੈਟਲਮੈਂਟਸ ਇਨ ਚੰਦਰ ਨਗਰ। ਕੰਪਨੀ ਦਾ ਜਿਹੜੀ ਸੈਟਲਮੈਂਟ ਸੀ ਉਹ ਕਿੱਥੇ ਸੀਗੀ? ਚੰਦਰ ਨਗਰ ਦੇ ਵਿੱਚ। ਮਾਹੀ ਐਂਡ ਕਰਾਈਕਲ
ਇਹਦੇ ਵਿੱਚੋਂ ਕੀ ਸੀਗਾ ਕਿ ਜਿਹੜੇ ਮਾਹੀ ਅਤੇ ਕਾਰੀਕਲ ਵਿਖੇ ਜਿਹੜੀਆਂ ਸੀਗੀਆਂ ਇਹਨਾਂ ਨੇ ਆਪਣੀਆਂ ਬਸਤੀਆਂ ਬਣਾ ਲਈਆਂ ਸੀਗੀਆਂ। ਅੰਡਰ ਦਾ ਲੀਡਰਸ਼ਿਪ ਆਫ ਦਾ ਗਵਰਨਰਸ ਡੂਮਾ ਐਂਡ ਡੁਪਲੇ ਦਾ ਫਰੈਂਚ ਕੰਪਨੀ ਪ੍ਰੋਗਰੈਸਡ। ਫਿਰ ਕਿਹਦੇ ਅੰਡਰ ਕਹਿੰਦੇ ਜਿਹੜੀ ਕੰਪਨੀ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ, ਡੂਮਾ ਅਤੇ ਡੁਪਲੇ ਨਾਂ ਦੇ ਜਿਹੜੇ ਫਰਾਂਸੀਸੀ ਗਵਰਨਰ ਸੀਗੇ ਦੋਨੇ, ਕਿਹੜੇ ਡੂਮਾ ਐਂਡ ਡੁਪਲੇ, ਇਹਨਾਂ ਦੋਨਾਂ ਦੇ ਅੰਡਰ ਜਿਹੜੀ ਕੰਪਨੀ ਸੀ ਉਹਨੇ ਕਾਫੀ ਤਰੱਕੀ ਕੀਤੀ ਸੀ। ਟੂ ਸਟਾਪ ਦਾ ਇਨਕਰੀਜ਼ਿੰਗ ਇਨਫਲੂਐਂਸ ਆਫ ਦਾ ਫਰੈਂਚ ਕੰਪਨੀ ਬ੍ਰਿਟਿਸ਼ ਸਟਾਰਟਡ ਵਾਰਸ ਵਿਦ ਫਰੈਂਚ। ਅਤੇ ਫਰਾਂਸ ਦੇ ਵੱਧਦੇ ਹੋਏ ਇਸ ਪ੍ਰਭਾਵ ਨੂੰ ਰੋਕਣ ਲਈ ਜਿਹੜੇ ਹੁਣ ਬ੍ਰਿਟਿਸ਼ ਸੀਗੇ ਉਹਨਾਂ ਨੇ ਕੀ ਸੀਗਾ ਫਰੈਂਚ ਨਾਲ ਵਾਰ ਕੀਤੇ, ਮਤਲਬ ਯੁੱਧ ਕੀਤੇ। ਅੱਗੇ ਦੇਖਦੇ ਹਾਂ ਆਹ ਡੁਪਲੇ ਦੀ ਜਿਹੜੀ ਹੈਗੀ ਆਪਾਂ ਨੂੰ ਇਮੇਜ ਦਿਖਾਈ ਹੋਈ ਆ। ਨੈਕਸਟ ਹੈ ਐਂਗਲੋ ਫਰੈਂਚ ਰਿਵੈਲਰੀ, ਕਿ ਮਤਲਬ ਐਂਗਲੋ ਫਰਾਂਸੀਸੀ ਜਿਹੜੀ ਸੀ ਆਪਾਂ ਇੱਕ ਤਰ੍ਹਾਂ ਨਾਲ ਕਹਿ ਦਈਏ ਕਿ ਇਹਨਾਂ ਦੀ ਜਿਹੜੀ ਦੁਸ਼ਮਣੀ ਸੀਗੀ। ਟੂ ਇਸਟੇਬਲਿਸ਼ਡ ਦੇਅਰ ਸੁਪਰਮੈਸੀ ਓਵਰ ਟ੍ਰੇਡ ਐਂਡ ਪੋਲੀਟਿਕਸ ਦੇਅਰ ਸਟਾਰਟਡ ਆ ਸਟਰਗਲ ਬਿਟਵੀਨ ਫਰੈਂਚ ਐਂਡ ਬ੍ਰਿਟਿਸ਼ਰਸ। ਕਹਿੰਦੇ ਆਪਣੀ ਜਿਹੜੀ ਹੈਗੀ ਆ ਰਾਜਨੀਤਿਕ ਸਰਵਉੱਚਤਾ ਕਾਇਮ ਕਰਨ ਦੇ ਲਈ ਫਰਾਂਸੀਸੀ ਸੀਗੇ ਜਾਂ ਜਿਹੜੇ ਅੰਗਰੇਜ਼ ਸੀ ਉਹਨਾਂ ਦੋਨਾਂ ਵਿੱਚ ਸੰਘਰਸ਼ ਜਿਹੜਾ ਸੀ ਹੋ ਗਿਆ। ਇਨ ਯੂਰਪ ਆਲਸੋ ਦਾ ਫਰੈਂਚ ਐਂਡ ਬ੍ਰਿਟਿਸ਼ ਵਾਰ ਰਿਵਲਸ। ਕਹਿੰਦੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਜਿਹੜੇ ਇੱਥੇ ਦੁਸ਼ਮਣ ਨਹੀਂ ਬਣੇ ਇਹ ਜਦੋਂ ਯੂਰਪ ਆ ਨਾ, ਯੂਰਪ ਦੇ ਵਿੱਚ ਪਹਿਲਾਂ ਤੋਂ ਹੀ ਇਹਨਾਂ ਦੀ ਇੱਕ ਦੂਜੇ ਨਾਲ ਦੁਸ਼ਮਣੀ ਰਹੀ ਸੀਗੀ। ਦਿਸ ਸਟਰਗਲ ਲੈਡ ਟੂ 3 ਕਰਨਾਟਕ ਵਾਰਸ। ਅਤੇ ਇਹਨਾਂ ਦਾ ਜਿਹੜਾ ਯੁੱਧ ਸੀਗਾ ਉਹ ਕਿਹਦੇ ਵਿੱਚ ਬਦਲ ਗਿਆ, 3 ਕਰਨਾਟਕ ਯੁੱਧਾਂ ਵਿੱਚ ਬਦਲ ਗਿਆ ਸੀਗਾ। ਦਾ ਬ੍ਰਿਟਿਸ਼ਰਸ ਗੌਟ ਵਿਕਟੋਰੀਅਸ ਇਨ ਦੀਜ਼ ਵਾਰਸ। ਅਤੇ ਇਹਨਾਂ ਯੁੱਧਾਂ ਦੇ ਵਿੱਚ ਜਿਹੜੀ ਸੀ ਜਿੱਤ ਕਿਹਦੀ ਹੋਈ ਸੀਗੀ, ਅੰਗਰੇਜ਼ਾਂ ਦੀ ਹੋਈ ਸੀ। ਦਾ ਡਿਟੇਲ ਐਕਸਪਲੇਨੇਸ਼ਨ ਆਫ 3 ਵਾਰਸ ਇਜ਼ ਗਿਵਨ ਬਿਲੋ। ਕਹਿੰਦੇ ਤਿੰਨਾਂ ਯੁੱਧਾਂ ਦੀ ਜਿਹੜੀ ਹੈਗੀ ਆ ਡਿਟੇਲ ਨਾਲ ਜਾਣਕਾਰੀ ਆਪਾਂ ਨੂੰ ਹੇਠਾਂ ਦਿੱਤੀ ਹੋਈ ਆ। ਪਹਿਲਾਂ ਆਪਾਂ ਨੂੰ ਦਿੱਤਾ ਹੋਇਆ ਦਾ ਹੈਗਾ ਫਸਟ ਕਰਨਾਟਕ ਵਾਰ 1746 to 48, ਕਿ ਜਿਹੜਾ ਪਹਿਲਾ ਕਰਨਾਟਕ ਦਾ ਯੁੱਧ ਹੋਇਆ 1746 ਤੋਂ ਲੈ ਕੇ 1748 ਈਸਵੀ ਦੇ ਵਿੱਚ ਹੋਇਆ ਵਾ। ਇਨ 1740 AD ਓਵਰ ਦਾ ਕੁਐਸਚਨ ਆਫ ਸਕਸੈਸ਼ਨ ਆਫ ਆਸਟਰੀਆ there started a war between Britishers and French in Europe. As a result of this, the first Karnataka war started in India between these powers. ਕਹਿੰਦੇ ਕੀ ਹੋਇਆ ਸੀ ਕਿ ਅੰਗਰੇਜ਼ਾਂ ਅਤੇ ਫਰਾਂਸੀਸੀ ਜਿਹੜੇ ਸੀਗੇ ਕੰਪਨੀਆਂ ਸੀ ਇੱਕ ਦੂਜੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੀਆਂ ਸੀ। ਉਹਦੇ ਲਈ ਕੀ ਸੀਗਾ ਕਿ 1740 ਵਿੱਚ ਨਾ ਇੱਕ ਜਿਹੜਾ ਆਸਟਰੀਆ ਸੀਗਾ ਯੂਰਪੀਅਨ ਦੇਸ਼, ਉਹਦੇ ਵਿੱਚ ਸੀਗਾ ਉੱਤਰਾਧਿਕਾਰ ਦੇ ਸੰਬੰਧੀ ਨਾ ਇੱਕ ਝਗੜਾ ਚੱਲ ਰਿਹਾ ਸੀ ਯੂਰਪ ਅਤੇ ਅੰਗਰੇਜ਼ਾਂ ਦੇ ਵਿੱਚ ਪਹਿਲਾਂ ਹੀ, ਜਦੋਂ ਜਿਹੜਾ ਉਹਨਾਂ ਦਾ ਮਤਲਬ ਜਿੱਥੋਂ ਆਏ ਸੀਗੇ ਉੱਥੋਂ। ਅਤੇ ਉਹਦੇ ਕਰਕੇ ਜਿਹੜਾ ਸੀਗਾ ਇੱਥੇ ਇਹਨਾਂ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ ਜਿਹੜਾ ਸੀ ਯੁੱਧ ਹੋਣਾ ਸ਼ੁਰੂ ਹੋ ਗਿਆ ਸੀਗਾ ਉਸੇ ਉੱਤਰਾਧਿਕਾਰੀ ਯੁੱਧ ਨੂੰ ਲੈ ਕੇ। ਅਤੇ ਐਜ਼ ਏ ਰਿਜ਼ਲਟ ਕੀ ਹੋਇਆ ਸੀ ਕਿ ਇਸ ਯੁੱਧ ਦੇ ਸਿੱਟੇ ਵਜੋਂ ਭਾਰਤ ਵਿੱਚ ਵੀ ਜਿਹੜੀਆਂ ਸੀਗੀਆਂ ਇਹਨਾਂ ਦੋਨਾਂ ਸ਼ਕਤੀਆਂ ਨੇ ਕਰਨਾਟਕ ਦਾ ਜਿਹੜਾ ਪਹਿਲਾ ਯੁੱਧ ਲੜਿਆ ਸੀਗਾ। ਇਨ 1746 AD in India, French governor Dupleix occupied Madras, a settlement of Britishers which was situated in Karnataka state. ਕਹਿੰਦੇ ਇਹਦੇ ਹੁਣ ਯੁੱਧ ਦੀ ਜਿਹੜੀ ਹੈਗੀ ਆਪਾਂ ਨੂੰ ਘਟਨਾਵਾਂ ਦੱਸੀਆਂ ਹੋਈਆਂ ਨੇ ਕਿ 1746 ਈਸਵੀ ਵਿੱਚ ਜਿਹੜਾ ਫਰਾਂਸੀਸੀ ਗਵਰਨਰ ਸੀਗਾ, ਕੌਣ ਸੀਗਾ, ਜਿਹੜਾ ਡੁਪਲੇ ਸੀਗਾ, ਠੀਕ ਆ। ਉਹਨੇ ਕੀ ਸੀਗਾ ਕਿ ਹਮਲਾ ਕਰ ਦਿੱਤਾ ਸੀ ਅੰਗਰੇਜ਼ਾਂ ਦੀ ਜਿਹੜੀ ਮਤਲਬ ਬਸਤੀ ਸੀਗੀ ਉੱਤੇ ਅਧਿਕਾਰ ਕਰ ਲਿਆ ਸੀ। ਕਿਹੜੀ ਸੀਗੀ, ਮਦਰਾਸ ਸੈਟਲਮੈਂਟ ਸੀਗੀ ਜਿਹੜੀ ਅੰਗਰੇਜ਼ਾਂ ਦੀ। ਦਾ ਨਵਾਬ ਆਫ ਕਰਨਾਟਕ ਅਨਬਰੋਦੀਨ ਆਸਕਡ ਦਾ ਫਰੈਂਚ ਟੂ ਰਿਟਰਨ ਮਦਰਾਸ ਟੂ ਬ੍ਰਿਟਿਸ਼ਰਸ। ਹੁਣ ਜਿਹੜਾ ਉੱਥੋਂ ਉਦੋਂ ਉਸ ਦੇ ਟਾਈਮ ਵਿੱਚ ਹੈ ਨਾ ਕਰਨਾਟਕ ਦਾ ਨਵਾਬ ਸੀਗਾ, ਕੌਣ ਸੀਗਾ, ਅਨਬਰੋਦੀਨ ਸੀਗਾ। ਉਹਨੇ ਕੀ ਸੀਗਾ ਕਿ ਜਿਹੜੇ ਫਰੈਂਚ ਸੀ ਉਹਨਾਂ ਨੂੰ ਕਿਹਾ ਕਿ ਉਹ ਜਿਹੜੀ ਅੰਗਰੇਜ਼ਾਂ ਦੀ ਬਸਤੀ 'ਤੇ ਉਹਨਾਂ ਨੇ ਮਦਰਾਸ 'ਤੇ ਜਿਹੜਾ ਅਧਿਕਾਰ ਕੀਤਾ ਵਾ ਉਹਨਾਂ ਨੂੰ ਵਾਪਸ ਦੇਣ ਲਈ ਕਿਹਾ ਸੀਗਾ। ਬਟ ਦਾ ਫਰੈਂਚ ਰਿਫਿਊਜ਼ਡ ਟੂ ਡੂ ਸੋ। ਪਰ ਜਿਹੜੇ ਫਰਾਂਸੀਸੀ ਸੀ ਉਹਨਾਂ ਨੇ ਵਾਪਸ ਦੇਣ ਤੋਂ ਮਨਾ ਕਰਤਾ ਸੀ। ਬਿਕੋਜ਼ ਆਫ ਦਿਸ ਬ੍ਰਿਟਿਸ਼ਰਸ ਟਰਾਈਡ ਟੂ ਕੰਟਰੋਲ ਪਾਂਡੀਚੇਰੀ ਬਟ ਵਰ ਅਨਸਕਸੈਸਫੁਲ। ਪਰ ਇਹਦੇ ਤੋਂ ਫਿਰ ਕੀ ਸੀਗਾ ਦੁਖੀ ਹੋ ਕੇ ਕਿ ਜਿਹੜੇ ਅੰਗਰੇਜ਼ ਸੀਗੇ ਅੰਗਰੇਜ਼ਾਂ ਨੇ ਬਦਲੇ ਵਿੱਚ ਜਿਹੜਾ ਸੀ ਪਾਂਡੇਚੇਰੀ ਸੀਗਾ ਜਿਹੜਾ ਉਹਨਾਂ 'ਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਇਹਦੇ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਸੀਗੀ। ਐਜ਼ ਸੂਨ ਏਜ਼ ਦਾ ਆਸਟ੍ਰੇਲੀਅਨ ਵਾਰ ਇਨ ਯੂਰਪ ਐਂਡਡ। ਜਿਵੇਂ ਹੀ ਕਹਿੰਦੇ ਆਸਟਰੀਆ ਦੇ ਵਿੱਚ ਜਿਹੜਾ ਸੀਗਾ ਉੱਤਰਾਧਿਕਾਰ ਦਾ ਯੁੱਧ ਖਤਮ ਹੋ ਗਿਆ ਸੀ। ਦਾ ਵਾਰ ਇਨ ਇੰਡੀਆ ਆਲਸੋ ਕੇਮ ਟੂ ਐਨ ਐਂਡ। ਅਤੇ ਇੰਡੀਆ ਵਿੱਚ ਵੀ ਜਿਹੜਾ ਇਹ ਯੁੱਧ ਸੀਗਾ ਇਹਨਾਂ ਦਾ ਕਰਨਾਟਕ ਵਾਰ ਸੀਗਾ ਉਹ ਖਤਮ ਹੋ ਗਿਆ ਸੀਗਾ। ਨੈਕਸਟ ਆਪਾਂ ਨੂੰ ਦਿੱਤਾ ਹੋਇਆ ਸੈਕਿੰਡ ਕਰਨਾਟਕ ਵਾਰ, ਕਿ ਕਰਨਾਟਕ ਦਾ ਜਿਹੜਾ ਦੂਜਾ ਯੁੱਧ ਆ
After the First War of Carnatic, the British and French helped each other rival in the War of Succession of Carnatic and Hyderabad. Because of this, Second Carnatic War was fought between French and Britishers. ਕਰਨਾਟਕ ਦੇ ਕਹਿੰਦਾ ਪਹਿਲੇ ਯੁੱਧ ਤੋਂ ਬਾਅਦ ਹੁਣ ਕਰਨਾਟਕ ਅਤੇ ਹੈਦਰਾਬਾਦ ਵਿੱਚ ਜਿਹੜਾ ਸੀਗਾ ਰਾਜਗੱਦੀ ਪ੍ਰਾਪਤ ਕਰਨ ਲਈ ਜਿਹੜੇ ਸ਼ੁਰੂ ਹੋਏ ਯੁੱਧ ਵਿੱਚ ਸੀਗੇ ਹੈ ਨਾ, ਇਹਨਾਂ ਵਿੱਚ ਰਾਜਗੱਦੀ ਨੂੰ ਪ੍ਰਾਪਤ ਕਰਨ ਲਈ ਉੱਥੋਂ ਦੇ ਨਵਾਬਾਂ ਵਿੱਚ ਯੁੱਧ ਸ਼ੁਰੂ ਹੋ ਗਿਆ ਸੀਗਾ। ਅਤੇ ਜਿਹੜੇ ਅੰਗਰੇਜ਼ ਅਤੇ ਫਰਾਂਸੀਸੀ ਨੇ ਸੀਗੇ, ਉਹਨਾਂ ਨੇ ਇੱਕ ਦੂਜੇ ਦੇ ਜਿਹੜੇ ਵਿਰੋਧੀ ਸੀਗੇ ਨਾ ਗੱਦੀ 'ਤੇ ਮਤਲਬ ਬੈਠਣ ਲਈ ਖੜ੍ਹੇ, ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਸੀ। ਤਾਂ ਕਰਕੇ ਇਹਨਾਂ ਦੇ ਵਿੱਚ ਦੂਜਾ ਯੁੱਧ ਜਿਹੜਾ ਸੀ ਹੋਇਆ ਸੀਗਾ। In 1748 AD, ਆਸਿਫ ਸ਼ਾਹ ਦਾ ਨਿਜ਼ਾਮ ਆਫ ਹੈਦਰਾਬਾਦ ਡਾਈਡ। ਕਹਿੰਦੇ ਹੈਦਰਾਬਾਦ ਦਾ ਜਿਹੜਾ ਨਿਜ਼ਾਮ ਸੀਗਾ ਕਿਹੜਾ ਸੀਗਾ, ਆਸਿਫ ਸ਼ਾਹ, ਜਿਹਦੀ 1748 ਵਿੱਚ ਮੌਤ ਹੋ ਗਈ ਸੀ। War for succession started between his son ਨਾਸਿਰ ਜੰਗ ਐਂਡ ਗ੍ਰੈਂਡਸਨ ਮੁਜ਼ੱਫਰ ਜੰਗ। ਹੁਣ ਕੀ ਸੀਗਾ ਕਿ ਉਹਦਾ ਜਿਹੜਾ ਸੀਗਾ ਰਾਜਗੱਦੀ ਨੂੰ ਪ੍ਰਾਪਤ ਕਰਨ ਦੇ ਲਈ ਨਾ, ਜਿਹੜੇ ਉਹਦਾ ਇੱਕ ਪੁੱਤਰ ਸੀਗਾ ਨਾਸਿਰ ਜੰਗ ਅਤੇ ਇੱਕ ਉਹਦਾ ਦੋਹਤਾ ਸੀਗਾ ਮੁਜ਼ੱਫਰ ਜੰਗ, ਉਹਨਾਂ ਦੇ ਵਿੱਚ ਰਾਜਗੱਦੀ ਨੂੰ ਪ੍ਰਾਪਤ ਕਰਨ ਲਈ ਯੁੱਧ ਸ਼ੁਰੂ ਹੋ ਗਿਆ ਸੀਗਾ। ਇਨ ਦਿਸ ਵਾਰ ਬ੍ਰਿਟਿਸ਼ ਹੈਲਪਡ ਨਾਸਿਰ ਜੰਗ। ਜਿਹੜੇ ਹੁਣ ਬ੍ਰਿਟਿਸ਼ ਸੀਗੇ ਉਹਨਾਂ ਨੇ ਇਹਦੇ ਵਿੱਚ ਕਿਹਦੀ ਹੈਲਪ ਕੀਤੀ, ਨਾਸਿਰ ਜੰਗ ਦੀ, ਜਿਹੜਾ ਉਹਦਾ ਪੁੱਤਰ ਸੀਗਾ, ਐਂਡ ਫਰੈਂਚ ਹੈਲਪਡ ਮੁਜ਼ੱਫਰ ਜੰਗ, ਜਿਹੜਾ ਉਹਦਾ ਦੋਹਤਾ ਸੀਗਾ, ਉਹਦੀ ਹੈਲਪ ਕਿਹਨੇ ਕੀਤੀ ਸੀਗੀ, ਜਿਹੜੇ ਫਰਾਂਸੀਸੀ ਸੀ ਉਹਨਾਂ ਨੇ ਕੀਤੀ ਸੀ। ਇਨ ਦਿਸ ਵੇ ਚੰਦਾ ਸਾਹਿਬ ਵਿਦ ਦਾ ਹੈਲਪ ਆਫ ਫਰੰਚ ਬਿਕੇਮ ਦਾ ਨਵਾਬ ਆਫ ਕਰਨਾਟਕ ਆਫਟਰ ਓਵਰਥਰੋਇੰਗ ਨਵਾਬ ਅਨਬਰੋਦੀਨ। ਫਿਰ ਐਂਡ ਵਿੱਚ ਜਿਹੜਾ ਸੀਗਾ ਕਹਿੰਦੇ ਕੀ ਹੋਇਆ ਕਿ ਜਿਹੜਾ ਚੰਦਾ ਸਾਹਿਬ ਸੀਗਾ ਉਹ ਫਰਾਂਸੀਸੀਆਂ ਦੀ ਸਹਾਇਤਾ ਦੇ ਨਾਲ ਨਵਾਬ ਜਿਹੜਾ ਅਨਬਰੋਦੀਨ ਸੀਗਾ ਉਹਨੂੰ ਹਟਾ ਕੇ ਕਰਨਾਟਕ ਦਾ ਨਵਾਬ ਬਣ ਗਿਆ ਸੀਗਾ। ਕੌਣ ਬਣਿਆ ਸੀਗਾ, ਚੰਦਾ ਸਾਹਿਬ। ਠੀਕ ਹੈ, ਇਹ ਇੰਪੋਰਟੈਂਟ ਆ, ਮੈਂ ਟਿਕ ਕਰਵਾ ਦਿੰਦੀ ਹਾਂ ਕਿ ਜਿਹੜਾ ਅਨਬਰੋਦੀਨ ਸੀਗਾ ਉਹਨੂੰ ਹਟਾ ਕੇ ਜਿਹੜਾ ਚੰਦਾ ਸਾਹਿਬ ਸੀਗਾ ਉਹ ਨਵਾਬ ਬਣ ਗਿਆ ਸੀਗਾ। ਅੱਗੇ ਕੰਟੀਨਿਊ ਕਰਦੇ ਹਾਂ। In 1751 AD when ਮੁਜ਼ੱਫਰ ਜੰਗ died, then French made ਸਲਾਵਤ ਜੰਗ ਦਾ ਨਵਾਬ ਆਫ ਹੈਦਰਾਬਾਦ। ਫਿਰ ਜਦੋਂ 1751 ਈਸਵੀ ਵਿੱਚ ਮੁਜ਼ੱਫਰ ਜੰਗ ਦੀ ਜਿਹੜੀ ਸੀ ਮੌਤ ਹੋ ਗਈ ਤਾਂ ਜਿਹੜੇ ਫਰਾਂਸੀਸੀ ਸੀ ਉਹਨਾਂ ਨੇ ਸਲਾਵਤ ਜੰਗ ਨੂੰ ਜਿਹੜਾ ਸੀ ਨਵਾਬ ਬਣਾਤਾ ਸੀਗਾ ਹੈਦਰਾਬਾਦ ਦਾ। ਹੀ ਗੇਵ ਅਵੇ ਸਮ ਆਫ ਦਾ ਟੈਰੀਟਰੀਜ਼ ਆਫ ਨਾਰਥਰਨ ਸਰਕਾਰ ਟੂ ਦਾ ਫਰੈਂਚ। ਇਹਨੇ ਕੀ ਕੀਤਾ ਕਿ ਜਦੋਂ ਇਹ ਨਵਾਬ ਬਣ ਗਿਆ ਤਾਂ ਉਸਨੇ ਉੱਤਰੀ ਸਰਕਾਰ ਦੇ ਕੁਝ ਇਲਾਕੇ ਜਿਹੜੇ ਸੀਗੇ ਉਹ ਫਰਾਂਸੀਸੀਆਂ ਨੂੰ ਸੌਂਪ ਦਿੱਤੇ ਸੀਗੇ। ਡਿਊਰਿੰਗ ਦਿਸ ਟਾਈਮ ਰੋਬਰਟ ਕਲਾਈਵ ਆ ਬ੍ਰਿਟਿਸ਼ ਆਫਿਸਰ ਅਟੈਕਡ ਦਾ ਕੈਪੀਟਲ ਆਫ ਕਰਨਾਟਕ। ਇਸੇ ਟਾਈਮ ਹੀ ਜਿਹੜਾ ਹੁਣ ਅੰਗਰੇਜ਼ਾਂ ਦਾ ਜਿਹੜਾ ਸੀਗਾ ਰੋਬਰਟ ਕਲਾਈਵ ਸੀਗਾ ਨਾ ਆਫਿਸਰ, ਉਹਨੇ ਕਾਹਤੇ ਅਟੈਕ ਕਰਤਾ ਸੀ, ਕਰਨਾਟਕ ਦੀ ਰਾਜਧਾਨੀ 'ਤੇ ਜਿਹੜਾ ਸੀਗਾ ਹਮਲਾ ਕਰਤਾ ਸੀ। ਚੰਦਾ ਸਾਹਿਬ ਵਾਜ ਕਿਲਡ। ਚੰਦਾ ਸਾਹਿਬ ਜਿਹੜਾ ਸੀ ਉਹ ਮਾਰਿਆ ਗਿਆ। ਐਂਡ ਮੁਹੰਮਦ ਅਲੀ ਬਾਦ ਮੇਡ ਦਾ ਨਵਾਬ ਆਫ ਕਰਨਾਟਕ। ਅਤੇ ਮੁਹੰਮਦ ਅਲੀ ਜਿਹੜਾ ਸੀ ਉਹਨੂੰ ਨਵਾਬ ਬਣਾ ਦਿੱਤਾ ਗਿਆ ਸੀ ਕਿਹਦਾ, ਕਰਨਾਟਕ ਦਾ। ਡੁਪਲੇਬਾਜ਼ ਕਾਲਡ ਬੈਕ ਟੂ ਫਰੈਂਚ ਐਂਡ ਇਨ ਹਿਜ ਪਲੇਸ ਗੋਡੇਓ ਵਾਜ਼ ਅਪੋਇੰਟਡ ਐਜ਼ ਆ ਗਵਰਨਰ। ਇਹ ਦੇਖ ਕੇ ਜਿਹੜੀ ਸੀਗੀ ਫਰਾਂਸੀਸੀ ਜਿਹੜੇ ਸੀਗੇ ਉਹਨਾਂ ਵਿੱਚੋਂ ਡੁਪਲੇ ਜਿਹੜਾ ਸੀਗਾ ਉਹਨੂੰ ਕੰਪਨੀ ਨੇ ਨਾ ਵਾਪਸ ਬੁਲਾ ਲਿਆ ਸੀਗਾ ਅਤੇ ਉਹਦੀ ਜਗ੍ਹਾ ਕੌਣ ਆ ਗਿਆ ਸੀ, ਗੋਡੇਓ ਜਿਹੜਾ ਸੀਗਾ ਉਹ ਆ ਗਿਆ ਸੀਗਾ ਇੰਡੀਆ ਦੇ ਵਿੱਚ। ਹਾਂਜੀ, ਨੈਕਸਟ ਹੈ ਥਰਡ ਕਰਨਾਟਕ ਵਾਰ। ਕਿ ਕਰਨਾਟਕ ਦਾ ਜਿਹੜਾ ਤੀਜਾ ਯੁੱਧ ਆ। ਇਨ 1756 AD 7 years was broke out in Europe between England and France। ਕਹਿੰਦੇ ਕਿ 1756 ਵਿੱਚ ਕੀ ਹੋਇਆ ਸੀ ਕਿ ਯੂਰਪ ਅਤੇ ਇੰਗਲੈਂਡ ਦੇ ਵਿੱਚ ਜਿਹੜੇ ਯੂਰਪ ਦੇ ਵਿੱਚ ਇੰਗਲੈਂਡ ਅਤੇ ਫਰਾਂਸ ਜਿਹੜੀਆਂ ਦੋਨੇ ਕੰਟਰੀਆਂ ਸੀ ਉਹਨਾਂ ਵਿੱਚ 7 ਸਾਲਾਂ ਦਾ ਯੁੱਧ ਹੋ ਰਿਹਾ ਸੀਗਾ। ਦੇਖੋ 7 years ਦਿੱਤਾ ਹੋਇਆ ਨਾ ਕਿ 7 years ਜਿਹੜਾ ਸੀਗਾ ਇਹਨਾਂ ਦੇ ਵਿੱਚ ਯੁੱਧ ਚੱਲ ਪਿਆ ਸੀ। ਦੇਅਰਫੋਰ ਇਨ ਇੰਡੀਆ 2 ਵਾਰਸ ਬਰੋਕ ਆਊਟ ਬਿਟਵੀਨ ਦੀਜ਼ 2 ਪਾਵਰਸ। ਅਤੇ ਸੇਮ ਜਦੋਂ ਵੀ ਮਤਲਬ ਯੂਰਪ ਵਿੱਚ ਇਹਨਾਂ ਦੋਨਾਂ ਦੇਸ਼ਾਂ ਵਿੱਚ ਯੁੱਧ ਹੁੰਦਾ ਸੀ ਤਾਂ ਜਿਹੜੀ ਕਾਮਨ ਜਿਹੀ ਗੱਲ ਸੀ ਵੀ ਇੰਡੀਆ ਵਿੱਚ ਵੀ ਉਹਨਾਂ ਸ਼ਕਤੀਆਂ ਦੇ ਵਿੱਚ ਜਿਹੜਾ ਸੀਗਾ ਆਪਸ ਵਿੱਚ ਯੁੱਧ ਹੋਣ ਲੱਗ ਜਾਂਦਾ ਸੀ। ਦਾ ਫਰਾਂਸ ਗੌਰਮੈਂਟ ਸੈਂਟ ਕਾਊਂਟ ਦਾ ਲੈਲੀ ਟੂ ਐਂਡ ਦਾ ਬ੍ਰਿਟਿਸ਼ ਪਾਵਰ ਇਨ ਇੰਡੀਆ। ਜਿਹੜੇ ਫਰਾਂਸੀਸੀ ਸਰਕਾਰ ਸੀਗੇ ਨਾ ਉਹਨੇ ਅੰਗਰੇਜ਼ਾਂ ਦਾ ਦਮਨ ਕਰਨ ਦੇ ਲਈ ਭਾਰਤ ਵਿੱਚ ਕਾਊਂਟ ਦੀ ਲਾਲੀ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹਨੂੰ ਭੇਜਿਆ ਸੀਗਾ। ਬਟ ਕੀ ਸੀਗਾ ਕਿ ਉਹ ਅਸਫਲ ਹੋ ਗਿਆ ਸੀਗਾ, ਬਟ ਹੀ ਫੇਲਡ ਹੋ ਗਿਆ ਸੀਗਾ ਨਾ। ਇਨ 1763 AD ਦਾ ਟਰੀਟੀ ਆਫ ਪੈਰਿਸ ਵਾਜ਼ ਸਾਈਨਡ ਬਿਟਵੀਨ ਬ੍ਰਿਟਿਸ਼ ਐਂਡ ਫਰੈਂਚ ਇਨ ਯੂਰਪ। ਫਿਰ ਕੀ ਹੋਇਆ ਕਿ 1763 ਈਸਵੀ ਦੇ ਵਿੱਚ ਜਿਹੜੀ ਸੀ ਪੈਰਿਸ ਦੇ ਵਿੱਚ ਫਰਾਂਸੀਸੀਆਂ ਦੇ ਵਿੱਚ ਅਤੇ ਅੰਗਰੇਜ਼ਾਂ ਦੇ ਵਿਚਕਾਰ ਇੱਕ ਸੰਧੀ ਹੋ ਗਈ ਸੀ ਜਿਹਦੇ ਨਾਲ ਉਹ ਯੁੱਧ ਖਤਮ ਹੋ ਗਿਆ ਸੀ। ਵਿਦ
ਦਿਸ ਦਾ ਵਾਰ ਕੇਮ ਟੂ ਐਨ ਐਂਡ, ਯੁੱਧ ਖਤਮ ਹੋ ਗਿਆ ਸੀ। ਐਜ਼ ਏ ਰਿਜ਼ਲਟ ਵਾਰ ਵਿੱਚ ਵਾਜ਼ ਗੋਇੰਗ ਔਨ ਇਨ ਇੰਡੀਆ ਆਲਸੋ ਕੇਮ ਟੂ ਐਨ ਐਂਡ, ਇਸੇ ਤਰ੍ਹਾਂ ਕੀ ਹੋਇਆ ਕਿ ਇੰਡੀਆ ਵਿੱਚ ਜਿਹੜਾ ਉਹਨਾਂ ਨਾਲ ਦਾ ਇੱਕ ਦੂਜੇ ਨਾਲ ਯੁੱਧ ਚੱਲਦਾ ਸੀ ਉਹ ਵੀ ਖਤਮ ਹੋ ਗਿਆ ਸੀ। ਅਕੋਰਡਿੰਗ ਟੂ ਦਾ ਟਰੀਟੀ ਦਾ ਸੈਟਲਮੈਂਟਸ ਆਫ ਪਾਂਡੀਚੇਰੀ ਐਂਡ ਮਾਹੀਵਾਰ ਰਿਟਰਨਡ ਟੂ ਫਰੈਂਚ। ਫਿਰ ਇਹਦੇ ਯੁੱਧ ਦੇ ਅਕੋਰਡਿੰਗ ਕੀ ਹੋਇਆ ਸੀ, ਇਹ ਸੰਧੀ ਦੇ ਅਕੋਰਡਿੰਗ, ਕਿ ਜਿਹੜੇ ਭਾਰਤ ਵਿੱਚ ਇਹਨਾਂ ਵਿੱਚ ਲੜਾਈ ਹੋਈ ਸੀ ਉਹਦਾ ਐਂਡ ਇਹ ਹੋਇਆ ਕਿ ਜਿਹੜੇ ਫਰਾਂਸੀਸੀਆਂ ਦੀਆਂ ਦੋਨੇ ਬਸਤੀਆਂ ਸੀਗੀਆਂ ਪਾਂਡੀਚੇਰੀ ਅਤੇ ਮਾਹੀਆ ਦੋਨੇ, ਉਹਨਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ ਸੀ। ਬਟ ਦੇ ਆਰ ਨਾਟ ਅਲਾਉਡ ਦਾ ਫੋਰਟੀਫਿਕੇਸ਼ਨ ਆਫ ਦੀਜ ਸੈਟਲਮੈਂਟ, ਪਰ ਉਹ ਇਸ ਜਿਹੜੇ ਏਰੀਏ ਸੀ ਇਹਨਾਂ ਦੀ ਕਿਲ੍ਹੇਬੰਦੀ ਨਹੀਂ ਕਰ ਸਕਦੇ ਸੀਗੇ। ਦੇ ਕੁੱਡ ਓਨਲੀ ਟਰੇਡ ਨਾ, ਉਹ ਸਿਰਫ ਉੱਥੇ ਵਪਾਰ ਕਰ ਸਕਦੇ। ਸੋ ਇਨ ਦਿਸ ਵੇ ਦਾ ਫਰੈਂਚ ਇਨਫਲੂਐਂਸ ਇਨ ਇੰਡੀਆ ਕੇਮ ਟੂ ਐਨ ਐਂਡ, ਇਸੇ ਤਰ੍ਹਾਂ ਜਿਹੜਾ ਫਰਾਂਸ ਸੀਗਾ ਉਹਦੇ ਜਿਹੜੇ ਫਰਾਂਸੀਸੀ ਸੀਗੇ ਉਹਨਾਂ ਦਾ ਅਧਿਕਾਰ ਇੰਡੀਆ 'ਤੇ ਜਿਹੜਾ ਸੀਗਾ ਘਟ ਗਿਆ ਸੀਗਾ। ਐਂਡ ਦਾ ਪੈਰਾਮਾਉਂਟੇਸੀ ਆਫ ਬ੍ਰਿਟਿਸ਼ ਕੰਪਨੀ ਵਾਜ਼ ਇਸਟੇਬਲਿਸ਼ਡ, ਜਿਹੜੇ ਅੰਗਰੇਜ਼ ਸੀਗੇ ਉਹਨਾਂ ਦੀ ਸਰਵਉੱਚਤਾ ਜਿਹੜੀ ਸੀਗੀ ਕਾਇਮ ਹੋ ਗਈ ਸੀ। ਨੈਕਸਟ ਦੇਖਦੇ ਹਾਂ ਦਾ ਕੌਨਕੁਐਸਟ ਆਫ ਬੰਗਾਲ ਬਾਏ ਬ੍ਰਿਟਿਸ਼ਰਸ, ਕਿ ਅੰਗਰੇਜ਼ਾਂ ਦੁਆਰਾ ਜਿਹੜੀ ਬੰਗਾਲ ਦੀ ਜਿੱਤ ਉਹ ਕਿਵੇਂ ਪ੍ਰਾਪਤ ਕੀਤੀ ਗਈ। ਦਾ ਬ੍ਰਿਟਿਸ਼ਰਸ ਬਾਰ ਟਰੇਡਿੰਗ ਵਿਦ ਬੰਗਾਲ ਫॉर ਆ ਲੌਂਗ ਟਾਈਮ, ਕਹਿੰਦੇ ਉਹ ਲੰਬੇ ਸਮੇਂ ਤੋਂ ਬੰਗਾਲ ਦੇ ਨਾਲ ਵਪਾਰ ਕਰ ਰਹੇ ਸੀਗੇ। 1717 AD ਦਾ ਮੁਗਲ ਇੰਪਰਰ ਗੇਵ ਬ੍ਰਿਟਿਸ਼ ਦਾ ਪ੍ਰੀਵੇਲੇਜ ਟੂ ਫ੍ਰੀ ਟਰੇਡ ਇਨ ਬੰਗਾਲ ਬਿਹਾਰ ਐਂਡ ਉੜੀਸਾ ਬਾਏ ਪੇਇੰਗ 300 ਰੁਪੀਜ਼ ਐਨੂਅਲ। 1717 ਈਸਵੀ ਵਿੱਚ ਕਹਿੰਦੇ ਜਿਹੜੇ ਬੰਗਾਲ ਦਾ ਜਿਹੜਾ ਬਾਦਸ਼ਾਹ ਸੀਗਾ, ਜਿਹਨਾਂ ਆਪਾਂ ਫਰੋਕਸੀਅਰ ਬਾਰੇ ਪੜ੍ਹਿਆ ਸੀ ਕਿ ਉਹਨੇ ਜਿਹੜੀ ਸੀ ਉਹਨਾਂ ਨੂੰ ਆਜ਼ਾਦੀ ਦਿੱਤੀ ਹੋਈ ਸੀ ਕਿ ਉਹ ਬੰਗਾਲ ਬਿਹਾਰ ਉੜੀਸਾ ਦੇ ਵਿੱਚ ਸਾਲਾਨਾ ਜਿਹੜਾ ਸੀ 3000 ਜਿਹੜਾ ਟੈਕਸ ਦੇ ਕੇ ਆਪਣਾ ਵਪਾਰ ਕਰ ਸਕਦੇ ਸੀ। ਬਟ ਦੇ ਆਰ ਨਾਟ ਪੇਇੰਗ ਐਨੀ ਟੈਕਸਸ ਔਨ ਦੇਅਰ ਪ੍ਰਾਈਵੇਟ ਟਰੇਡ, ਪਰ ਜਿਹੜਾ ਵੀ ਉਹ ਆਪਣਾ ਪ੍ਰਾਈਵੇਟ ਵਪਾਰ ਕਰਦੇ ਸੀ ਉਹਦਾ ਕੋਈ ਟੈਕਸ ਨਹੀਂ ਦਿੰਦੇ ਸੀਗੇ। ਸਰਾਜੂਦੌਲਾ ਕੁਡ ਨਾਟ ਟੋਲਰੇਟ ਦਿਸ ਬਿਕੋਜ਼ ਇਟ ਵਾਜ਼ ਅ ਗ੍ਰੇਟ ਲੋਸ ਟੂ ਦਾ ਸਟੇਟ ਟੈਰੇਸਰੀ। ਜਿਹੜਾ ਹੁਣ ਸਰਾਜੂਦੌਲਾ ਬਣਿਆ ਸੀਗਾ, ਨਵਾਬ ਬਣਿਆ ਸੀਗਾ, ਉਹ ਕਹਿੰਦੇ ਸੀਗਾ ਕਿ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਿਆ ਕਿਉਂਕਿ ਇਹਦੇ ਨਾਲ ਜਿਹੜੀ ਸਟੇਟ ਦਾ ਖਜ਼ਾਨਾ ਸੀ ਉਹਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਸੀ। ਇਨ 1756 AD ਸਰਾਜੂਦੌਲਾ ਬਿਕੇਮ ਦਾ ਨਵਾਬ ਆਫ ਬੰਗਾਲ, ਅਤੇ ਫਿਰ ਕਹਿੰਦੇ 1756 ਦੇ ਵਿੱਚ ਜਿਹੜਾ ਸਰਾਜੂਦੌਲਾ ਸੀਗਾ ਬੰਗਾਲ ਦਾ ਨਵਾਬ ਬਣਿਆ। ਬੰਗਾਲ ਵਾਜ ਵੈਰੀ ਇੰਪੋਰਟੈਂਟ ਫਰੋਮ ਦਾ ਟਰੇਡਿੰਗ ਪੁਆਇੰਟ ਆਫ ਵਿਊ, ਵਪਾਰਕ ਤੌਰ 'ਤੇ ਦੇਖਿਆ ਜਾਵੇ ਤਾਂ ਬੰਗਾਲ ਆ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਪਲੇਸ ਆ। ਸੋ ਦਾ ਬ੍ਰਿਟਿਸ਼ ਐਂਡ ਫਰੈਂਚ ਸਟਾਰਟਡ ਦਾ ਫਾਰਟੀਫਿਕੇਸ਼ਨ ਇਨ ਕੋਲਕਾਤਾ। ਹੁਣ ਜਿਹੜੇ ਬ੍ਰਿਟਿਸ਼ ਅਤੇ ਜਿਹੜੇ ਫਰਾਂਸੀਸੀ ਸੀਗੇ ਉਹਨਾਂ ਨੇ ਕੀ ਕੀਤਾ ਕਿ ਕਲਕੱਤੇ ਦੀ ਕਿਲ੍ਹੇਬੰਦੀ ਕਰਨੀ ਸ਼ੁਰੂ ਕਰਤੀ। ਇਹਦੇ ਨਾਲ ਕੀ ਹੋਇਆ ਕਿ ਸਰਾਜੂਦੌਲਾ ਕੁਡ ਨਾਟ ਟੋਲਰੇਟ ਦਿਸ ਬਿਕੋਜ਼ ਦਿਸ ਕੁਡ ਅਰਾਈਜ਼ ਆ ਡੇਂਜਰ ਟੂ ਹਿਸ ਰੂਲ। ਜਿਹੜਾ ਸਰਾਜੂਦੌਲਾ ਸੀ ਉਹਨੂੰ ਇਹ ਚੀਜ਼ ਕੀ ਸੀਗੀ ਪਸੰਦ ਨਹੀਂ ਸੀ, ਉਹ ਬਰਦਾਸ਼ਤ ਨਹੀਂ ਕਰ ਸਕਿਆ ਕਿਉਂਕਿ ਉਹਨੂੰ ਲੱਗਦਾ ਸੀ ਕਿ ਉਹਦੇ ਰਾਜ ਲਈ ਅੱਗੇ ਜਾ ਕੇ ਕੀ ਆ ਡੇਂਜਰ, ਇੱਕ ਖਤਰਾ ਬਣ ਸਕਦੇ ਆ। ਸੋ ਹੀ ਟਰਾਈਡ ਟੂ ਸਟੋਪ ਬ੍ਰਿਟਿਸ਼ਰਸ ਐਂਡ ਫਰੈਂਚ ਅਗੇਂਸਟ ਫਾਰਟੀਫਿਕੇਸ਼ਨ, ਅਤੇ ਉਹਨਾਂ ਨੇ ਕੀ ਸੀਗਾ ਕਿ ਇਹਨਾਂ ਦਾ ਵਿਰੋਧ ਕਰ ਦਿੱਤਾ, ਉਹਨਾਂ ਨੂੰ ਕਿਲ੍ਹੇਬੰਦੀ ਕਰਨ ਤੋਂ ਮਨਾ ਕਰਤਾ, ਉਹਨਾਂ ਨੂੰ ਰੋਕਤਾ। The British refused to accept in but the French accepted the term of ਸਰਾਜੂਦੌਲਾ। ਜਿਹੜੇ ਫਰਾਂਸੀਸੀ ਸੀਗੇ ਉਹਨਾਂ ਨੇ ਤਾਂ ਸਰਾਜੂਦੌਲਾ ਦੀ ਗੱਲ ਮੰਨ ਲਈ ਸੀ, ਪਰ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਜਿਹੜੀ ਸੀਗੀ ਸਰਾਜੂਦੌਲਾ ਦੀ ਗੱਲ ਨਹੀਂ ਮੰਨੀ ਸੀਗੀ। ਨੈਕਸਟ ਕੀ ਹੋਇਆ ਫਿਰ, The French accepted the term of ਸਰਾਜੂਦੌਲਾ and British refused to do so by getting angry over this ਸਰਾਜੂਦੌਲਾ with the help of his army occupied the settlement of the Britishers in Kolkata। ਕਿ ਜਿਹੜਾ ਸਰਾਜੂਦੌਲਾ ਸੀਗਾ ਉਹਨੇ ਨਾਰਾਜ਼ ਹੋ ਕੇ ਕਲਕੱਤਾ ਦੇ ਵਿੱਚ ਜਿਹੜੀਆਂ ਅੰਗਰੇਜ਼ਾਂ ਦੀਆਂ ਬਸਤੀਆਂ ਸੀ ਉਹਦੇ 'ਤੇ ਅਧਿਕਾਰ ਕਰ ਲਿਆ ਸੀਗਾ। After some time the Britishers again occupied control over their settlement। ਸਰਾਜੂਦੌਲਾ got enraged and moved forward to turn the Britishers out of Calcutta। ਪਰ ਕੁਝ ਸਮੇਂ ਬਾਅਦ ਜੇ ਕਹਿੰਦੇ ਕੀ ਸੀਗਾ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਆਪਣੀਆਂ ਬਸਤੀਆਂ 'ਤੇ ਮੁੜ ਕਬਜ਼ਾ ਕਰ ਲਿਆ ਸੀ। ਇਸ ਕਰਕੇ ਜਿਹੜਾ ਸਰਾਜੂਦੌਲਾ ਸੀ ਉਹਨੂੰ ਹੁਣ ਬਹੁਤ ਜ਼ਿਆਦਾ ਐਂਗਰੀ, ਮਤਲਬ ਉਹ ਬਹੁਤ ਜ਼ਿਆਦਾ ਗੁੱਸੇ ਹੋ ਗਿਆ ਸੀ ਅਤੇ ਉਹ ਅੰਗਰੇਜ਼ਾਂ ਨੂੰ ਕਲਕੱਤੇ ਵਿੱਚੋਂ ਕੱਢਣ ਲਈ ਜਿਹੜਾ ਸੀਗਾ ਕਲਕੱਤੇ ਵੱਲ ਚੱਲ ਪਿਆ ਸੀਗਾ। ਕਲਾਈਵ ਡਿਫੀਟਡ ਦਾ ਫੋਰਸ ਆਫ ਸਰਾਜੂਦੌਲਾ। ਜਿਹੜਾ ਉੱਥੇ ਉਸ ਟਾਈਮ ਸੀਗਾ ਅੰਗਰੇਜ਼ਾਂ ਦਾ ਜਿਹੜਾ ਸੀਗਾ ਕੈਪਟਨ ਸੀਗਾ ਉਹ ਸੀਗਾ ਲਾਰਡ ਕਲਾਈਵ ਸੀਗਾ, ਰੋਬਰਟ ਕਲਾਈਵ। ਉਹਨੇ ਜਿਹੜਾ ਸੀਗਾ ਸਰਾਜੂਦੌਲਾ ਦੀ ਫੌਜ ਜਿਹੜੀ ਸੀ ਉਹਨੂੰ ਹਰਾਤਾ ਸੀਗਾ। ਜਦੋਂ ਉਹਨੂੰ ਹਰਾਤਾ ਉਹ ਤੋਂ ਬਾਅਦ ਕੀ ਹੋਇਆ, ਨੈਕਸਟ ਆਪਾਂ ਦੇਖਦੇ ਹਾਂ।
ਹੀ ਸਾਈਨਡ ਅ ਟਰੀਟੀ ਵਿਦ ਦਾ ਬ੍ਰਿਟਿਸ਼ਰਸ, ਅਤੇ ਉਹਨੇ ਅੰਗਰੇਜ਼ਾਂ ਨਾਲ ਇੱਕ ਸੰਧੀ ਸਥਾਪਿਤ ਕੀਤੀ। ਅਕੋਰਡਿੰਗ ਟੂ ਦਿਸ ਟਰੀਟੀ ਬ੍ਰਿਟਿਸ਼ ਟਰਾਈਡ ਟੂ ਰਿਮੂਵ ਸਰਾਜੂਦੋਲਾ ਫਰੋਮ ਦਾ ਥਰੋਨ ਵਿਚ ਬਿਕੇਮ ਦਾ ਕਾਜ਼ ਆਫ ਬੈਟਲ ਆਫ ਪਲਾਸੀ। ਉਹਨੇ ਕੀ ਆ ਕਿ ਇੱਕ ਸੰਧੀ ਕਰਕੇ ਇਹ ਕਹਿਤਾ ਕਿ ਜਿਹੜਾ ਸਰਾਜੂਦੋਲਾ ਵਾ ਉਹਨੂੰ ਜਿਹੜਾ ਹੈਗਾ ਵਾ ਥਰੋਨ ਤੋਂ ਉਤਾਰ ਦਿੱਤਾ ਜਾਵੇ, ਮਤਲਬ ਉਹਨੂੰ ਉਹਦੇ ਰਾਜ ਤੋਂ ਉਤਾਰ ਦਿੱਤਾ ਜਾਵੇ। ਠੀਕ ਆ, ਇਹੀ ਕਾਰਨ ਸੀਗਾ ਜਿਹੜਾ ਕਿ ਉਹਨਾਂ ਵਿੱਚ ਪਲਾਸੀ ਦੇ ਯੁੱਧ ਦਾ ਮੇਨ ਕਾਰਨ ਜਿਹੜਾ ਬਣਿਆ ਸੀਗਾ। ਅੱਗੇ ਦੇਖਦੇ ਹਾਂ। ਬੈਟਲ ਆਫ ਪਲਾਸੀ 1757 AD। ਇਹ ਇੰਪੋਰਟੈਂਟ ਆ ਕਿ ਪਲਾਸੀ ਦਾ ਯੁੱਧ ਕਦੋਂ ਹੋਇਆ, 1757 ਈਸਵੀ ਦੇ ਵਿੱਚ। ਦਾ ਬੈਟਲ ਆਫ ਪਲਾਸੀ ਵਾਜ ਫੌਟ ਬਟਵੀਨ ਸਰਾਜੂਦੋਲਾ ਐਂਡ ਬ੍ਰਿਟਿਸ਼। ਹਾਂਜੀ, ਪਲਾਸੀ ਦਾ ਜੋ ਯੁੱਧ ਸੀਗਾ ਉਹ ਸਰਾਜੂਦੋਲਾ ਨਵਾਬ ਜਿਹੜਾ ਸਰਾਜੂਦੋਲਾ ਸੀ ਉਹਦੇ ਵਿੱਚ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਇਆ ਸੀ ਔਨ 23 ਜੂਨ 1757 AD ਨੂੰ ਐਟ ਦਾ ਪਲੇਸ ਨੇਮਡ ਪਲਾਸੀ। ਇਹ ਇੰਪੋਰਟੈਂਟ ਹੈ, ਯਾਦ ਰੱਖੋ ਕਿ ਕਿਹਦੇ ਵਿੱਚ ਹੋਇਆ ਸੀ, ਨਵਾਬ ਸਰਾਜੂਦੋਲਾ ਅਤੇ ਅੰਗਰੇਜ਼ਾਂ ਦੇ ਵਿਚਕਾਰ 23 ਜੂਨ 1757 ਈਸਵੀ ਨੂੰ ਹੋਇਆ ਸੀ ਪਲਾਸੀ ਨਾਂ ਦੇ ਸਥਾਨ 'ਤੇ। ਰੋਬਰਟ ਕਲਾਈਵ ਲੀਡ ਦਾ ਬ੍ਰਿਟਿਸ਼ ਫੋਰਸ, ਜਿਹੜੀ ਬ੍ਰਿਟਿਸ਼ ਅੰਗਰੇਜ਼ੀ ਸੈਨਾ ਸੀ ਉਹਨੂੰ ਕੌਣ ਜਿਹੜਾ ਸੀਗਾ ਲੀਡ ਕਰ ਰਿਹਾ ਸੀਗਾ, ਰੋਬਰਟ ਕਲਾਈਵ। ਮੀਰ ਜਾਫਰ ਐਂਡ ਰਾਏ ਦੁਰਲੱਭ ਹੂ ਵਰ ਲੀਡਿੰਗ ਦਾ ਮੇਜਰ ਪਾਰਟ ਆਫ ਦਾ ਨਵਾਬਜ਼ ਆਰਮੀ। ਇਹ ਜਿਹੜਾ ਸੀਗਾ ਨਵਾਬ ਜਿਹੜਾ ਸੀ ਸਰਾਜੂਦੋਲਾ ਉਹਦੀ ਆਰਮੀ ਦੇ ਜਿਹੜੇ ਮੁੱਖ ਸੀਗੇ। ਡਿਡ ਨਾਟ ਪਾਰਟੀਸਪੇਟ ਇਨ ਦਾ ਬੈਟਲ, ਪਰ ਇਹਨਾਂ ਨੇ ਕੀ ਸੀਗਾ ਕਿ ਯੁੱਧ ਵਿੱਚ ਪਾਰਟੀਸਪੇਟ ਨਹੀਂ ਕੀਤਾ ਸੀ। ਬਿਕੋਜ਼ ਦੀਜ਼ ਟ੍ਰੇਟਰਸ ਹੈਜ਼ ਦਾ ਕੌਨਸਪੀਰੇਸੀ ਅਗੇਂਸਟ ਨਵਾਬ ਵਿਦ ਦਾ ਬ੍ਰਿਟਿਸ਼ਰਸ, ਕਿਉਂਕਿ ਇਹ ਜਿਹੜੇ ਸੀਗੇ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਸੀਗੇ ਅਤੇ ਨਵਾਬ ਨੂੰ ਇਹ ਵੀ ਗੱਦੀ ਤੋਂ ਉਤਾਰਨ ਦੇ ਵਿੱਚ ਹੀ ਉਹਨਾਂ ਦੇ ਨਾਲ ਹੀ ਸ਼ਾਮਲ ਸੀ। ਦਾ ਨਵਾਬ ਵਿਦ ਹਿਜ਼ ਆਰਮੀ ਫੇਸਡ ਦਾ ਐਨੇਮੀ ਬਰੇਵਲੀ ਬਟ ਵਾਜ਼ ਡਿਫੀਟਡ। ਨਵਾਬ ਜਿਹੜਾ ਸੀਗਾ ਇਨ ਦਾ ਐਂਡ, ਨਵਾਬ ਜਿਹੜਾ ਸੀ ਕਹਿੰਦਾ ਉਹਨੇ ਫਿਰ ਵੀ ਬਹੁਤ ਬਹਾਦਰੀ ਦੇ ਨਾਲ ਜਿਹੜਾ ਸੀ ਯੁੱਧ ਦੇ ਵਿੱਚ ਸੀਗਾ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਸੀਗਾ, ਬਟ ਐਂਡ ਵਿੱਚ ਉਹਨਾਂ ਨੂੰ ਕੀ ਸੀ, ਹਾਰਨਾ ਪਿਆ ਸੀ, ਕਿਉਂਕਿ ਉਹਦੇ ਜਿਹੜੇ ਮੇਨ ਬੰਦੇ ਸੀਗੇ ਉਹੀ ਜਿਹੜੇ ਸੀਗੇ ਉਹਦੇ ਨਾਲ ਚੀਟ ਕਰ ਰਹੇ ਸੀ। ਦਾ ਬ੍ਰਿਟਿਸ਼ਰਸ ਮੇਡ ਹਿਮ ਪ੍ਰੀਸੋਨਰ ਐਂਡ ਲੇਟਰ ਔਨ ਹੀ ਵਾਜ਼ ਕਿਲਡ, ਅਤੇ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਨੇ ਜਿਹੜਾ ਸੀਗਾ ਨਵਾਬ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਸੀ, ਕੈਦੀ ਬਣਾ ਲਿਆ ਸੀ ਅਤੇ ਬਾਅਦ ਵਿੱਚ ਉਸਨੂੰ ਮਾਰ ਦਿੱਤਾ ਸੀਗਾ। ਕਲਾਈਵ ਪੁੱਟ ਮੀਰ ਜਾਫਰ ਔਨ ਦਾ ਥਰੋਨ ਆਫ ਬੰਗਾਲ। ਦੈਨ ਕਲਾਈਵ ਨੇ ਜਿਹੜਾ ਸੀਗਾ ਬੰਗਾਲ ਦੇ ਥਰੋਨ 'ਤੇ ਜਿਹੜਾ ਸੀਗਾ ਰਾਜ ਗੱਦੀ 'ਤੇ ਕਿਹਨੂੰ ਬਿਠਾਤਾ ਸੀ, ਮੀਰ ਜਾਫਰ ਨੂੰ। ਹੀ ਵਾਜ ਜਸਟ ਆ ਪਪਿਟ ਇਨ ਦਾ ਹੈਂਡਸ ਆਫ ਦਾ ਬ੍ਰਿਟਿਸ਼। ਪਪਿਟ ਮਤਲਬ ਕਿ ਉਹ ਹਮੇਸ਼ਾ ਜਿਹੜਾ ਸੀਗਾ ਸਿਰਫ ਅੰਗਰੇਜ਼ਾਂ ਦੇ ਹੱਥਾਂ ਦੀ ਇੱਕ ਕਠਪੁਤਲੀ ਬਣਿਆ ਹੋਇਆ ਸੀਗਾ। ਦਾ ਰੀਅਲ ਪਾਵਰਸ ਬਾਜ਼ ਇਨ ਦਾ ਹੈਂਡਸ ਆਫ ਬ੍ਰਿਟਿਸ਼ ਗਵਰਨਰ ਕਲਾਈਵ। ਜਿਹੜੀਆਂ ਅਸਲੀ ਸ਼ਕਤੀਆਂ ਸੀ ਉਹ ਕਿਹਦੇ ਹੱਥ ਵਿੱਚ ਸੀ, ਅੰਗਰੇਜ਼ਾਂ ਦਾ ਜਿਹੜਾ ਗਵਰਨਰ ਸੀਗਾ ਕਲਾਈਵ ਉਹਦੇ ਹੱਥ ਵਿੱਚ। ਬਟ ਸਟਿਲ ਦਾ ਬ੍ਰਿਟਿਸ਼ਰਸ ਬਾਰ ਨਾਟ ਹੈਪੀ, ਪਰ ਹਲੇ ਵੀ ਜਿਹੜੇ ਅੰਗਰੇਜ਼ ਸੀ ਉਹ ਖੁਸ਼ ਨਹੀਂ ਸੀਗੇ। ਦਾ ਬ੍ਰਿਟਿਸ਼ਰ ਰਿਮੂਵਡ ਮੀਰ ਜਾਫਰ ਐਂਡ ਪੁੱਟ ਮੀਰ ਕਾਸਿਮ ਔਨ ਦਾ ਥਰੋਨ। ਉਹਨਾਂ ਨੇ ਮੀਰ ਜਾਫਰ ਨੂੰ ਗੱਦੀ ਤੋਂ ਉਤਾਰਤਾ। ਦੈਨ ਗੱਦੀ 'ਤੇ ਕਿਹਨੂੰ ਬਿਠਾ ਲਿਆ, ਮੀਰ ਜਾਫਰ ਦੀ ਥਾਂ 'ਤੇ ਮੀਰ ਕਾਸਿਮ ਨੂੰ ਜਿਹੜਾ ਸੀਗਾ ਰਾਜ ਗੱਦੀ 'ਤੇ ਬਿਠਾਤਾ। ਅੱਗੇ ਦੇਖਦੇ ਹਾਂ। ਆਫਟਰ ਬਿਕਮਿੰਗ ਨਵਾਬ, ਹੁਣ ਨਵਾਬ ਬਣਨ ਤੋਂ ਬਾਅਦ ਮੀਰ ਕਾਸਿਮ ਟਰਾਈਡ ਟੂ ਗੈਟ ਹਮਸੈਲਫ ਫਰੀ ਫਰੋਮ ਦਾ ਇਨਫਲੂਐਂਸ ਆਫ ਬ੍ਰਿਟਿਸ਼ਰਸ। ਉਹ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਜਿਹੜਾ ਸੀਗਾ ਆਜ਼ਾਦ ਕਰਨਾ ਚਾਹੁੰਦਾ ਸੀ। ਹੀ ਮੇਡ ਮੁੰਗੇਰ ਹਿਜ਼ ਕੈਪੀਟਲ ਇਨ ਪਲੇਸ ਆਫ ਮੁਰਸ਼ਿਦਾਬਾਦ ਦੀ ਥਾਂ 'ਤੇ ਉਹਨੇ ਆਪਣੀ ਰਾਜਧਾਨੀ ਕਿਹਦੀ ਬਣਾ ਲਈ ਸੀ, ਮੁੰਗੇਰ ਬਣਾ ਲਈ ਸੀਗੀ। ਠੀਕ ਹੈ, ਕਿਹਨੇ ਬਣਾਈ ਸੀਗੀ, ਕਈ ਵਾਰ ਕੁਐਸਚਨ ਪੁੱਛ ਲੈਂਦੇ ਆ ਕਿ ਆਪਣੀ ਜਿਹੜੀ ਰਾਜਧਾਨੀ ਸੀਗੀ ਉਹ ਮੁਰਸ਼ਿਦਾਬਾਦ ਤੋਂ ਬਦਲ ਕੇ ਮੁੰਗੇਰ ਕਿਹਨੇ ਕੀਤੀ ਸੀ, ਤਾਂ ਉਹ ਕੀਤੀ ਸੀ ਮੀਰ ਕਾਸਿਮ ਨੇ। ਹੀ ਰਿਮੂਵਡ ਦੋਜ਼ ਆਫਿਸਰਸ ਫਰੋਮ ਹਿਜ਼ ਕੋਰਟ ਹੂ ਆਰ ਲੋਇਲ ਟੂ ਬ੍ਰਿਟਿਸ਼। ਉਹਨੇ ਉਹ ਜਿਹੜੇ ਸੀਗੇ ਆਫਿਸਰ ਉਹਨੂੰ ਲੱਗਦਾ ਸੀ ਨਾ ਵੀ ਅੰਗਰੇਜ਼ਾਂ ਦੇ ਵਫਾਦਾਰ ਨੇ, ਉਹ ਵੀ ਆਪਦੇ ਦਰਬਾਰ 'ਚੋਂ ਹਟਾਤੇ ਸੀ। ਟੂ ਗਿਵ ਹਿਜ਼ ਸੋਲਜਰਸ, ਦੈਨ ਮੈਨੂੰ ਸਾਫ਼ ਦਿਖ ਨਹੀਂ ਰਿਹਾ ਇੱਥੇ ਕੀ ਲਿਖਿਆ ਹੋਇਆ, ਅਰਨਿੰਗ ਇਨ ਮਾਡਰਨ ਟੈਕਨੀਕਸ ਆਫ ਵਾਰਸ। ਹਾਂਜੀ ਠੀਕ ਆ, ਇੱਥੇ ਇਹ ਹੈ ਕਿ ਉਹਨੇ ਜਿਹੜਾ ਆਪਣੀ ਸੈਨਾ ਸੀ ਉਹਨੂੰ ਨਵੇਂ ਤਰੀਕੇ ਦੇ ਜਿਹੜੇ ਸੀਗੇ ਯੁੱਧ ਦੀਆਂ ਤਕਨੀਕਾਂ ਸੀਗੀਆਂ ਉਹ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਟ੍ਰੇਨਿੰਗ ਮਤਲਬ ਦੇਣੀ ਸ਼ੁਰੂ ਕਰ ਦਿੱਤੀ ਸੀ। ਇੱਥੇ ਟ੍ਰੇਨਿੰਗ ਵਰਡ ਆ। ਹੀ ਅਪੁਆਇੰਟਡ ਯੂਰਪੀਅਨ ਆਫਿਸਰਸ, ਅਤੇ ਇਹਦੇ ਬਿਨਾਂ ਕੀ ਹੈ ਕਿ ਉਹਨੇ ਯੂਰਪੀਅਨ ਆਫਿਸਰ ਵੀ ਅਪੁਆਇੰਟ ਕਰਨੇ ਸ਼ੁਰੂ ਕਰ ਦਿੱਤੇ ਸੀ। ਹੀ ਰਿਮੂਵ ਦਾ ਟੈਕਸਸ ਇੰਪੋਸਡ ਔਨ ਇੰਡੀਅਨ ਟਰੇਡਰਸ ਸੋ ਦੈਟ ਦਾ ਇੰਡੀਅਨ ਐਂਡ ਬ੍ਰਿਟਿਸ਼ਰਸ ਕੁੱਡ ਟਰੇਡ ਅੰਡਰ ਯੂਨੀਫਾਰਮ ਰੂਲਸ। ਉਹਨੇ ਨਾਲ ਹੀ ਇਹ ਕੀਤਾ ਕਿ ਜਿਹੜਾ ਵਪਾਰ ਸੀਗਾ ਇੰਡੀਆ ਦਾ, ਜਿਹੜਾ ਵਪਾਰ ਸੀਗਾ ਉਹ ਵੀ ਕੀ ਸੀਗਾ ਕਿ ਆਜ਼ਾਦ ਕਰਤਾ ਸੀਗਾ ਇੰਡੀਆ ਦੇ ਲੋਕਾਂ ਨੂੰ ਵੀ ਟੈਕਸ ਤੋਂ।
ਜਿਵੇਂ ਮਤਲਬ ਅੰਗਰੇਜ਼ ਵਪਾਰ ਕਰਦੇ ਸੀਗੇ ਆਪਣਾ ਹੈ ਨਾ ਬਿਨਾਂ ਕਿਸੇ ਟੈਕਸ ਤੋਂ ਕਰਨ ਲੱਗੇ ਸੀ, ਉਵੇਂ ਉਹਨਾਂ ਨੇ ਇੰਡੀਅਨਸ ਲਈ ਵੀ ਕਰਤਾ ਸੀਗਾ, ਸਾਰਿਆਂ ਲਈ ਇੱਕੋ ਜਿਹੇ ਰੂਲ ਬਣਾਤੇ ਸੀਗੇ। The Britishers suffered losses due to it and declared war against ਨਵਾਬ। ਜਿਹੜੇ ਬ੍ਰਿਟਿਸ਼ ਸੀਗੇ ਇਹਦੇ ਨਾਲ ਉਹਨਾਂ ਨੂੰ ਕਿਸੇ ਨੁਕਸਾਨ ਹੋਣ ਲੱਗ ਗਿਆ ਸੀ ਅਤੇ ਉਹਨਾਂ ਨੇ ਜਿਹੜਾ ਸੀਗਾ ਨਵਾਬ ਦੇ ਵਿਰੁੱਧ ਜਿਹੜਾ ਸੀ ਆਪਣਾ ਯੁੱਧ ਕਰਨ ਦਾ ਐਲਾਨ ਕਰਤਾ ਸੀਗਾ। The Britishers besieged the ਨਵਾਬ in Katwa in 1763 AD and defeated in Suti and Udinala palaces Mir Qasim who fled to Awadh from ਬੰਗਾਲ। ਉਹਨਾਂ ਨੇ ਕੀ ਕੀਤਾ ਕਿ 1763 ਈਸਵੀ ਵਿੱਚ ਕਟਵਾ ਜਿਹੜਾ ਸੀਗਾ ਹੈ ਨਾ ਉੱਥੇ ਉਹਨੂੰ ਜਿਹੜਾ ਸੀ ਘੇਰਿਆ ਸੀ ਸੂਤੀ ਅਤੇ ਉਹਦੇ ਨਾਲਾਂ ਦੇ ਜਿਹੜੇ ਸਥਾਨਾਂ 'ਤੇ ਹਰਾਤਾ ਸੀਗਾ ਜਿਹੜਾ ਨਵਾਬ ਸੀਗਾ ਉਹਨੂੰ ਅੰਗਰੇਜ਼ਾਂ ਨੇ। ਅਤੇ ਨਵਾਬ ਜਿਹੜਾ ਮੀਰ ਕਾਸਮ ਸੀਗਾ ਉਹ ਉਹਨਾਂ ਤੋਂ ਬਚ ਕੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸੀਗਾ ਅਵਧ ਭੱਜ ਗਿਆ ਸੀਗਾ ਬੰਗਾਲ ਤੋਂ। ਨੈਕਸਟ ਹੈਗਾ ਬੈਟਲ ਆਫ ਬਕਸਰ 1746 AD ਕਿ ਬਕਸਰ ਦਾ ਯੁੱਧ ਕਦੋਂ ਹੋਇਆ? 1746 ਈਸਵੀ ਵਿੱਚ ਹੋਇਆ। ਮੀਰ ਕਾਸਿਮ ਡਿਮਾਂਡਡ ਮਿਲਟਰੀ ਹੈਲਪ ਫਰੋਮ ਦਾ ਨਵਾਬ ਆਫ ਅਵਧ ਅਗੇਂਸਟ ਬ੍ਰਿਟਿਸ਼ਰਸ। ਜਿਹੜਾ ਮੀਰ ਕਾਸਿਮ ਸੀਗਾ ਉਹਨੇ ਅਵਧ ਦੇ ਨਵਾਬ ਜਿਹੜਾ ਸੀਗਾ ਉਹ ਤੋਂ ਸਹਾਇਤਾ ਮੰਗੀ। ਸਜਾਉਦੌਲਾ ਸੀਗਾ ਜਿਹੜਾ ਅਵਧ ਦਾ ਨਵਾਬ ਉਸ ਦੇ ਟਾਈਮ, ਕਿ ਉਹਦੀ ਹੈਲਪ ਕਰੇ ਕਿਹਦੇ ਵਿਰੁੱਧ ਲੜਨ ਦੇ ਲਈ? ਅੰਗਰੇਜ਼ਾਂ ਦੇ ਵਿਰੁੱਧ ਲੜਨ ਦੇ ਲਈ। ਐਟ ਦਿਸ ਟਾਈਮ ਮੁਗਲ ਇੰਪਰਰ ਸ਼ਾਹ ਆਲਮ ਸੈਕਿੰਡ ਵਾਜ ਆਲਸੋ ਇਨ ਅਵਧ। ਉਸੇ ਟਾਈਮ ਹੀ ਜਿਹੜਾ ਮੁਗਲ ਜਿਹੜਾ ਰਾਜਾ ਸੀਗਾ ਸ਼ਾਹ ਆਲਮ ਦੂਜਾ ਜਿਹੜਾ ਸੀਗਾ ਉਹ ਵੀ ਉਹਦੇ ਦਰਬਾਰ ਵਿੱਚ ਹੀ ਸੀਗਾ, ਅਵਧ 'ਚ ਹੀ ਸੀਗਾ। The armies of Mir Qasim, Sirajuddaulah and Shah Alam II reached in the field of Buxar। ਇਹ ਤਿੰਨੇ ਜਾਣੇ ਜਿਹੜੇ ਸੀਗੇ ਕੌਣ ਕੌਣ? ਮੀਰ ਕਾਸਿਮ, ਸਿਰਾਜੁਦੌਲਾ ਐਂਡ ਸ਼ਾਹ ਆਲਮ II ਕਿੱਥੇ ਪਹੁੰਚ ਗਏ? ਬਕਸਰ ਦੇ ਮੈਦਾਨ ਵਿੱਚ ਪਹੁੰਚ ਗਏ। On the other side ਮੇਜਰ ਮੁਨਰੋ with his army also reached ਬਕਸਰ। ਫਿਰ ਦੂਜੇ ਪਾਸੇ ਜਿਹੜਾ ਅੰਗਰੇਜ਼ਾਂ ਦਾ ਸੀਗਾ ਕੌਣ ਸੀਗਾ? ਉਹ ਮੇਜਰ ਮੁਨਰੋ, ਉਹ ਵੀ ਆਪਣੀ ਸੈਨਾ ਦੇ ਨਾਲ ਬਕਸਰ ਦੇ ਮੈਦਾਨ ਵਿੱਚ ਪਹੁੰਚ ਗਿਆ ਸੀ। ਔਨ 23 ਅਕਤੂਬਰ 1764 AD ਆ ਫਾਇਰਸ ਬੈਟਲ ਬਾਜ ਫੋਟ ਬਿਟਵੀਨ ਬੋਥ ਫੋਰਸਸ। ਅਤੇ 23 ਅਕਤੂਬਰ 1764 ਈਸਵੀ ਵਿੱਚ ਇਹਨਾਂ ਜਿਹੜਾ ਸੀਗਾ ਦੋਨਾਂ ਸ਼ਕਤੀਆਂ ਦੇ ਵਿੱਚ ਜਿਹੜਾ ਇੱਕ ਘਮਾਸਾਨ ਦਾ ਯੁੱਧ ਹੋਇਆ ਸੀ। ਇਨ ਦਿਸ ਬੈਟਲ ਬ੍ਰਿਟਿਸ਼ਰਸ ਗਾਟ ਵਿਕਟੋਰੀਅਸ। ਸਿਰਾਜੁਦੌਲਾ ਐਂਡ ਸ਼ਾਹ ਆਲਮ II ਸਾਈਨਡ ਅ ਟ੍ਰੀਟੀ ਵਿਦ ਦਾ ਬ੍ਰਿਟਿਸ਼ਰਸ ਐਂਡ ਮੀਰ ਕਾਸਿਮ ਫਲੈਡ ਫਰੋਮ ਦਾ ਬੈਟਲ ਫੀਲਡ। ਇਸ ਯੁੱਧ ਵਿੱਚ ਹੁਣ ਕਹਿੰਦੇ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਣ ਲੱਗ ਗਈ ਸੀਗੀ। ਜਦੋਂ 23 ਅਕਤੂਬਰ 1764 ਨੂੰ ਦੋਨਾਂ ਵਿੱਚ ਘਮਾਸਾਨ ਦੀ ਲੜਾਈ ਹੋਈ ਸੀਗੀ, ਅੰਗਰੇਜ਼ ਜਿੱਤ ਗਏ ਸੀ। ਤਾਂ ਜਿਹੜਾ ਸਜਾਉਦੌਲਾ ਸੀਗਾ, ਇੱਥੇ ਸਿਰਾਜੁਦੌਲਾ ਗਲਤ ਲਿਖਿਆ ਹੋਇਆ, ਇੱਥੇ ਸਜਾਉਦੌਲਾ ਅਸਲ 'ਚ ਸਜਾਉਦੌਲਾ ਜਿਹੜਾ ਸੀਗਾ ਅਤੇ ਸ਼ਾਹ ਆਲਮ ਦੂਜਾ ਸੀਗਾ ਜਿਹੜਾ ਉਹਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਸੀ। ਅਤੇ ਜਿਹੜਾ ਮੀਰ ਕਾਸਮ ਸੀਗਾ ਲੜਾਈ ਦੇ ਮੈਦਾਨ ਵਿੱਚੋਂ ਫਿਰ ਇੱਕ ਵਾਰ ਭੱਜ ਗਿਆ ਸੀਗਾ। ਨੈਕਸਟ ਦੇਖਦੇ ਹਾਂ A treaty of Allahabad was signed among Britishers, Sajaudollah and Shah Alam in 1765 AD। ਦੇਖੋ ਇਲਾਹਾਬਾਦ ਦੀ ਸੰਧੀ ਕਿਹਦੇ ਵਿੱਚ ਹੋਈ? ਸਜਾਉਦੌਲਾ ਅੰਗਰੇਜ਼ ਅਤੇ ਸ਼ਾਹ ਆਲਮ ਜਿਹੜਾ ਸੀਗਾ ਉਹਦੇ ਵਿਚਕਾਰ ਹੋਈ ਸੀ 1765 ਈਸਵੀ ਦੇ ਵਿੱਚ। ਅਕੋਰਡਿੰਗ ਟੂ ਦਿਸ ਟ੍ਰੀਟੀ ਦਾ ਟੈਰੀਟਰੀ ਆਫ ਅਵਧ ਵਾਜ਼ ਗਿਵਨ ਬੈਕ ਟੂ ਸਜਾਉਦੌਲਾ ਫੋਰ ₹5 ਲੱਖ। ਇਹਦੇ ਵਿੱਚ ਕੀ ਹੋਇਆ ਕਿ ਜਿਹੜਾ ਅਵਧ ਸੀਗਾ ਉਹ ਨਵਾਬ ਸਜਾਉਦੌਲਾ ਨੂੰ ਦੇ ਦਿੱਤਾ ਗਿਆ, ਪਰ ਉਹਦੇ ਬਦਲੇ ਕੀ ਸੀਗਾ ਕਿ ਉਹਨੂੰ 50 ਲੱਖ ਜਿਹੜੇ ਰੁਪਏ ਆ ਉਹ ਦੇਣੇ ਪਏ ਸੀਗੇ। ਉਹਦੇ ਬਦਲੇ ਹੀ ਉਹਨੂੰ ਉਹਦਾ ਇਲਾਕਾ ਜਿਹੜਾ ਸੀ ਵਾਪਸ ਮਿਲਿਆ ਸੀਗਾ। ਦਾ ਕੰਪਨੀ ਗੋਟ ਦਾ ਰਾਈਟ ਟੂ ਫਰੀ ਟਰੇਡ ਇਨ ਅਵਧ। ਜਿਹੜੀ ਕੰਪਨੀ ਸੀਗੀ ਉਹਨੂੰ ਹੁਣ ਫਰੀ ਜਿਹੜਾ ਸੀਗਾ ਅਧਿਕਾਰ ਮਿਲ ਗਿਆ ਸੀਗਾ ਅਵਧ ਦੇ ਨਾਲ ਵਪਾਰ ਕਰਨ ਦਾ। ਦਾ ਨਵਾਬ ਆਫ ਅਵਧ ਐਕਸੈਪਟਡ ਟੂ ਕੀਪ ਦਾ ਬ੍ਰਿਟਿਸ਼ ਆਰਮੀ ਐਂਡ ਟੂ ਬੀਅਰ ਇਟਸ ਐਕਸਪੈਂਸਿਸ। ਹੁਣ ਜਿਹੜਾ ਅਵਧ ਦਾ ਨਵਾਬ ਸੀਗਾ ਉਹਨੇ ਜਿਹੜੀ ਸੀਗੀ ਈਸਟ ਇੰਡੀਆ ਕੰਪਨੀ ਸੀ ਉਹਨੂੰ ਵਪਾਰ ਕਰਨ ਦੀ ਜਿਹੜੀ ਪ੍ਰਵਾਨਗੀ ਸੀਗੀ ਦੇਤੀ ਸੀਗੀ ਅਵਧ ਦੇ ਵਿੱਚ। ਦਾ ਨਵਾਬ ਆਫ ਅਵਧ ਇਹ ਤਾਂ ਹੋ ਗਿਆ ਨਾ ਆਪਣਾ। ਦਾ ਮੁਗਲ ਇੰਪਰਰ ਸ਼ਾਹ ਆਲਮ ਵਾਜ਼ ਗਿਵਨ ਪੈਨਸ਼ਨ ਆਫ ₹26 ਲੱਖ ਐਨੂਅਲ। ਜਿਹੜਾ ਮੁਗਲ ਇੰਪਰਰ ਜਿਹੜਾ ਸੀਗਾ ਸ਼ਾਸਕ ਸੀਗਾ ਸ਼ਾਹ ਆਲਮ ਉਹਨੂੰ 26 ਲੱਖ ਰੁਪਏ ਜਿਹੜੀ ਸੀਗੀ ਪੈਨਸ਼ਨ ਦੇਣੀ ਮੰਨ ਲਈ ਸੀ। ਦਾ ਏਰੀਆਸ ਆਫ ਕਾਰਾ ਐਂਡ ਇਲਾਹਾਬਾਦ ਵਾਰ ਟੇਕਨ ਫਰੋਮ ਦਾ ਨਵਾਬ ਆਫ ਅਵਧ ਐਂਡ ਵਾਰ ਗਿਵਨ ਟੂ ਸ਼ਾਹ ਆਲਮ। ਫਿਰ ਜਿਹੜਾ ਏਰੀਆ ਸੀਗਾ ਕਿਹੜਾ ਏਰੀਆ ਵਾ ਕੇ ਦਿੱਤਾ ਹੋਇਆ ਆਪਾਂ ਨੂੰ? ਸ਼ਾਹ ਆਲਮ ਨੇ ਬੰਗਾਲ, ਬਿਹਾਰ ਅਤੇ
ਇਲਾਹਾਬਾਦ ਤੋਂ ਲੈ ਕੇ ਦਾ ਜਿਹੜਾ ਇਲਾਕਾ ਸੀਗਾ, ਠੀਕ ਆ, ਕੜਾ ਤੋਂ ਲੈ ਕੇ ਇਲਾਹਾਬਾਦ ਦਾ ਇਲਾਕਾ ਜਿਹੜਾ ਸੀ ਉਹ ਸ਼ਾਹ ਆਲਮ ਨੂੰ ਦੇਤਾ ਸੀਗਾ ਨਵਾਬ ਤੋਂ ਲੈ ਕੇ ਉਹਨਾਂ ਨੇ। ਨੈਕਸਟ ਹੈ ਸ਼ਾਹ ਆਲਮ ਗੇਵ ਬ੍ਰਿਟਿਸ਼ਰਸ ਦਾ ਦੀਵਾਨੀ ਰਾਈਟ ਟੂ ਕਲੈਕਟ ਦਾ ਟੈਕਸ। ਦੀਵਾਨੀ ਦਾ ਮਤਲਬ ਕੀ ਆ ਕਿ ਜਿਹੜਾ ਸੀਗਾ ਟੈਕਸ ਇਕੱਠਾ ਕਰਨ ਦਾ ਅਧਿਕਾਰ ਆਫ ਕਿਹੜਾ ਬੰਗਾਲ, ਬਿਹਾਰ ਅਤੇ ਉੜੀਸਾ ਦਾ। ਕਿਹਨੂੰ ਦਿੱਤਾ ਸੀ ਦੈਨ ਅਗੇਨ ਬ੍ਰਿਟਿਸ਼ਰਸ ਨੂੰ, ਅੰਗਰੇਜ਼ਾਂ ਨੂੰ ਦਿੱਤਾ ਸੀ। ਅਗੇਨ ਮੀਰ ਜਾਫਰ ਵਾਜ ਮੇਡ ਦਾ ਨਵਾਬ ਆਫ ਬੰਗਾਲ ਬਾਏ ਰਿਪਲੇਸਿੰਗ ਮੀਰ ਕਾਸਿਮ। ਹੁਣ ਮੀਰ ਕਾਸਿਮ ਨੂੰ ਹਟਾ ਕੇ ਫਿਰ ਕਿਹਨੂੰ ਨਵਾਬ ਬਣਾ ਦਿੱਤਾ ਗਿਆ, ਮੀਰ ਜਾਫਰ ਨੂੰ ਬਣਾ ਦਿੱਤਾ ਗਿਆ। ਅੱਗੇ ਹੈਗਾ ਡੋਲ ਐਡਮਿਨਿਸਟ੍ਰੇਸ਼ਨ ਸਿਸਟਮ ਇਨ ਬੰਗਾਲ, ਕਿ ਬੰਗਾਲ ਆ ਜਿਹੜਾ ਉਹਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ, ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਕਿਵੇਂ ਸੀ ਹੁਣ। ਆਫਟਰ ਹਿਟ ਵਿਕਟਰੀਜ਼ ਆਫ ਪਲਾਸੀ ਐਂਡ ਬਕਸਰ ਦਾ ਈਸਟ ਇੰਡੀਅਨ ਕੰਪਨੀ ਬਿਕੇਮ ਦਾ ਰੀਅਲ ਰੂਲਰ ਆਫ ਬੰਗਾਲ। ਹੁਣ ਜਿਹੜੀ ਸੀਗੀ ਕਹਿੰਦੇ ਪਲਾਸੀ ਅਤੇ ਬਕਸਰ ਦਾ ਯੁੱਧ ਨੂੰ ਜਿੱਤਣ ਤੋਂ ਬਾਅਦ ਜਿਹੜੀ ਆ ਈਸਟ ਇੰਡੀਅਨ ਕੰਪਨੀ ਸੀਗੀ ਉਹੀ ਜਿਹੜੀ ਬੰਗਾਲ ਦੀ ਸੀਗੀ ਅਸਲ ਸ਼ਾਸਿਕਾ ਬਣ ਗਈ ਸੀਗੀ। ਮਿਲਟਰੀ ਐਂਡ ਫਾਈਨੈਂਸ ਡਿਪਾਰਟਮੈਂਟ ਕੇਮ ਅੰਡਰ ਇਟਸ ਕੰਟਰੋਲ। ਜਿਹੜੇ ਮਿਲਟਰੀ ਦੇ ਸੀ ਜਾਂ ਫਿਰ ਫਾਈਨੈਂਸ ਜਿਹੜੇ ਮਤਲਬ ਪੈਸੇ ਧੇਲੇ ਦੇ ਸੀਗੇ ਨਾ ਉਹ ਸਾਰੇ ਤਾਂ ਕਿਹਦੇ ਕੰਟਰੋਲ 'ਚ ਆ ਗਏ, ਅੰਗਰੇਜ਼ਾਂ ਦੇ ਕੰਟਰੋਲ 'ਚ ਆ ਗਏ। ਨਵਾਬ ਬਾਜ ਗਿਵਨ ਦਾ ਰਿਸਪੋਂਸੀਬਿਲਿਟੀ ਟੂ ਰਨ ਦਾ ਸਿਵਲ ਐਡਮਿਨਿਸਟ੍ਰੇਸ਼ਨ, ਜਿਹੜੇ ਸ਼ਾਸਨ ਪ੍ਰਬੰਧ ਸੀ ਉਹ ਨਵਾਬ ਦੇ ਛੱਡਤਾ ਸਾਰਾ। ਵਿਚ ਇਜ਼ ਕਾਲਡ ਡੋਲ ਐਡਮਿਨਿਸਟ੍ਰੇਸ਼ਨ ਸਿਸਟਮ। ਇਹਨੂੰ ਕੀ ਆ, ਇਹਨੂੰ ਦੋਹਰੀ ਸ਼ਾਸਨ ਪ੍ਰਣਾਲੀ ਜਾਂ ਡੋਲ ਐਡਮਿਨਿਸਟ੍ਰੇਸ਼ਨ ਜਿਹੜਾ ਸਿਸਟਮ ਆ ਕਿਹਾ ਜਾਂਦਾ ਵਾ। ਬ੍ਰਿਟਿਸ਼ਰਸ ਅਪਾਇੰਟਡ ਟੂ ਡੈਪਟੀ ਨਵਾਬਸ ਨੇਮਡ ਮੁਹੰਮਦ ਰਜ਼ਾ ਖਾਨ ਐਂਡ ਸ਼ਿਤਾਬ ਰਾਏ। ਜਿਹੜੇ ਸੀਗੇ ਹੁਣ ਬ੍ਰਿਟਿਸ਼ ਸੀ ਉਹਨਾਂ ਨੇ ਦੋ ਜਿਹੜੇ ਸੀਗੇ ਡੈਪਟੀ ਨਿਯੁਕਤ ਕਰਤੇ ਸੀ, ਕਿਹੜੇ ਕਿਹੜੇ, ਮੁਹੰਮਦ ਰਜ਼ਾ ਖਾਨ ਅਤੇ ਸ਼ਿਤਾਬ ਰਾਏ, ਠੀਕ ਹੈ, ਮੁਹੰਮਦ ਰਜ਼ਾ ਖਾਨ ਐਂਡ ਸ਼ਿਤਾਬ ਰਾਏ। ਨੈਕਸਟ ਅੱਗੇ ਦੇਖਦੇ ਹਾਂ ਕੰਟੀਨਿਊ ਕਰਕੇ। ਇਨ 1772 AD ਦਾ ਡੋਲ ਐਡਮਿਨਿਸਟ੍ਰੇਸ਼ਨ ਵਾਜ ਐਬਲੋਇਸ਼ਡ, ਡਾਇਰੈਕਟ ਰੂਲ ਆਫ ਦਾ ਕੰਪਨੀ ਸਟੇਬਲਿਸ਼ਡ ਓਵਰ ਬੰਗਾਲ। ਹੁਣ ਕਹਿੰਦੇ 1772 ਵਿੱਚ ਬੰਗਾਲ ਦੀ ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਅਤੇ ਬੰਗਾਲ ਉੱਤੇ ਈਸਟ ਇੰਡੀਆ ਕੰਪਨੀ ਦਾ ਜਿਹੜਾ ਸੀਗਾ ਸਿੱਧਾ ਸ਼ਾਸਨ ਲਾਗੂ ਹੋ ਗਿਆ ਸੀ। ਦਾ ਨਿਊ ਗਵਰਨਰ ਜਨਰਲ ਵਾਰਨ ਹੇਸਟਿੰਗ ਸਟਾਰਟਡ ਐਕਸਟੈਂਡਿੰਗ ਦਾ ਬ੍ਰਿਟਿਸ਼ ਇੰਪਾਇਰ ਓਵਰ ਇੰਡੀਆ। ਅਤੇ ਨਵਾਂ ਐਕਸਪੈਂਸ਼ਨ ਆਫ ਬ੍ਰਿਟਿਸ਼ ਅੰਪਾਇਰ, ਅੰਗਰੇਜ਼ੀ ਸਾਮਰਾਜ ਦਾ ਵਿਸਤਾਰ। ਇਨ ਇੰਡੀਆ ਫॉर ਦਾ ਐਕਸਪੈਂਸ਼ਨ ਐਂਡ ਕੰਸੋਲੀਡੇਸ਼ਨ ਆਫ ਬ੍ਰਿਟਿਸ਼ ਅੰਪਾਇਰ ਦਾ ਗਵਰਨਰ ਜਨਰਲ ਆਫ ਈਸਟ ਇੰਡੀਆ ਕੰਪਨੀ ਵਾਰਨ ਹੇਸਟਿੰਗਸ, ਲਾਰਡ ਵੈਲਜ਼ਲੀ, ਲਾਰਡ ਹੇਸਟਿੰਗ ਐਂਡ ਲਾਰਡ ਡਲਹੌਜੀ ਮੇਡ ਐਨ ਇੰਪੋਰਟੈਂਟ ਕੰਟਰੀਬਿਊਸ਼ਨ। ਭਾਰਤ ਵਿੱਚ ਕਹਿੰਦੇ ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਲਈ ਉਹਦੇ ਸੰਗਠਨ ਵਿੱਚ ਈਸਟ ਇੰਡੀਆ ਕੰਪਨੀ ਦੇ ਜਿਹੜੇ ਗਵਰਨਰ ਜਨਰਲ ਸੀ ਕਿਹੜੇ ਕਿਹੜੇ, ਵਾਰਨ ਹੇਸਟਿੰਗ, ਲਾਰਡ ਵੈਲਜ਼ਲੀ, ਲਾਰਡ ਹੇਸਟਿੰਗਸ ਅਤੇ ਲਾਰਡ ਡਲਹੌਜੀ ਆ ਜਿਹੜਾ ਇਹਨਾਂ ਨੇ ਹੇਠ ਲਿਖੇ ਯੋਗਦਾਨ ਪਾਇਆ ਵਾ। ਫਸਟ ਹੈ ਐਕਸਪੈਂਸ਼ਨ ਥਰੂ ਵਾਰਸ ਐਂਡ ਡਿਪਲੋਮੇਸੀ, ਕਿ ਯੁੱਧ ਅਤੇ ਕੂਟਨੀਤੀ ਦੇ ਦੁਆਰਾ ਜਿਹੜਾ ਇਹਨਾਂ ਨੇ ਵਿਸਤਾਰ ਕੀਤਾ। ਅੰਡਰ ਲਾਰਡ ਕਲਾਈਵ, ਵਾਰਨ ਹੇਸਟਿੰਗ, ਕਾਰਨਵਾਲਿਸ ਐਂਡ ਸਰ ਜਾਨ ਸ਼ੋਰ ਦਾ ਬ੍ਰਿਟਿਸ਼ ਇੰਪਾਇਰ ਵਾਜ ਫਾਊਂਡਡ ਦਾ ਐਂਡ ਮੇਡ ਅਰਲੀ ਡਿਵੈਲਪਮੈਂਟ ਓਨਲੀ। ਕਹਿੰਦੇ ਲਾਰਡ ਕਲਾਈਵ, ਵਾਰਨ ਹੇਸਟਿੰਗ, ਕਾਰਨਵਾਲਿਸ ਅਤੇ ਸਰ ਜਿਹੜਾ ਜਾਨ ਸ਼ੋਰ ਸੀ ਉਹਦੇ ਅਧੀਨ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਜਿਹੜੀ ਸੀਗੀ ਉਹਨੂੰ ਆਪਾਂ ਕਹਿ ਦਈਏ ਕਿ ਇੱਕ ਤਰ੍ਹਾਂ ਨਾਲ ਉਹ ਫਸਟ ਜਿਹੜੀ ਸੀ ਡਿਵੈਲਪਮੈਂਟ ਸੀਗੀ, ਅਤੇ ਲਿਖਿਆ ਹੋਇਆ ਨਾ ਫਾਊਂਡਡ ਮੇਡ ਅਰਲੀ ਡਿਵੈਲਪਮੈਂਟ ਓਨਲੀ। ਇਹ ਜਿਹੜੀ ਸੀਗੀ ਆਰੰਭਿਕ ਵਿਕਾਸ ਹੋਇਆ ਸੀਗਾ ਇਹਦੇ ਵਿੱਚ ਉਹਨਾਂ ਦਾ। ਬਟ ਇਨ ਦਾ ਟਾਈਮਸ ਆਫ 3 ਗਵਰਨਰ ਜਨਰਲਸ ਆਫ ਦਾ ਕੰਪਨੀ, ਫਿਰ ਕੰਪਨੀ ਦੇ ਜਿਹੜੇ 3 ਗਵਰਨਰ ਜਨਰਲ ਸੀਗੇ ਉਹਨਾਂ ਦੇ ਅਧੀਨ ਕੀ ਰਿਹਾ, ਲਾਰਡ ਵੈਲਜ਼ਲੀ, ਲਾਰਡ ਹੇਸਟਿੰਗ ਅਤੇ ਲਾਰਡ ਡਲਹੌਜੀ। 1798 to 1857 ਇਟ ਐਕਸਪੈਂਡਡ ਟੂ ਆ ਗ੍ਰੇਟ ਐਕਸਟੈਂਟ, ਕਿ ਇਸ ਦਾ ਜਿਹੜਾ ਸੀਗਾ ਬਹੁਤ ਜ਼ਿਆਦਾ ਵਿਸਤਾਰ ਹੋ ਗਿਆ ਸੀਗਾ ਅੰਗਰੇਜ਼ੀ ਸਾਮਰਾਜ। ਐਕਸਪੈਂਸ਼ਨ ਥਰੂ ਸਬਸਿਡਾਇਰੀ ਏਲੀਅੰਸ, ਕਿ ਜਿਹੜੀ ਸੀਗੀ ਸਹਾਇਕ ਸੰਧੀ ਦੇ ਦੁਆਰਾ, ਟਰੀਟੀਜ਼ ਦੇ ਦੁਆਰਾ ਜਿਹੜਾ ਵਿਸਤਾਰ ਹੋਇਆ ਉਹ ਕਿੱਦਾਂ ਹੋਇਆ। ਲਾਰਡ ਵੈਲਜ਼ਲੀ ਇੰਟਰਡਿਊਸਡ ਦਾ ਸਬਸਿਡਾਇਰੀ ਏਲੀਅੰਸ ਫॉर ਦਾ ਐਕਸਪੈਂਸ਼ਨ ਆਫ ਬ੍ਰਿਟਿਸ਼ ਇੰਪਾਇਰ। ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕਰਨ ਦੇ ਲਈ ਸਹਾਇਕ ਸੰਧੀ ਪ੍ਰਣਾਲੀ ਜਿਹੜੀ ਸੀ ਉਹ ਸ਼ੁਰੂ ਕੀਤੀ ਸੀਗੀ। ਹੀ ਸਾਈਨਡ ਆ ਟਰੀਟੀ ਵਿਦ ਦਾ ਨਿਜ਼ਾਮ ਆਫ ਹੈਦਰਾਬਾਦ, ਦਾ ਨਵਾਬ ਆਫ ਅਵਧ ਐਂਡ ਮੈਨੀ ਨੇਟਿਵ ਰੂਲਰਸ ਅੰਡਰ ਦਿਸ ਸਿਸਟਮ। ਇਹ ਸਿਸਟਮ ਦੇ ਵਿੱਚ ਕਹਿੰਦੇ ਉਹਨੇ ਕਿਹੜੇ ਦੋ ਦੇ ਨਾਲ ਜਿਹੜੀ ਸੀਗੀ ਸਹਾਇਕ ਸੰਧੀ ਕੀਤੀ ਸੀਗੀ, ਦੇਖਦੇ ਹਾਂ, ਹੈਦਰਾਬਾਦ ਦੇ ਨਾਲ ਨਵਾਬ ਦੇ ਨਾਲ ਅਤੇ ਜਿਹੜਾ ਅਵਧ ਦਾ ਨਵਾਬ ਸੀ ਉਹਦੇ ਨਾਲ, ਠੀਕ ਹੈ। ਨੇਟਿਵ ਰੂਲਰਸ ਅੰਡਰ ਦਿਸ ਸਿਸਟਮ, ਦਿਸ ਟੈਰਿਟੀ ਵਾਜ਼ ਆ ਟਾਈਪ ਆਫ ਐਨ ਐਗਰੀਮੈਂਟ ਦਾ ਬ੍ਰਿਟਿਸ਼ ਗਵਰਨਰ ਯੂਜ਼ਡ ਟੂ ਪ੍ਰੋਟੈਕਟ ਦਾ ਸਬਸਿਡੈਂਟਰੀ। ਇੱਥੋਂ ਥੋੜ੍ਹਾ ਹੈਗੀ ਆ PDF ਪੰਜਾਬ ਬੋਰਡ ਵਾਲੀ ਬੁੱਕ ਮੈਂ ਡਾਊਨਲੋਡ ਕਰੀ ਜਿਹੜੀ ਉਹਦੀ ਕਲੀਅਰ ਨਹੀਂ ਹੈਗੀ, ਸ਼ਾਇਦ ਕੁਛ ਮਿਸਪ੍ਰਿੰਟ ਹੋਇਆ
ਫਰੋਮ ਇੰਟਰਨਲ ਐਂਡ ਐਕਸਟਰਨਲ ਐਗਰੈਸ਼ਨ। ਇਹਦੇ ਵਿੱਚ ਕੀ ਸੀਗਾ ਕਿ ਜਿਹੜਾ ਅਧੀਨ ਹੈਦਰਾਬਾਦ ਦਾ ਨਿਜ਼ਾਮ ਆ ਜਿਹੜਾ ਜਾਂ ਆਪਦਾ ਦਾ ਨਵਾਬ ਆ ਹੋਰ ਰਿਆਸਤਾਂ ਦੇ ਉਹਦੇ ਸ਼ਾਸਕਾਂ ਨਾਲ ਸੰਧੀ ਕਰ ਲਈ। ਜਦੋਂ ਸੰਧੀ ਕਰਨ ਤੋਂ ਬਾਅਦ ਹੋਇਆ ਕਿ ਅੰਗਰੇਜ਼ੀ ਸਰਕਾਰ ਜਿਹੜੀ ਵੀ ਸਰਕਾਰ ਸੀਗੀ ਅੰਗਰੇਜ਼ੀ ਇਹ ਜਿਹਨੇ ਵੀ ਮਤਲਬ ਉਹਨਾਂ ਨਾਲ ਸੰਧੀ ਕੀਤੀ ਆ ਉਹਨਾਂ ਦੇ ਜਿਹੜੇ ਰਾਜ ਨੇ ਉਹਦੇ ਵਿੱਚ ਹੋਣ ਵਾਲੇ ਵਿਦਰੋਹਾਂ ਜਾਂ ਬਾਹਰੀ ਜਿਹੜੇ ਹਮਲਿਆਂ ਤੋਂ ਆ ਉਹਦੀ ਰੱਖਿਆ ਕਰਨਗੇ ਅੰਗਰੇਜ਼। ਇਹਦੇ ਬਦਲੇ ਵਿੱਚ ਸੰਧੀ ਕਰਨ ਵਾਲੇ ਰਾਜੇ ਨੂੰ ਵੀ ਜਿਹੜੀਆਂ ਸੀਗੀਆਂ ਕੁਛ ਸ਼ਰਤਾਂ ਸਰਕਾਰ ਦੀਆਂ ਮੰਨਣੀਆਂ ਪੈਣੀਆਂ ਸੀਗੀਆਂ ਅਤੇ ਲਿਖਿਆ ਹੋਇਆ ਦੇਖੋ। In lieu of this, the agreed state had to accept some of the conditions mentioned below। ਹੇਠਾਂ ਦਿੱਤੇ ਜਿਹੜੇ ਕੁਛ ਜਿਹੜੀਆਂ ਕੰਡੀਸ਼ਨਸ ਨੇ ਉਹ ਜਿਹੜੀਆਂ ਉਹਨਾਂ ਨੂੰ ਵੀ ਮੰਨਣੀਆਂ ਪੈਣੀਆਂ ਸੀਗੀਆਂ। The British government had control over the external affairs of the state। ਕਿ ਉਸ ਰਾਜ ਦੇ ਵਿਦੇਸ਼ੀ ਮਾਮਲਿਆਂ ਵਿੱਚ ਉੱਤੇ ਸਰਕਾਰ ਆ ਜਿਹੜੀ ਅੰਗਰੇਜ਼ੀ ਸਰਕਾਰ ਦਾ ਅਧਿਕਾਰ ਹੋਊਗਾ। The ruler of that state had to keep a British residence। ਉਸ ਰਾਜ ਦੇ ਸ਼ਾਸਕ ਨੂੰ ਆਪਣੇ ਰਾਜ ਵਿੱਚ ਇੱਕ ਜਿਹੜਾ ਸੀਗਾ ਬ੍ਰਿਟਿਸ਼ ਰੈਜ਼ੀਡੈਂਟ ਜਿਹੜਾ ਸੀ ਉਹ ਵੀ ਰੱਖਣਾ ਪੈਣਾ ਸੀਗਾ। The ruler of that state was not allowed to have relations with any foreign powers। ਅਤੇ ਉਸ ਰਾਜ ਦਾ ਸ਼ਾਸਕ ਕਿਸੇ ਵੀ ਵਿਦੇਸ਼ੀ ਸ਼ਕਤੀ ਦੇ ਨਾਲ ਕੋਈ ਜਿਹੜਾ ਸੰਬੰਧ ਨਹੀਂ ਰੱਖ ਸਕਦਾ। ਹੋਰ ਸੀਗਾ the state could not declare war against the other state without the permission of the Britishers। ਕਿ ਉਹ ਰਾਜ ਅੰਗਰੇਜ਼ਾਂ ਦੀ ਆਗਿਆ ਤੋਂ ਲਏ ਬਿਨਾਂ ਜਿਹੜਾ ਹੈਗਾ ਹੋਰ ਕਿਸੇ ਦੇਸ਼ ਨਾਲ ਯੁੱਧ ਨਹੀਂ ਕਰ ਸਕਦਾ ਸੀਗਾ। ਅੱਗੇ ਕੰਟੀਨਿਊ ਕਰਦੇ ਹਾਂ ਆਪਾਂ। ਐਕਸਪੈਂਸ਼ਨ ਥਰੂ ਵਾਰਸ। ਹੁਣ ਜਿਹੜਾ ਸੀਗਾ ਯੁੱਧਾਂ ਦੇ ਦੁਆਰਾ ਆਪਾਂ ਕਹਿ ਦਈਏ ਵਿਸਥਾਰ ਕਿਵੇਂ ਹੋਇਆ। ਫਸਟ ਹੈ ਐਂਗਲੋ ਮੈਸੂਰ ਵਾਰਸ। ਐਂਗਲੋ ਮੈਸੂਰ ਵਾਰਸ 1766 to 1999। ਜਿਹੜੀ ਐਂਗਲੋ ਮੈਸੂਰ ਯੁੱਧ ਹੋਇਆ ਸੀਗਾ 1766 ਤੋਂ 99 ਈਸਵੀ ਵਿੱਚ ਦੇ ਵਿਚਕਾਰ ਹੋਇਆ ਸੀਗਾ। ਇਨ 1761 ਹੈਦਰ ਅਲੀ ਫਾਊਂਡਡ ਦਾ ਇੰਡੀਪੈਂਡੈਂਟ ਸਟੇਟ ਮੈਸੂਰ। 1761 ਈਸਵੀ ਵਿੱਚ ਕਹਿੰਦੇ ਹੈਦਰ ਅਲੀ ਨੇ ਸੁਤੰਤਰ ਜਿਹੜਾ ਸੀਗਾ ਮੈਸੂਰ ਰਾਜ ਦੀ ਸਥਾਪਨਾ ਕੀਤੀ ਸੀਗੀ। ਟੂ ਕ੍ਰਸ਼ ਦਾ ਪਾਵਰ ਆਫ ਹੈਦਰ ਅਲੀ ਦਾ ਬ੍ਰਿਟਿਸ਼ਰਸ ਇਨ 1766 AD ਸਾਈਨਡ ਆ ਟਰੀਟੀ ਵਿਦ ਮਰਾਠਾਸ ਐਂਡ ਨਿਜ਼ਾਮ। ਅਤੇ ਕਹਿੰਦਾ 1766 ਵਿੱਚ ਉਹਦੀ ਪਾਵਰ ਜਿਹੜੀ ਸੀ ਉਹਦੇ 'ਤੇ ਕੰਟਰੋਲ ਕਰਨ ਦੇ ਲਈ ਜਿਹੜੇ ਸੀਗੇ ਅੰਗਰੇਜ਼ ਸੀ ਉਹਨਾਂ ਨੇ ਹੈਦਰ ਅਲੀ ਦੇ ਨਾਲ ਇੱਕ ਜਿਹੜੀ ਸੀ ਮਰਾਠੇ ਸੀਗੇ ਜਾਂ ਜਿਹੜੇ ਨਿਜ਼ਾਮ ਸੀ ਉਹਨਾਂ ਦੇ ਨਾਲ ਇੱਕ ਸੰਧੀ ਜਿਹੜੀ ਸੀ ਸਾਈਨ ਕੀਤੀ। ਸੋ ਇਨ 1767 AD to 1769 AD ਦਾ ਫਸਟ ਮੈਸੂਰ ਵਾਰਸ ਵਾਜ਼ ਫੌਟ ਬਿਟਵੀਨ ਹੈਦਰ ਅਲੀ ਐਂਡ ਬ੍ਰਿਟਿਸ਼ ਇਨ ਵਿੱਚ ਹੈਦਰ ਅਲੀ ਵੌਨ ਦਾ ਬੈਟਲ। ਇਸੇ ਸੰਧੀ ਨੂੰ ਲੈ ਕੇ ਕਹਿੰਦੇ 1767 ਤੋਂ 69 ਈਸਵੀ ਦੇ ਵਿੱਚ ਅੰਗਰੇਜ਼ਾਂ ਅਤੇ ਹੈਦਰ ਅਲੀ ਦੇ ਵਿੱਚ ਜਿਹੜਾ ਮੈਸੂਰ ਦਾ ਯੁੱਧ ਹੋਇਆ ਸੀ ਜਿਹਦੇ ਵਿੱਚ ਹੈਦਰ ਅਲੀ ਜਿਹੜਾ ਸੀ ਉਹ ਜੇਤੂ ਰਿਹਾ ਸੀ। ਦਾ ਬ੍ਰਿਟਿਸ਼ ਹੈਡ ਸਾਈਨ ਆ ਟਰੀਟੀ ਵਿਦ ਹਿਮ। ਤਾਂ ਉਦੋਂ ਹੀ ਉਹਨਾਂ ਨੇ ਇੱਕ ਸੰਧੀ ਜਿਹੜੀ ਸੀਗੀ ਕੀਤੀ ਸੀਗੀ। ਅਕੋਰਡਿੰਗ ਟੂ ਦਿਸ ਟਰੀਟੀ ਦੇ ਪ੍ਰੋਮਿਸਡ ਟੂ ਹੈਲਪ ਹੈਦਰ ਅਲੀ ਅਗੇਂਸਟ ਮਰਾਠਾਸ। ਅਤੇ ਉਹਨਾਂ ਨੇ ਸੰਧੀ ਵਿੱਚ ਲਿਖਿਆ ਸੀ ਕਿ ਉਹ ਹੈਦਰ ਅਲੀ ਦੀ ਹੈਲਪ ਕਰਨਗੇ ਮਰਾਠਿਆਂ ਦੇ ਵਿਰੁੱਧ। ਬਟ ਇਨ 1771 AD ਵੈਨ ਮਰਾਠਾਸ ਅਟੈਕਟ ਹੈਦਰ ਅਲੀ ਦਾ ਬ੍ਰਿਟਿਸ਼ਰਸ ਡਿਡ ਨਾਟ ਹੈਲਪ ਹਿਮ। ਪਰ ਜਦੋਂ 1771 ਈਸਵੀ ਵਿੱਚ ਕਹਿੰਦੇ ਜਿਹੜੇ ਸੀਗੇ ਮਰਾਠੇ ਸੀਗੇ ਉਹਨਾਂ ਨੇ ਹੈਦਰ ਅਲੀ 'ਤੇ ਹਮਲਾ ਕੀਤਾ ਸੀ ਤਾਂ ਅੰਗਰੇਜ਼ਾਂ ਨੇ ਉਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਸੀਗੀ। On the other hand, they joined hands with Hyder Ali's enemies Marathas and Nizams of Hyderabad। ਅਤੇ ਬਟ ਉਹਨਾਂ ਨੇ ਕੀ ਕੀਤਾ ਸੀ ਕਿ ਦੂਜੇ ਪਾਸੇ ਹੈਦਰ ਅਲੀ ਦੇ ਜਿਹੜੇ ਦੁਸ਼ਮਣ ਸੀ ਮਰਾਠੇ ਸੀ ਜਾਂ ਨਿਜ਼ਾਮ ਜਿਹੜਾ ਸੀਗਾ ਹੈਦਰਾਬਾਦ ਦਾ ਹੈਦਰ ਅਲੀ ਕੁਡ ਨਾਟ ਟੋਲਰੇਟ ਦਿਸ। ਉਹਦੇ ਨਾਲ ਉਹਨਾਂ ਨੇ ਕੀ ਸੀ ਆਪਣਾ ਹੱਥ ਮਿਲਾ ਲਿਆ ਸੀ ਜਿਹਨੂੰ ਕੀ ਸੀਗਾ ਕਿ ਹੈਦਰ ਅਲੀ ਜਿਹੜਾ ਸੀ ਉਹਨਾਂ ਨਾਲ ਬਰਦਾਸ਼ਤ ਨਹੀਂ ਕਰ ਸਕਿਆ ਸੀ। ਇਨ 1780 AD ਸੈਕਿੰਡ ਮੈਸੂਰ ਵਾਰਸ ਬੀਂਗ ਬਿਟਵੀਨ ਬੋਥ। ਅਤੇ ਇਹਦੇ ਕਰਕੇ 1780 ਵਿੱਚ ਦੋਨਾਂ ਵਿੱਚ ਸੀਗੀ ਸੈਕਿੰਡ ਮੈਸੂਰ ਦਾ ਯੁੱਧ ਹੋਇਆ ਸੀ। ਡਿਊਰਿੰਗ ਦਿਸ ਬੈਟਲ ਹੈਦਰ ਅਲੀ ਡਾਈਡ ਇਨ 1782। ਇਸ ਯੁੱਧ ਦੇ ਵਿੱਚ ਜਿਹੜਾ ਸੀਗਾ 1782 ਈਸਵੀ ਵਿੱਚ ਹੈਦਰ ਅਲੀ ਜਿਹੜਾ ਸੀ ਮਾਰਿਆ ਗਿਆ ਸੀ। ਨੈਕਸਟ ਹੈਗਾ ਟੀਪੂ ਸੁਲਤਾਨ। ਆਫਟਰ ਦਾ ਡੈਥ ਆਫ ਹੈਦਰ ਅਲੀ ਟੀਪੂ ਸੁਲਤਾਨ ਬੀਕੇਮ ਦਾ ਨਿਊ ਸੁਲਤਾਨ ਆਫ ਮੈਸੂਰ। ਹੁਣ ਉਹਦੀ ਡੈਥ ਤੋਂ ਬਾਅਦ ਜਿਹੜਾ ਟੀਪੂ ਸੁਲਤਾਨ ਸੀਗਾ ਉਹ ਨਿਊ ਸੁਲਤਾਨ ਬਣਿਆ ਸੀ ਮੈਸੂਰ ਦਾ। ਐਟ ਦੈਟ ਟਾਈਮ ਸੈਕਿੰਡ ਬੈਟਲ ਆਫ ਮੈਸੂਰ ਵਾਜ਼ ਫਾਈਟਿੰਗ ਵਿਦ ਦਾ ਬ੍ਰਿਟਿਸ਼। ਅਤੇ ਇਸੇ ਟਾਈਮ ਹੀ ਜਿਹੜਾ ਸੀਗਾ ਦੂਜਾ ਯੁੱਧ ਲੜਿਆ ਜਾ ਰਿਹਾ ਸੀ। ਟੀਪੂ ਸੁਲਤਾਨ ਕੰਟੀਨਿਊਡ ਦਾ ਬੈਟਲ। ਉਹਨੇ ਯੁੱਧ ਨੂੰ ਜਾਰੀ ਰੱਖਿਆ। ਬ੍ਰਿਟਿਸ਼ਰਸ ਵਾਜ਼ ਫੋਰਸਸ ਟੂ ਸਾਈਨ ਆ ਟਰੀਟੀ ਆਫ ਬੈਂਗਲੋਰ ਵਿਦ ਹਿਮ ਇਨ 1784 AD। ਜਿਹੜੇ ਅੰਗਰੇਜ਼ ਸੀ ਉਹਨੂੰ ਫੋਰਸ ਕਰ ਰਹੇ ਸੀ ਕਿ ਉਹਨਾਂ ਦੇ ਨਾਲ ਉਹ ਬੈਂਗਲੋਰ ਦੀ ਸੰਧੀ ਕਰੇ 1784 ਈਸਵੀ ਦੀ। ਆਫਟਰ ਦਿਸ ਇਨ 1799 AD ਬ੍ਰਿਟਿਸ਼ਰਸ ਅਗੇਂਸਟ ਅਟੈਕ ਮੈਸੂਰ। ਪਰ ਇਸ ਤੋਂ ਬਾਅਦ ਫਿਰ 1799 ਈਸਵੀ ਵਿੱਚ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਮੈਸੂਰ 'ਤੇ ਹਮਲਾ ਕਰਤਾ ਸੀ।
ਟੀਪੂ ਸੁਲਤਾਨ ਬਾਜ਼ ਡਾਈਡ ਵਾਈਲ ਫਾਈਟਿੰਗ ਵਿਦ ਬ੍ਰਿਟਿਸ਼ ਨੀਅਰ ਸ਼੍ਰੀ ਰੰਗਪਟਨਮ ਦੇ ਨੇੜੇ ਜਦੋਂ ਜਿਹੜਾ ਸੀ ਟੀਪੂ ਸੁਲਤਾਨ ਅੰਗਰੇਜ਼ਾਂ ਨਾਲ ਯੁੱਧ ਲੜ ਰਿਹਾ ਸੀ ਤਾਂ ਉੱਥੇ 1799 ਈਸਵੀ ਵਿੱਚ ਉਹਦੀ ਮੌਤ ਹੋ ਗਈ ਸੀ। ਬ੍ਰਿਟਿਸ਼ ਕੈਪਚਰਡ ਮੈਨੀ ਏਰੀਆਜ਼ ਆਫ ਮੈਸੂਰ ਐਂਡ ਰੈਸਟ ਆਫ ਦ ਏਰੀਆਜ਼ ਪਰ ਗਿਵਨ ਟੂ ਕੇਸ਼ਵਰਾਓ ਆਫ ਦਾ ਓਲਡ ਮੈਸੂਰ ਡਾਇਨੈਸਟੀ। ਫਿਰ ਇਹਦੇ ਵਿੱਚ ਕੀ ਕੀਤਾ ਕਿ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਨੇ ਮੈਸੂਰ ਦੇ ਕੁਛ ਇਲਾਕੇ ਜਿਹੜੇ ਸੀ ਉਹਨਾਂ ਉੱਪਰ ਅਧਿਕਾਰ ਕਰ ਲਿਆ ਸੀ ਅਤੇ ਜਿਹੜੇ ਬਾਕੀ ਦੇ ਪੁਰਾਣੇ ਹਿੱਸੇ ਸੀਗੇ ਉਹ ਰਾਜਕੁਮਾਰ ਕੇਸ਼ਵਰਾਓ ਨੂੰ ਦੇ ਦਿੱਤੇ ਗਏ ਸੀਗੇ। ਹੀ ਐਕਸੈਪਟਡ ਦਾ ਟਰਮ ਆਫ ਸਬਸਿਡਰੀ ਏਲੀਅੰਸ ਅਤੇ ਉਹਨੇ ਜਿਹੜੀ ਸੀਗੀ ਸਹਾਇਕ ਸੰਧੀ ਦੀ ਜਿਹੜੀ ਵੀ ਪ੍ਰਣਾਲੀ ਸੀਗੀ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀਗਾ ਜਿਹੜਾ ਸਿਤਾਬ ਕੇਸ਼ਵਰਾਓ ਸੀਗਾ। ਨੈਕਸਟ ਹੈਗਾ ਐਂਗਲੋ ਮਰਾਠਾ ਵਾਰਸ 1775 to 1818 AD ਕਿ ਜਿਹੜੇ ਸੀਗੇ ਐਂਗਲੋ ਮਰਾਠਾ ਯੁੱਧ ਹੋਏ ਆ 1775 ਤੋਂ ਲੈ ਕੇ 1818 ਈਸਵੀ ਤੱਕ। ਇਨ 1802 AD ਲਾਰਡ ਵੈਲੇਜ਼ਲੀ ਸਾਈਨਡ ਅ ਟ੍ਰੀਟੀ ਵਿਦ ਪੇਸ਼ਵਾ ਬਾਜੀਰਾਓ ਸੈਕਿੰਡ ਇਨ ਬੈਸੀਨ ਟੂ ਪਾਵਰ ਆਫ ਮਰਾਠਾ ਸਟਿਕਲਾਈਨ। 1802 ਈਸਵੀ ਦੇ ਵਿੱਚ ਕਹਿੰਦੇ ਲਾਰਡ ਵੈਲੇਜ਼ਲੀ ਨੇ ਪੇਸ਼ਵਾ ਬਾਜੀਰਾਓ ਦੂਜੇ ਨਾਲ ਬੈਸੀਨ ਵਿਖੇ ਇੱਕ ਸਹਾਇਕ ਸੰਧੀ ਕੀਤੀ ਸੀ। ਇਹਦੇ ਨਾਲ ਹੀ ਜਿਹੜੀ ਮਰਾਠਿਆਂ ਦੀ ਸ਼ਕਤੀ ਸੀਗੀ ਉਹਦਾ ਪਤਨ ਹੋ ਗਿਆ ਸੀ। In 1802 AD ਮਰਾਠਾ ਚੀਫ ਭੋਂਸਲੇ ਬਾਜ ਡਿਫੀਟਡ ਇਨ ਦਾ ਸੈਕਿੰਡ ਬ੍ਰਿਟਿਸ਼ ਮਰਾਠਾ ਵਾਰ ਇਨ। ਇਹਦੇ ਵਿੱਚ ਕੀ ਹੋਇਆ ਸੀ ਕਿ 1802 ਈਸਵੀ ਦੇ ਵਿੱਚ ਜਿਹੜਾ ਮਰਾਠਾ ਸਰਦਾਰ ਭੋਂਸਲੇ ਸੀਗਾ ਉਹਨੇ ਦੂਜਾ ਸੀਗਾ ਹੈ ਨਾ ਭੋਂਸਲੇ ਦੂਸਰਾ ਉਹਨੇ ਅੰਗਰੇਜ਼ਾਂ ਦੇ ਨਾਲ ਮਰਾਠਾ ਯੁੱਧ ਵਿੱਚ ਹਾਰ ਗਿਆ ਸੀ ਅਤੇ ਉਹਨੇ ਉਹਨਾਂ ਨਾਲ ਇੱਕ ਸੰਧੀ ਕਰ ਲਈ ਸੀਗੀ। ਠੀਕ ਹੈ। ਇਨ 1803 ਹੀ ਸਾਈਨ ਦਾ ਟ੍ਰੀਟੀ ਐਟ ਦੇਵਗਾਓਂ ਵਿਦ ਦਾ ਬ੍ਰਿਟਿਸ਼ ਐਂਡ ਦੇ ਗੋਟ ਦਾ ਏਰੀਆਸ ਆਫ ਕੋਟਕ ਐਂਡ ਬਲਾਸੌਰ। ਅਤੇ ਇਹਦੇ ਨਾਲ ਕੀ ਸੀ ਕਿ ਉਹਨਾਂ ਨੂੰ ਸੰਧੀ ਕਰਨ ਤੋਂ ਬਾਅਦ ਕਟਕ ਅਤੇ ਜਿਹੜਾ ਬਲਾਸੌਰ ਦੇ ਏਰੀਏ ਜਿਹੜੇ ਸੀਗੇ ਉਹ ਪ੍ਰਾਪਤ ਹੋ ਗਏ ਸੀ। ਇਨ ਦਿਸ ਬੈਟਲ ਬ੍ਰਿਟਿਸ਼ਰਜ਼ ਡਿਫੀਟਡ ਮਰਾਠਾ ਚੀਫ ਸਿੰਧੀਆ ਐਂਡ ਸਾਈਨਡ ਟ੍ਰੀਟੀ ਆਫ ਸੁਰਜੀ ਅਰਜੁਨਗਾਓਂ। ਹੁਣ ਇਹਦੇ ਵਿੱਚ ਕੀ ਹੋਇਆ ਕਿ ਜਦੋਂ ਅੰਗਰੇਜ਼ਾਂ ਨਾਲ ਉਹਨੇ ਸੰਧੀ ਕਰ ਲਈ ਸੀ ਤਾਂ ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਮਰਾਠਾ ਸਰਕਾਰ ਜਿਹੜਾ ਸਿੰਧੀਆ ਸੀਗਾ ਨਾ ਉਹਨੂੰ ਵੀ ਜਿਹੜਾ ਸੀ ਉਹਨਾਂ ਨੇ ਹਰਾਤਾ ਸੀ ਅਤੇ ਹਰਾਉਣ ਤੋਂ ਬਾਅਦ ਉਹਦੇ ਨਾਲ ਉਹਨਾਂ ਨੇ ਸੁਰਜੀ ਅਰਜੁਨਗਾਓਂ ਜੀ ਜਿਹੜੀ ਸੀਗੀ ਸੰਧੀ ਕੀਤੀ ਸੀਗੀ। ਇਸ ਸੰਧੀ ਦੇ ਨਾਲ ਅੱਗੇ ਦੇਖਦੇ ਹਾਂ ਕੀ ਹੋਇਆ। ਸੋ ਦੇ ਗੋਟ ਦਾ ਏਰੀਆਸ ਆਫ ਅਹਿਮਦਨਗਰ ਬਰੋਚ ਦਾ ਏਰੀਆ ਬਿਟਵੀਨ ਗੰਗਾ ਐਂਡ ਜਮਨਾ। ਇਹਦੇ ਨਾਲ ਉਹਨਾਂ ਨੂੰ ਕੀ ਹੋਇਆ ਕਿ ਅਹਿਮਦਨਗਰ ਅਤੇ ਭੜੌਚ ਗੰਗਾ ਅਤੇ ਜਮਨਾ ਦੇ ਵਿਚਕਾਰਲਾ ਜਿਹੜਾ ਏਰੀਆ ਸੀਗਾ ਉਹ ਪ੍ਰਾਪਤ ਹੋ ਗਿਆ ਸੀ। ਲਾਰਡ ਵੈਲੇਜ਼ਲੀ ਕੈਪਚਰਡ ਇੰਦੌਰ ਦਾ ਕੈਪੀਟਲ ਆਫ ਜਸਵੰਤ ਰਾਓ ਹੋਲਕਰ। ਜਿਹੜਾ ਲਾਰਡ ਵੈਲਜ਼ਲੀ ਸੀਗਾ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਜਿਹੜੀ ਸੀ ਰਾਜਧਾਨੀ ਇੰਦੌਰ 'ਤੇ ਉਹਨੇ ਜਿਹੜਾ ਸੀਗਾ ਕਬਜ਼ਾ ਕਰ ਲਿਆ ਸੀਗਾ। ਇਨ 1805 ਲਾਰਡ ਵੈਲਜ਼ਲੀ ਵਾਸ ਕਾਲਡ ਬੈਕ ਟੂ ਇੰਗਲੈਂਡ। ਫਿਰ 1805 ਵਿੱਚ ਲਾਰਡ ਵੈਲਜ਼ਲੀ ਨੂੰ ਇੰਗਲੈਂਡ ਵਾਪਸ ਬੁਲਾ ਲਿਆ ਗਿਆ ਸੀ। ਆਫਟਰ ਦੈਟ ਲਾਰਡ ਕਾਰਨਵਾਲਿਸ ਸਾਈਨਡ ਸਬਸਿਡਰੀ ਏਲੀਅੰਸ ਵਿਦ ਮਰਾਠਾ ਚੀਫ ਹੋਲਕਰ ਸਿੰਧੀਆ ਐਂਡ ਭੋਂਸਲੇ। ਇਹ ਤੋਂ ਬਾਅਦ ਫਿਰ ਕੌਣ ਆ ਗਿਆ ਸੀਗਾ ਇੰਡੀਆ ਵਿੱਚ ਲਾਰਡ ਕਾਰਨਵਾਲਿਸ ਨੂੰ ਭੇਜਤਾ ਸੀ ਜਿਹਨੇ ਕੀ ਸੀਗਾ ਕਿ ਮਰਾਠਾ ਸਰਦਾਰ ਹੋਲਕਰ ਸਿੰਧੀਆ ਅਤੇ ਭੋਂਸਲੇ ਦੇ ਨਾਲ ਇੱਕ ਸਹਾਇਕ ਸੰਧੀ ਕਰ ਲਈ ਸੀਗੀ। ਨੈਕਸਟ ਹੈਗਾ ਐਂਗਲੋ ਗੋਰਖਾ ਯੁੱਧ ਜਿਹੜੇ ਹੋਏ ਆ ਨਾ ਐਂਗਲੋ ਗੋਰਖਾ ਵਾਰ। ਇਹ ਹੋਇਆ 1814 ਤੋਂ 1816 ਈਸਵੀ ਦੇ ਵਿੱਚ ਦਾ ਗੋਰਖਾਜ਼ ਕਾਪੀਡ ਸਮ ਬ੍ਰਿਟਿਸ਼ ਟੈਰੀਟਰੀਜ਼ ਆਫ ਬਾਰਡਰ ਏਰੀਆਜ਼। ਗੋਰਖਿਆਂ ਨੇ ਕਹਿੰਦੇ ਸਰਹੱਦੀ ਪ੍ਰਦੇਸ਼ਾਂ ਵਿੱਚ ਅੰਗਰੇਜ਼ਾਂ ਦੇ ਕੁਝ ਖੇਤਰਾਂ 'ਤੇ ਅਧਿਕਾਰ ਕਰ ਲਿਆ ਸੀਗਾ। ਸੋ ਇਨ 1815 AD ਹੇਸਟਿੰਗਸ ਅੰਡਰ ਅਖਤਰ ਲੋਨੀ ਸੈਂਟ ਆ ਹਿਊਜ਼ ਆਰਮੀ ਅਗੇਂਸਟ ਗੋਰਖਾਜ਼। ਫਿਰ ਕੀ ਕੀਤਾ ਇਸ ਲਈ ਜਿਹੜਾ ਹੇਸਟਿੰਗ ਸੀਗਾ ਕਹਿੰਦੇ ਉਹਨੇ 1815 ਦੇ ਵਿੱਚ ਅਖਤਰ ਲੋਨੀ ਜਿਹੜਾ ਵੀ ਸੀਗਾ ਉਹਦੀ ਅਗਵਾਈ ਦੇ ਹੇਠ ਗੋਰਖਿਆਂ ਦੇ ਵਿਰੁੱਧ ਇੱਕ ਵਿਸ਼ਾਲ ਸੈਨਾ ਭੇਜੀ ਸੀਗੀ। ਗੋਰਖਾਜ਼ ਬਟ ਡਿਫੀਟਡ ਇਨ ਦਿਸ ਬੈਟਲ। ਇਸ ਬੈਟਲ ਵਿੱਚ ਜਿਹੜੇ ਗੋਰਖੇ ਸੀ ਉਹ ਹਾਰ ਗਏ ਸੀ। ਦਾ ਗੋਰਖਾਜ਼ ਹੈਡ ਟੂ ਗਿਵ ਦੇਅਰ ਮੈਨੀ ਏਰੀਆਜ਼ ਐਂਡ ਨੇਪਾਲ ਗੌਰਮੈਂਟ ਐਕਸੈਪਟਡ ਟੂ ਕੀਪ ਆ ਬ੍ਰਿਟਿਸ਼ ਰੈਜ਼ੀਡੈਂਸ ਇਨ ਕਾਠਮਾਂਡੂ। ਇਹਦੇ ਨਾਲ ਕੀ ਹੋਇਆ ਕਿ ਜਿਹੜੇ ਗੋਰਖੇ ਸੀਗੇ ਉਹਨਾਂ ਨੇ ਬਹੁਤ ਸਾਰੇ ਇਲਾਕੇ ਅੰਗਰੇਜ਼ਾਂ ਨੂੰ ਦੇਣੇ ਪਏ ਅਤੇ ਨੇਪਾਲੀ ਸਰਕਾਰ ਸੀਗੀ ਜਿਹੜੀ ਵੀ ਸੀਗੀ ਉਹਨੇ ਕਾਠਮੰਡੂ ਦੇ ਵਿੱਚ ਇੱਕ ਬ੍ਰਿਟਿਸ਼ ਜਿਹੜਾ ਰੈਜ਼ੀਡੈਂਸ ਸੀਗਾ ਉਹਨੂੰ ਰੱਖਣਾ ਮੰਨ ਲਿਆ ਸੀਗਾ। ਟੂ ਐਨੈਕਸ ਦਾ ਅਦਰ ਸਟੇਟਸ। ਹੁਣ ਜਿਹੜੇ ਸੀਗੇ ਹੋਰ ਰਾਜਾਂ ਨੂੰ ਅਧੀਨ ਕਰਨਾ।
During Lord Hastings 19 princely states of Rajasthan accepted the British sovereignty। ਕਹਿੰਦੇ ਲਾਰਡ ਹੇਸਟਿੰਗ ਸਮੇਂ ਰਾਜਸਥਾਨ ਦੀਆਂ ਜਿਹੜੀਆਂ 19 ਰਿਆਸਤਾਂ ਸੀਗੀਆਂ ਉਹਨਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਜਿਹੜੀ ਸੀ ਮੰਨ ਲਈ ਸੀਗੀ। ਅਮੰਗ ਦੈਮ ਦਾ ਇੰਪੋਰਟੈਂਟ ਬਾਰ ਜੋਧਪੁਰ, ਜੈਪੁਰ, ਉਦੈਪੁਰ, ਬੀਕਾਨੇਰ ਇਹ ਜਿਹੜੇ ਸੀ ਮੁੱਖ ਸੀਗੇ। ਇਨ ਦਿਸ ਵੇ ਲਾਰਡ ਹੇਸਟਿੰਗ ਐਕਸਪੈਂਡਡ ਦਾ ਬ੍ਰਿਟਿਸ਼ ਇੰਪਾਇਰ। ਇਹਦੇ ਨਾਲ ਕੀ ਸੀਗਾ ਕਿ ਲਾਰਡ ਹੇਸਟਿੰਗ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ ਸੀਗਾ। ਇੱਥੇ ਆਪਾਂ ਨੂੰ ਦਿੱਤਾ ਹੋਇਆ ਐਕਸਪੈਂਸ਼ਨ ਆਫ ਦਾ ਬ੍ਰਿਟਿਸ਼ ਇੰਪਾਇਰ ਫਰੋਮ 1823 ਟੂ 1848 AD ਕਿ ਜਿਹੜਾ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਹੋਇਆ 1823 ਤੋਂ ਲੈ ਕੇ 1848 ਈਸਵੀ ਤੱਕ। 1823 ਤੋਂ 28 ਈਸਵੀ ਦੇ ਵਿੱਚ ਜਿਹੜਾ ਫਸਟ ਐਂਗਲੋ ਬਰਮਾ ਯੁੱਧ ਹੋਇਆ ਵਾ 1824 ਤੋਂ 26 AD ਦੇ ਵਿੱਚ। ਕਿਹਦੇ ਵਿੱਚ ਹੋਇਆ ਉਹ? ਲਾਰਡ ਐਮ ਹਰਸਟ ਜਿਹੜਾ ਸੀਗਾ ਉਹਦੇ ਟਾਈਮ ਦੇ ਵਿੱਚ। ਠੀਕ ਹੈ। ਨੈਕਸਟ ਹੈਗਾ 1828 ਟੂ ਮਤਲਬ 1828 ਤੋਂ ਲੈ ਕੇ 1835 AD ਦੇ ਵਿੱਚ ਜਿਹੜਾ ਸੀਗਾ 1832 ਦੇ ਵਿੱਚ ਸਿੰਧ ਤੇ ਅਮਰਾ ਨਾਲ ਜਿਹੜੀ ਸੀ ਸੰਧੀ ਹੋਈ ਸੀਗੀ। ਇਹਦੇ ਵਿੱਚ ਇਹ ਸੀਗਾ ਲਾਰਡ ਵਿਲੀਅਮ ਬੈਂਟਿੰਗ ਦੇ ਟਾਈਮ ਦੇ ਵਿੱਚ। ਨੈਕਸਟ ਹੈਗਾ 1836 ਤੋਂ 42 ਈਸਵੀ ਦੇ ਵਿੱਚ ਇਹ ਸੀਗਾ 1839 ਵਿੱਚ ਇਹਦੇ ਵਿੱਚ ਸੰਧੀ ਅਮੀਰਾ ਨਾਲ ਇੱਕ ਜਿਹੜੀ ਸੀਗੀ ਸਹਾਇਕ ਸੰਧੀ ਹੋਈ ਸੀਗੀ। ਠੀਕ ਹੈ। ਸਿੰਧ ਅਮੀਰਾ ਦੇ ਨਾਲ ਹੋਈ ਸੀਗੀ। ਇਹਦੇ ਵਿੱਚ ਸੀਗਾ ਲਾਰਡ ਆਕਲੈਂਡ ਸੀਗਾ ਇਹਦੇ ਸਮੇਂ 'ਚ। ਨੈਕਸਟ ਹੈਗਾ 1842 ਤੋਂ ਲੈ ਕੇ 1844 AD ਵਿੱਚ। ਇਹਦੇ ਵਿੱਚ ਕੀ ਹੋਇਆ ਸੀ ਕਿ 1843 ਦੇ ਵਿੱਚ ਚਾਰਲਸ ਜਿਹੜਾ ਸੀਗਾ ਨੇਪੀਅਰ ਐਨੈਕਸਡ ਸਿੰਧ। ਇਹਦੇ ਵਿੱਚ ਸੀਗਾ ਵੀ ਜਿਹੜਾ ਚਾਰਲਸ ਨੇਪੀਅਰ ਸੀਗਾ ਉਹਦੇ ਬਾਰੇ ਲਿਖਿਆ ਹੋਇਆ ਕਿ ਉਹਨੇ ਸਿੰਧ ਉੱਪਰ ਅਧਿਕਾਰ ਕਰ ਲਿਆ ਸੀਗਾ। ਠੀਕ ਹੈ। ਅਤੇ ਇਹ ਕਿਹਦੇ ਅੰਡਰ ਸੀਗਾ? ਇਹ ਸੀਗਾ ਲਾਰਡ ਐਲਨਬਰੋ ਦੇ ਅੰਡਰ। ਨੈਕਸਟ ਹੈ 1844 ਤੋਂ 48 AD ਦੇ ਵਿੱਚ। ਇਹਦੇ ਵਿੱਚ ਸੀਗਾ ਕਿ 1845 ਦੇ ਵਿੱਚ 46 ਦੇ ਵਿੱਚ ਜਿਹੜੇ ਪਹਿਲੇ ਅੰਗਰੇਜ਼ ਸਿੱਖ ਯੁੱਧ ਨਹੀਂ ਹੋਏ ਉਹਨਾਂ ਵਿੱਚ ਸਿੱਖਾਂ ਦੀ ਹਾਰ ਹੋਈ ਸੀਗੀ। ਉਹ ਬੜਾ ਹੋਇਆ ਸੀਗਾ ਇਹਦੇ ਵਿੱਚ ਯੁੱਧ। ਅਤੇ ਇਹ ਜਿਹੜਾ ਸੀਗਾ ਲਾਰਡ ਹੇਸਟਿੰਗ ਦੇ ਟਾਈਮ ਵਿੱਚ ਹੋਇਆ ਸੀਗਾ। ਨੈਕਸਟ ਹੈ ਐਕਸਪੈਂਸ਼ਨ ਆਫ ਬ੍ਰਿਟਿਸ਼ ਐम्पायर ਅੰਡਰ ਲਾਰਡ ਡਲਹੌਜੀ 1848 ਟੂ 56 AD। ਕਹਿੰਦੇ ਜਿਹੜਾ ਸੀਗਾ ਲਾਰਡ ਡਲਹੌਜੀ ਦੇ ਅਧੀਨ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਹੋਇਆ 1848 ਤੋਂ ਲੈ ਕੇ 1856 ਈਸਵੀ ਦੇ ਵਿੱਚ ਹੋਇਆ। ਟੂ ਐਕਸਪੈਂਡ ਦਾ ਬ੍ਰਿਟਿਸ਼ ਐम्पायर ਲਾਰਡ ਡਲਹੌਜੀ ਅਡੋਪਟਡ ਡਿਫਰੈਂਟ ਮੈਥਡਸ। ਉਹਨੇ ਜਿਹੜੀਆਂ ਸੀਗੀਆਂ ਆਪਣੀਆਂ ਅਲੱਗ ਹੀ ਨੀਤੀਆਂ ਅਪਣਾਈਆਂ ਸੀਗੀਆਂ। ਫਸਟ ਸੀਗਾ ਬਾਏ ਵਿਕਟਰੀ ਅਤੇ ਜਿੱਤ ਦੇ ਦੁਆਰਾ। ਦੈਨ ਡਾਕਟਰਾਈਨ ਆਫ ਲੈਪਸ ਕੀ ਲੈਪਸ ਦੀ ਨੀਤੀ ਦੁਆਰਾ। ਫਿਰ ਸੀਗਾ ਔਨ ਦਾ ਬੇਸ ਆਫ ਮਾਲ ਐਡਮਿਨਿਸਟ੍ਰੇਸ਼ਨ ਮਤਲਬ ਕਿ ਭੈੜੇ ਸ਼ਾਸਨ ਪ੍ਰਬੰਧ ਦੇ ਆਧਾਰ 'ਤੇ। ਦੈਨ ਹੈਗਾ ਬਾਏ ਡਿਸਕੰਟੀਨਿਊਇੰਗ ਟਾਈਟਲ ਐਂਡ ਪੈਨਸ਼ਨਸ ਖਿਤਾਬ ਅਤੇ ਪੈਨਸ਼ਨਾਂ ਜਿਹੜੀਆਂ ਬੰਦ ਕਰਕੇ। ਉਹਨਾਂ ਨੂੰ ਦੇਖਦੇ ਹਾਂ। ਫਸਟ ਹੈ ਐਕਸਪੈਂਸ਼ਨ ਥਰੂ ਵਾਰਸ। In 1848 AD, Lord Dalhousie Governor General by taking advantage of the rivalry of Mulraz and Chatur Singh। ਲਾਰਡ ਡਲਹੌਜੀ ਗਵਰਨਰ ਜਨਰਲ ਜਿਹੜਾ ਸੀਗਾ ਕਹਿੰਦੇ ਉਹਨੇ 1848 ਵਿੱਚ ਮੂਲਰਾਜ ਅਤੇ ਚਤਰ ਸਿੰਘ ਦਾ ਜਿਹੜਾ ਸੀਗਾ ਵਿਰੋਧ ਦਾ ਲਾਭ ਉਠਾ ਕੇ ਕੀ ਕੀਤਾ ਸੀ ਕਿ ਲਾਹੌਰ ਦਰਬਾਰ ਜਿਹੜਾ ਸੀਗਾ। ਠੀਕ ਆ। ਅੱਗੇ ਦੇਖਦੇ ਹਾਂ। ਇਨ ਦਿਸ ਵਾਰ ਲਾਹੌਰ ਦਰਬਾਰ ਦੇ ਵਿਰੁੱਧ ਜਿਹੜਾ ਸੀ ਯੁੱਧ ਦਾ ਐਲਾਨ ਕੀਤਾ ਸੀ। ਇਨ ਦਿਸ ਵਾਰ ਬ੍ਰਿਟਿਸ਼ ਗੌਟ ਵਿਕਟਰੀ। ਇਹਦੇ ਵਿੱਚ ਅੰਗਰੇਜ਼ਾਂ ਨੂੰ ਜਿਹੜੀ ਸੀ ਜਿੱਤ ਹੋ ਗਈ ਸੀਗੀ। ਸੋ ਔਨ March 29th 1848 AD ਲਾਰਡ ਡਲਹੌਜੀ ਐਨੈਕਸਡ ਪੰਜਾਬ ਟੂ ਦਾ ਬ੍ਰਿਟਿਸ਼ ਅੰਪਾਇਰ। ਇਸੇ ਦੇ ਚੱਲਦੇ ਕਹਿੰਦੇ 29 ਮਾਰਚ 1800 ਜਿਹੜਾ ਵਾ 49 ਵਾ ਇੱਥੇ ਆ ਗਲਤ ਦਿੱਤਾ ਹੋਇਆ 29 ਮਾਰਚ 1849 ਵਾ ਇੱਥੇ 1849 ਦੇ ਵਿੱਚ ਜਿਹੜਾ ਪੰਜਾਬ ਸੀ ਉਹਨੂੰ ਪੂਰੀ ਤਰ੍ਹਾਂ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ਸੀਗਾ। ਨੈਕਸਟ ਦੇਖਦੇ ਹਾਂ। ਇਨ 1850 AD ਲਾਰਡ ਡਲਹੌਜੀ ਅਟੈਕਡ ਸਿੱਕਮ ਐਂਡ ਅਨੈਕਸਡ ਟੂ ਦਾ ਬ੍ਰਿਟਿਸ਼ ਇੰਪਾਇਰ। ਫਿਰ 1850 ਵਿੱਚ ਲਾਰਡ ਡਲਹੌਜੀ ਨੇ ਸਿੱਕਮ 'ਤੇ ਹਮਲਾ ਕੀਤਾ ਅਤੇ ਉਹਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ। ਇਨ 1852 AD ਲਾਰਡ ਡਲਹੌਜੀ ਐਨੈਕਸਡ ਦਾ ਏਰੀਆ ਆਫ ਪ੍ਰੋਮ ਐਂਡ ਪੈਗੂ ਟੂ ਦਾ ਬ੍ਰਿਟਿਸ਼ ਇੰਪਾਇਰ। ਫਿਰ 1852 ਵਿੱਚ ਡਲਹੌਜੀ ਨੇ ਪ੍ਰੋਮ ਅਤੇ ਪੀਗੂ ਦਾ ਜਿਹੜਾ ਏਰੀਆ ਸੀਗਾ ਉਹਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਨੈਕਸਟ ਹੈਗਾ ਦਾ ਡਾਕਟਰਾਈਨ ਆਫ ਲੈਪਸ। ਇਹ ਤਾਂ ਜਿਹੜਾ ਹੈਗਾ ਨੋਰਮਲ ਇਹ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਇਸ ਨੀਤੀ ਦੇ ਅਕੋਰਡਿੰਗ ਜਿਹੜਾ ਲਾਰਡ ਡਲਹੌਜੀ ਨੇ ਕੀ ਕੀਤਾ ਸੀਗਾ
ਕਿ ਜਿਹੜੀਆਂ ਰਿਆਸਤਾਂ ਦੇ ਰਾਜੇ ਸੀਗੇ ਨਾ, ਉਹਨਾਂ ਦੇ ਕੋਈ ਆਪਣਾ ਪੁੱਤਰ ਨਹੀਂ ਸੀਗਾ ਜਾਂ ਉਹਨਾਂ ਨੇ ਕੋਈ ਵੀ ਸੰਤਾਨ ਨਹੀਂ ਸੀ, ਉਹਨਾਂ ਦੇ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਜਾਊਗਾ। ਜੇ ਉਹਨਾਂ ਨੇ ਕੋਈ ਪੁੱਤਰ ਆਪਣਾ ਗੋਦ ਵੀ ਲਿਆ ਹੋਊਗਾ ਤਾਂ ਉਹਨਾਂ ਦਾ ਗੋਦ ਲਏ ਹੋਏ ਪੁੱਤਰ ਨੂੰ ਉੱਥੇ ਉਹਦੀ ਨਾ ਰਾਜਗੱਦੀ 'ਤੇ ਬਹਿਣ ਦਾ ਅਧਿਕਾਰ ਨਹੀਂ ਸੀਗਾ, ਕਿ ਨਾ ਤਾਂ ਗੋਦ ਲਿਆ ਹੋਇਆ ਪੁੱਤਰ ਰਾਜਗੱਦੀ 'ਤੇ ਬਹਿ ਸਕਦਾ ਸੀ। ਅਤੇ ਜਦੋਂ ਉਹਨਾਂ ਦਾ ਮੌਤ ਹੋ ਜਾਂਦੀ ਸੀ, ਉਹਨਾਂ ਦਾ ਰਾਜ ਜਿਹੜਾ ਸੀ ਉਹਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਜਾਂਦਾ ਸੀਗਾ। ਇਹਨੂੰ ਜਿਹੜਾ ਸੀਗਾ ਇਸੇ ਨੀਤੀ ਦੇ ਅਕੋਰਡਿੰਗ ਹੀ ਉਹਨੇ ਜਿਹੜਾ ਸੀਗਾ ਲਾਰਡ ਡਲਹੌਜ਼ੀ ਸੀਗਾ, ਉਹਨੇ ਸਤਾਰਾ ਸੀਗਾ, ਸੰਬਲਪੁਰ, ਉਦੈਪੁਰ, ਝਾਂਸੀ, ਇਹ ਸਾਰੇ ਏਰੀਏ ਜਿਹੜੇ ਸੀਗੇ ਉਹਨਾਂ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਕਿਉਂਕਿ ਉਹਨਾਂ ਦੇ ਆਪਣੇ ਪੁੱਤਰ ਨਹੀਂ ਸੀਗੇ ਅਤੇ ਜਿਹੜੇ ਗੋਦ ਲਏ ਸੀ ਉਹਨਾਂ ਨੂੰ ਇਹਨੇ ਰਾਜਗੱਦੀ 'ਤੇ ਬੈਠਣ ਨਹੀਂ ਦਿੱਤਾ ਸੀਗਾ। ਨੈਕਸਟ ਹੈਗਾ ਐਨ ਐਕਸਟੈਂਸ਼ਨ ਔਨ ਦਾ ਬੇਸਿਸ ਆਫ ਮਾਲ ਐਡਮਿਨਿਸਟ੍ਰੇਸ਼ਨ, ਕਿ ਮਤਲਬ ਭੈੜੇ ਸ਼ਾਸਨ ਪ੍ਰਬੰਧ ਦਾ ਆਰੋਪ ਲਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਇਨ 1856 AD, ਕਿ 1856 ਦੇ ਵਿੱਚ ਲਾਰਡ ਡਲਹੌਜ਼ੀ ਸੀਗਾ, ਉਹਨੇ ਅਲੈਗਿੰਗ ਮਾਲ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸੀਗਾ ਉਹਨਾਂ ਉੱਪਰ ਭੈੜੇ ਸ਼ਾਸਨ ਦਾ ਜਿਹੜਾ ਸੀਗਾ ਆਰੋਪ ਲਗਾਤਾ ਸੀ, ਕਿਹਦੇ ਉੱਪਰ, ਅਵਧ ਦੇ ਉੱਪਰ, ਅਤੇ ਉਹਨੂੰ ਆਪਦੇ ਰਾਜ ਵਿੱਚ ਮਿਲਾ ਲਿਆ ਸੀਗਾ। ਐਨੈਕਸੀਏਸ਼ਨ ਬਾਏ ਐਂਡਿੰਗ ਟਾਈਟਲਸ ਐਂਡ ਪੈਨਸ਼ਨਸ, ਹੁਣ ਅੱਗੇ ਹੈਗਾ ਕਿ ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ ਲਾਰਡ ਡਲਹੌਜ਼ੀ ਨੇ ਜਿਹੜੀ ਇਹ ਨੀਤੀ ਸੀ, ਇਹਦੇ ਰਾਹੀਂ ਕੀ ਸੀਗਾ ਕਿ ਜਿਹੜਾ ਕਰਨਾਟਕਾ ਸੀ, ਪੂਨਾ ਸੀ, ਤੰਜੌਰ ਸੀ ਜਾਂ ਸੂਰਤ ਸੀਗਾ, ਇਹਨਾਂ ਰਾਜਾਂ ਨੂੰ ਇਹਨਾਂ ਰਿਆਸਤਾਂ ਨੂੰ ਜਿਹੜਾ ਸੀਗਾ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀਗਾ। ਹੁਣ ਇਹਦੇ ਦੇਖਦੇ ਹਾਂ ਕਿ ਲੈਸਨ ਜਿਹੜਾ ਸੀ ਕਾਫੀ ਵੱਡਾ ਚੈਪਟਰ ਸੀ, ਇਹਦੇ ਵਿੱਚੋਂ ਇੰਪੋਰਟੈਂਟ ਪੁਆਇੰਟ ਆ ਜਿਹੜੇ ਉਹ ਦੇਖਦੇ ਹਾਂ। ਐਜ਼ ਅ ਰਿਜ਼ਲਟ ਆਫ ਅ ਨਿਊ ਸੀ ਰੂਟ ਆਫ ਇੰਡੀਆ, ਫਸਟ ਆਫ ਆਲ ਵਾਸਕੋ ਡੀ ਗਾਮਾ ਆ ਪੋਰਟੁਗੀਜ਼ ਕੈਪਟਨ ਰੀਚਡ ਕਾਲੀਕਟ ਇਨ ਇੰਡੀਆ ਔਨ 27 ਮਈ 1498। ਇਹਦੇ ਵਿੱਚ ਇੰਪੋਰਟੈਂਟ ਇਹ ਆ ਕਿ ਜਿਹੜਾ ਭਾਰਤ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਇਆ, ਕੌਣ ਆਇਆ, ਉਹ ਆਇਆ ਵਾਸਕੋ ਡੀ ਗਾਮਾ, ਜਿਹੜਾ ਇੱਕ ਪੁਰਤਗਾਲੀ ਸੀਗਾ, ਠੀਕ ਹੈ, ਇੱਕ ਕੈਪਟਨ ਵੀ ਸੀਗਾ ਉਹ, ਅਤੇ ਉਹ ਕਾਲੀਕਟ ਪਹੁੰਚਿਆ ਸੀ। ਕਦੋਂ ਪਹੁੰਚਿਆ ਸੀ? 17 ਮਈ 1498 ਈਸਵੀ ਨੂੰ, ਇਹ ਯਾਦ ਕਰਨ ਵਾਲਾ ਵਾ। ਦੈਨ ਹੈਗਾ ਕਿ ਜਿਹੜੇ ਪੁਰਤਗਾਲੀ ਸੀ ਉਹਨਾਂ ਨੇ ਆਪਣੀਆਂ ਸੈਟਲਮੈਂਟਸ ਕਿੱਥੇ ਕਿੱਥੇ ਬਣਾਈਆਂ? ਗੋਆ, ਦਮਨ, ਸਾਲਸੈਟ, ਬਸੀਨ, ਮੁੰਬਈ, ਸੈਂਟਰੋਮ ਅਤੇ ਹੁਗਲੀ ਦੇ ਵਿੱਚ। ਫਿਰ ਡੱਚ ਜਿਹੜੇ ਸੀ ਉਹਨਾਂ ਨੇ ਆਪਣੀਆਂ ਸੈਟਲਮੈਂਟ ਕਿੱਥੇ ਬਣਾਈਆਂ? ਕੋਚੀਨ, ਸੂਰਤ, ਨਾਗਪਟਮ, ਪੁਲੀਕਟ ਅਤੇ ਚਿੰਸੂਰਾ। ਅੱਗੇ ਹੈਗਾ ਫਰੈਂਚ ਜਿਹੜੇ ਸੀ ਉਹਨਾਂ ਨੇ ਆਪਣੀ ਸੈਟਲਮੈਂਟ ਪਾਂਡੀਚੇਰੀ, ਚੰਦਰਨਗਰ ਅਤੇ ਕਾਰੀਕਲ ਦੇ ਵਿੱਚ ਬਣਾਈਆਂ। ਹੁਣ ਅੱਗੇ ਬ੍ਰਿਟਿਸ਼ ਨੇ ਉਹਨਾਂ ਨੇ ਬਣਾਈਆਂ ਸੂਰਤ, ਅਹਿਮਦਾਬਾਦ, ਬੜੌਚ, ਆਗਰਾ, ਬੰਬੇ ਅਤੇ ਕੋਲਕਾਤਾ ਦੇ ਵਿੱਚ। ਇਹ ਇੰਪੋਰਟੈਂਟ ਫੈਕਟ ਯਾਦ ਰੱਖਣ ਵਾਲੇ ਆ ਪੂਰੇ ਲੈਸਨ ਦੇ ਵਿੱਚੋਂ। ਨੈਕਸਟ ਜਿਹੜਾ ਆਪਾਂ ਨੂੰ ਦਿੱਤਾ ਹੈਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇਸਟੇਬਲਿਸ਼ਡ ਔਨ, ਜਿਹੜੀ ਈਸਟ ਇੰਡੀਆ ਕੰਪਨੀ ਆ ਉਹ ਕਦੋਂ ਬਣੀ? 31 ਦਸੰਬਰ 1600 ਈਸਵੀ ਨੂੰ ਬਣੀ, ਜਿਹੜੀ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਸੀ। 1615 ਦੇ ਵਿੱਚ ਫਿਰ ਜਿਹੜਾ ਸੀਗਾ ਜਹਾਂਗੀਰ ਦੇ ਦਰਬਾਰ ਵਿੱਚ ਪਰਮਿਸ਼ਨ ਲੈਣ ਲਈ ਕੌਣ ਗਿਆ ਸੀਗਾ? ਸਰ ਥੋਮਸ ਰਾਓ ਗਿਆ ਸੀਗਾ। ਇਹ ਇੰਪੋਰਟੈਂਟ ਹੈ ਇਹਦੇ ਵਿੱਚੋਂ। 1717 AD ਦੇ ਵਿੱਚ ਜਿਹੜਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀਗੀ ਉਹਨੇ ਫ੍ਰੀ ਜਿਹੜਾ ਵਪਾਰ ਸੀਗਾ, ਠੀਕ ਆ, ਮੁਗਲ ਬਾਦਸ਼ਾਹ ਜਿਹੜਾ ਫਰੋਕਸੀਆ ਸੀਗਾ ਉਹ ਤੋਂ ਬੰਗਾਲ ਵਿੱਚ ਫ੍ਰੀ ਵਪਾਰ ਕਰਨ ਦੀ ਜਿਹੜੀ ਸੀ ਪਰਮਿਸ਼ਨ ਲੈ ਲਈ ਸੀਗੀ। ਦਾ ਬੈਟਲ ਆਫ ਪਲਾਸੀ ਦਾ ਜਦੋਂ ਜਿਹੜਾ ਕਦੋਂ ਲੜਿਆ ਗਿਆ? 23 ਜੂਨ 1757 ਈਸਵੀ ਵਿੱਚ। ਕਿਹਦੇ ਵਿੱਚ ਲੜਿਆ ਗਿਆ? ਨਵਾਬ ਸਰਾਜੂਦੌਲਾ ਅਤੇ ਜਿਹੜਾ ਬ੍ਰਿਟਿਸ਼ ਸੀਗੇ ਜਿਹੜੇ ਅੰਗਰੇਜ਼ ਸੀ ਉਹਨਾਂ ਦੇ ਵਿਚਕਾਰ। ਦਾ ਬੈਟਲ ਆਫ ਬਕਸਰ ਵਾਜ ਫੋਰਟ ਬਿਟਵੀਨ, ਫਿਰ ਜਿਹੜਾ ਬਕਸਰ ਦਾ ਯੁੱਧ ਸੀ ਉਹ ਕਿਹਦੇ ਵਿਚਕਾਰ ਲੜਿਆ ਗਿਆ? ਉਹ ਸੀਗਾ ਸਜਾਉਦੌਲਾ ਦੇ ਵਿਚਕਾਰ, ਠੀਕ ਆ, ਅਤੇ ਅੰਗਰੇਜ਼ਾਂ ਦੇ ਵਿਚਕਾਰ ਅਗੇਨ, ਜਿਹੜਾ ਸੀਗਾ 23 ਜੂਨ 1764 ਈਸਵੀ ਨੂੰ, ਠੀਕ ਹੈ। ਇਹ ਜਿਹੜੇ ਸੀਗੇ ਇੰਪੋਰਟੈਂਟ ਫੈਕਟ ਸੀਗੇ। ਅੱਜ ਦਾ ਲੈਸਨ ਬਹੁਤ ਲੌਂਗ ਸੀਗਾ। ਆਈ ਹੋਪ ਕਿ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਪਸੰਦ ਆਈ ਹੋਊਗੀ ਅਤੇ ਮੇਰਾ ਲੈਸਨ ਸਮਝ ਆਇਆ ਹੋਊਗਾ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ